ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਗੁਰੂ ਸ਼ਬਦ ਦੀ ਵਿਚਾਰ ਅੰਦਰ ਸੰਸਾਰ ਦੇ ਜੀਵ ਜੋ ਮਾਇਆ ਦੇ ਵਿੱਚ ਗ੍ਰਸੇ ਹਨ, ਤਿਨਾਂ ਦੀ ਹਾਲਤ ਦੱਸ ਰਹੇ ਹੈ ਕਿ ਕਿਹੜੇ ਕਿਹੜੇ ਢੰਗ ਨਾਲ ਕਿਵੇਂ ਕਿਵੇਂ ਸੰਸਾਰ ਭਰ ਦੇ ਤਮਾਮ ਜੀਵ ਜੰਤੂ ਸੰਸਾਰ ਦੇ ਵਿਸ਼ੇ ਸੁੱਖਾਂ ਦੇ ਵਿੱਚ ਮਨ ਪਰਚਾ ਕੇ ਆਪਣਾ ਜੀਵਨ ਅਕਾਰਤ ਬਤੀਤ ਕਰ ਰਹੇ ਹਨ। ਅਕਾਲ ਪੁਰਖ ਵਾਹਿਗੁਰੂ ਜੀ ਦੇ ਭਜਨ ਕੀਤੇ ਤੋਂ ਬਿਨਾਂ, ਪਰਮਾਤਮਾ ਦੇ ਸਿਮਰਨ ਤੋਂ ਬਿਨਾਂ, ਵਾਹਿਗੁਰੂ ਜੀ ਦੀ ਯਾਦ ਤੋਂ ਬਿਨਾਂ ਇੱਕ ਨਹੀਂ ਤਮਾਮ ਸੰਸਾਰ ਭਰ ਦੇ ਜੀਵ ਜੰਤੂ ਹਨ। ਹਜ਼ੂਰ ਦੇ ਪਾਵਨ ਮੁਖ ਵਾਕ ਹਨ, ਅਣਗਿਣਤ ਸੰਸਾਰ ਭਰ ਦੇ ਐਸੇ ਜੀਵ ਹਨ ਜਿਹੜੇ ਮਾਇਆ ਦੀ ਕੋਪ ਨਿੰਦਰਾ ਵਿੱਚ ਸੁੱਤੇ ਪਏ ਹੈ। ਕੋਈ ਵਿਰਲੇ ਹਨ, ਟਾਵੇਂ ਟਾਵੇਂ ਹਨ ਜੋ ਪਰਮੇਸ਼ਰ ਦੇ ਨਾਮ ਸਿਮਰਨ ਦੇ ਵੱਲ ਜਾਗਰਤ ਅਵਸਥਾ ਵਿੱਚ ਰਹਿੰਦੇ ਹਨ। ਨਹੀਂ ਤਾਂ ਜ਼ਿੰਦਗੀ ਅਵਿਦਿਆ ਰੂਪ ਨੀਂਦਰਾ ਵੀ ਸੁੱਤਿਆਂ ਪਿਆਂ ਹੀ ਲੰਘ ਜਾਂਦੀ ਹੈ। ਅਕਾਲ ਪੁਰਖ ਪਰਮਾਤਮਾ ਦੀ ਯਾਦ ਕਦਾਚਿਤ ਵੀ ਹਿਰਦੇ ਵਿੱਚ ਨਹੀਂ ਵਸਦੀ। ਐਸੀ ਮੋਹ ਮਮਤਾ ਦੀ ਸੰਸਾਰ ਦੀ ਪ੍ਰਬਲਤਾ ਮਨ ਦੇ ਵਿੱਚ ਬਣੀ ਹੋਈ ਹੈ। ਐਸਾ ਸੰਸਾਰ ਦੇ ਅੰਦਰ ਸਰੀਰਾਂ ਦਾ ਮੋਹ ਬਣਿਆ ਹੈ। ਕਿਤੇ ਪਦਾਰਥਾਂ ਦੀ ਮੇਰ ਦੇਰ ਮਮਤਾ ਨੇ ਜੀਵ ਨੂੰ ਆਪਣੇ ਵਸੀਕਾਰ ਕੀਤਾ ਹੈ। ਗਰੀਬ ਨਵਾਜ ਹਜੂਰ ਦੇ ਬਚਨ ਹਨ, ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਤੇ ਜਾਗਾਨਾ ਜੇ ਰਸਨਾ ਨਾਮ ਉਚਾਰਨੇ। ਜੋ ਪ੍ਰੀਤ ਰੂਪ ਰਸਨਾ ਤੋਂ ਪ੍ਰਮਾਤਮਾ ਜੀ ਦਾ ਨਾਮ ਜਪਦੇ ਆ, ਉਹ ਗੁਰਮੁਖ ਪਿਆਰੇ ਜਾਗਰਤ ਅਵਸਥਾ ਵਿੱਚ ਰਹਿੰਦੇ ਹਨ। ਨਹੀਂ ਤਾਂ ਐਸੇ ਮਹਾਰਾਜ ਕਹਿੰਦੇ ਅਸੰਖ ਹੈ, ਅਣਗਿਣਤ ਸੰਸਾਰ ਭਰ ਦੇ ਜੀਵ ਹਨ ਜਿਹੜੇ ਇਹ ਝੂਠੀ ਮਾਇਆ ਦੇ ਲਾਲਚ ਅਧੀਨ ਹੋ ਕਰਕੇ ਪ੍ਰਮਾਤਮਾ ਨੂੰ ਕਦੇ ਯਾਦ ਨਹੀਂ ਕਰਦੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਪਾਵਨ ਸ਼ਬਦ ਦੇ ਅੰਦਰ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਕਿ ਹੇ ਗੁਰਸਿੱਖੋ, ਕਿਵੇਂ ਕਿਵੇਂ ਸੰਸਾਰ ਭਰ ਦੇ ਜੀਵ ਪ੍ਰਬਲ ਮਾਇਆ ਦੀ ਮੋਹ ਮਮਤਾ ਦੇ ਵਿੱਚ ਗ੍ਰਸੇ ਹੋਏ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦੇ। ਔਰ ਫਿਰ ਉਸੇ ਹੀ ਸ਼ਬਦਾਂ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਅੰਤਰੀਵ ਭਾਵ ਦੇ ਵਿੱਚ ਗੁਰਮੁਖਾਂ ਦਾ ਜੀਵਨ ਕਥਨ ਕੀਤਾ ਹੈ ਕਿ ਗੁਰਮੁਖ ਪਿਆਰੇ ਸੰਸਾਰ ਦੇ ਅੰਦਰ ਮਾਇਆ ਦੇ ਸੁੱਖਾਂ ਵਿੱਚ ਰਹਿੰਦੇ ਹੋਏ ਵੀ ਪ੍ਰਮਾਤਮਾ ਨੂੰ ਮਨਮੁਖ ਬੰਦੇ ਦਾ ਸੁਭਾਅ ਹੈ, ਜਿੰਨੇ ਸੰਸਾਰ ਦੇ ਅੰਦਰ ਸੁੱਖ ਮਿਲਦੇ ਜਾਂਦੇ ਹੈ ਉਹਨਾਂ ਪ੍ਰਮਾਤਮਾ ਤੋਂ ਦੂਰ ਹੋਈ ਜਾਂਦਾ ਹੈ। ਗੁਰਮੁਖਾਂ ਦਾ ਸੁਭਾਅ ਹੈ, ਜਿੰਨੇ ਜੀਵਨ ਦੇ ਅੰਦਰ ਜ਼ਿਆਦਾ ਸੁੱਖ ਮਿਲਦੇ ਉਹਨਾਂ ਪ੍ਰਮਾਤਮਾ ਜੀ ਦਾ ਵੱਧ ਸ਼ੁਕਰਾਨਾ ਕਰਦੇ ਹਨ, ਉਹਨਾਂ ਜ਼ਿਆਦਾ ਵਾਹਿਗੁਰੂ ਦੀ ਨੇੜਤਾ ਬਣਾਉਂਦੇ ਹੈ। ਚਿਤ ਬਿਰਤੀ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ। ਹੈ ਮੇਰੇ ਮਾਲਕ ਪਰਮੇਸ਼ਰ, ਮਤਾ ਕਿਤੇ ਸਾਡੀ ਚਿਤ ਬਿਰਤੀ ਸੰਸਾਰ ਦੇ ਸੁੱਖਾਂ ਵਿੱਚ ਹੀ ਪਰਚੀ ਰਹੇ। ਮਹਾਰਾਜ ਆਪ ਜੀ ਦੇ ਸਰੂਪ ਦਾ ਆਨੰਦ ਨਹੀਂ ਫਿਰ ਅਸੀਂ ਮਾਣ ਸਕਾਂਗੇ ਜੇ ਸਾਡੀ ਚਿਤ ਬਿਰਤੀ ਸੰਸਾਰਾਕਾਰ ਹੋ ਕਰਕੇ ਹੀ ਰਹੇਗੀ। ਤਾਂ ਹੀ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਬ੍ਰਹਮ ਵੇਤੇ ਚਿਤ ਬਿਰਤੀ ਨੂੰ ਬ੍ਰਹਮਾਕਾਰ ਬਣਾ ਕੇ ਰੱਖਦੇ ਹਨ। ਬ੍ਰਹਮ ਸ਼ਬਦ ਸਰੂਪ ਦੇ ਵਿੱਚ ਚਿਤ ਬਿਰਤੀ ਨੂੰ ਜੋੜ ਕੇ ਰੱਖਦੇ ਆ। ਐਸਾ ਮਹਾਰਾਜ ਕਹਿੰਦੇ ਗੁਰਮੁਖਾਂ ਦੇ ਮਨਮੁਖਾਂ ਦਾ ਜੀਵਨ ਹੈ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਆ। ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ।
ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਸ਼ੰਤ ਘਰ ਅੱਠਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੰਤ ਜਾਤੀ ਦੇ ਅੰਦਰ ਜੋ ਮਹਾਰਾਜ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਨ ਕੀਤੇ ਹਨ। 8ਵੇਂ ਘਰ ਸੁਰ ਤਾਲ ਅੰਦਰੇ ਪਾਵਨ ਸ਼ਬਦ ਗਰੀਬ ਨਵਾਜ ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 461 ਅੰਗ ਤੇ ਸੁਸ਼ੋਭਿਤ ਹੈ। ਪਹਿਲਾ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦੁੱਤੀ ਸਰੂਪ ਹੈ। ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਇੱਕ ਕਾਲ ਤੋਂ ਰਹਿਤ ਹੈ, ਦੇਸ਼ ਤੋਂ ਰਹਿਤ ਹੈ, ਵਸਤੂ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਵਸਤੂਵਾਚਕ ਵੀ ਪਰਮਾਤਮਾ ਨੂੰ ਕਿਹਾ ਨਹੀਂ ਜਾ ਸਕਦਾ। ਫਿਰ ਇੱਕ ਦੇਸ਼ੀ ਨਹੀਂ, ਉਹ ਪਰਮਾਤਮਾ ਸਰਬ ਦੇਸੀ ਹੈ। ਇੱਕ ਦੇਸ਼ ਦੇ ਵਿੱਚ ਨਹੀਂ ਵਸਦਾ ਪਰਮਾਤਮਾ, ਤਮਾਮ ਸੰਸਾਰ ਭਰ ਦੇ ਜੀਵ ਜੰਤੂਆਂ ਦੇ ਅੰਦਰ ਵਸਦਾ ਪਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਪਰਮਾਤਮਾ ਕਾਲ ਤੋਂ ਰਹਿਤ ਹੈ, ਦੇਸ਼ ਤੋਂ ਰਹਿਤ ਹੈ, ਵਸਤੂ ਤੋਂ ਰਹਿਤ ਤੋਂ ਪਰਮਾਤਮਾ ਜੀ ਦਾ ਸਰੂਪ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ ਸਰਬ ਜੀਵਾਂ ਦਾ ਪ੍ਰਕਾਸ਼ਕ, ਸਭ ਤਮਾਮ ਸੰਸਾਰ ਭਰ ਦੇ ਜੀਵ ਜੰਤੂਆਂ ਨੂੰ ਪੈਦਾ ਕਰਕੇ ਪਰਵਰਿਸ਼ ਕਰਨ ਵਾਲਾ, ਜੀਵਾਂ ਦੀ ਦੇਖ ਰੇਖ ਕਰਨ ਵਾਲਾ ਉਹ ਪਰਮੇਸ਼ਰ ਹੈ। ਸਤ ਸਦਾ ਰਹਿਣ ਵਾਲਾ ਹੈ, ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਇਉਂ ਕਹੀਏ ਕਿ ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਓੰਕਾਰ ਦੀ ਸ਼ਕਤੀ ਪ੍ਰਾਪਤੀ ਹੁੰਦੀ ਹੈ। ਉਸ ਓੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਗੁਰੂ ਬਖਸ਼ਿਸ਼ ਦੁਆਰਾ ਹੀ ਪਾ ਸਕੀਦਾ ਹੈ। ਇਹ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਨਿਰਦੇਸ਼ਕ ਮੰਗਲ ਕੀਤਾ ਹੈ। ਹਜੂਰ ਫਰਮਾਉਂਦੇ ਹਨ ਕਮਲਾ ਪ੍ਰੰਪੀਤ, ਕਮਲਾ ਪ੍ਰੰਪੀਤ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਉਚਾਰਨ ਕਰ ਰਹੇ ਹਨ। ਐ ਗੁਰਸਿੱਖੋ, ਜਿਵੇਂ ਇੱਕ ਭੌਰਾ ਹੁੰਦਾ ਹੀ ਹੈ ਨਾ, ਉਹ ਕਿਵੇਂ ਬਾਰ-ਬਾਰ ਕਮਲ ਦੇ ਫੁੱਲ ਤਿਆਗ ਕਰਕੇ ਮੰਡਰਾਉਂਦਾ ਹੈ। ਕਮਲਾ ਆਲ ਭੀਤ, ਕਮਲਾ ਆਲ ਭੀਤ ਹੈ। ਇਹ ਜਿਹੜਾ ਦੋ ਵਾਰ ਬਾਰ-ਬਾਰ ਜਿਹੜਾ ਉਚਾਰਨ ਕਰਨਾ, ਇਹਨੂੰ ਸਾਧ ਸੰਗਤ ਜੀ ਬੀਬਸਾ ਅਲੰਕਾਰ ਕਿਹਾ ਜਾਂਦਾ ਹੈ। ਅਲੰਕਾਰ ਵੀ ਵੱਖੋ ਵੱਖਰੇ ਤਰ੍ਹਾਂ ਦੇ ਹੁੰਦੇ ਆ ਤੇ ਮਹਾਰਾਜ ਸਾਹਿਬ ਜੀ ਨੇ ਬੀਬਸਾ ਅਲੰਕਾਰ ਦੁਆਰਾ ਹੀ ਸ਼ਬਦ ਅੰਦਰ ਬਖਸ਼ਿਸ਼ ਕੀਤੀ ਹੈ। ਕਮਲਾ ਭ੍ਰਮ ਭੀਤ ਹੈ, ਕਮਲਾ ਭ੍ਰਮ ਭੀਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਿਹੜਾ ਕਮਲ ਦਾ ਫੁੱਲ ਹੈ ਨਾ, ਉਹਦੀ ਸੁਗੰਧੀ ਮਾਨਣ ਦੇ ਵਾਸਤੇ ਭੌਰਾ ਕਿੰਨੀ ਦੂਰੀ ਤੋਂ ਮੰਡਰਾਉਂਦਾ ਹੋਇਆ ਆ ਕਰਕੇ ਬੈਠ ਜਾਂਦਾ ਤੇ ਫਿਰ ਇੰਨਾ ਜ਼ਿਆਦਾ ਚਿੱਤ ਬਿਰਤੀ ਨੂੰ ਜੋੜ ਲੈਂਦਾ, ਧਿਆਨ ਇੰਨਾ ਇਕਾਗਰ ਕਰ ਲੈਂਦਾ, ਇੰਨਾ ਜ਼ਿਆਦਾ ਉਹ ਮਹਿਕ ਦੇ ਵਿੱਚ ਸਾਧ ਸੰਗਤ ਜੀ ਮਸਤ ਹੋ ਜਾਂਦਾ ਹੈ। ਜਦੋਂ ਕਮਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ, ਵਿੱਚ ਹੀ ਆਪ ਜਿਹੜਾ ਕੁਰਬਾਨ ਕਰ ਦਿੰਦਾ। ਮਹਾਰਾਜ ਸਤਿਗੁਰੂ ਜੀ ਨੇ ਇਹ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਹਿੰਦੇ ਹਨ ਕਿ ਗੁਰਸਿੱਖਾਂ ਦਾ ਐਸਾ ਜੀਵਨ ਹੈ ਜਿਵੇਂ ਇੱਕ ਭੌਰਾ ਹੁੰਦਾ। ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਗੁਰਮੁਖਾਂ ਦਾ ਐਸਾ ਜੀਵਨ ਹੈ, ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕਰਕੇ ਭਗਤੀ ਰੂਪ ਸੁਗੰਧੀ ਮਾਨਣ ਦੇ ਵਾਸਤੇ ਇੱਕ ਚਿਤ ਹੋ ਕਰਕੇ ਮਹਾਰਾਜ ਸਾਹਿਬ ਜੀ ਦੀ ਸ਼ਬਦ ਦੇ ਨਾਲ ਚਿਤ ਬਿਰਤੀ ਜੋੜ ਕੇ ਰੱਖਦੇ ਹਨ। ਭੌਰੇ ਦੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੇ ਫਲਾਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਹਨ। ਕਦੇ ਵੀ ਧਿਆਨ ਭਟਕਣ ਨਹੀਂ ਦਿੰਦੇ, ਕਦੇ ਵੀ ਆਪਣੀ ਚਿਤ ਬਿਰਤੀ ਨੂੰ ਖਿੰਡਣ ਨਹੀਂ ਦਿੰਦੇ। ਮਹਾਰਾਜ ਸਾਹਿਬ ਜੀ ਦੀ ਸ਼ਬਦ ਦੇ ਨਾਲ ਜੋੜ ਕਰਕੇ ਰੱਖਦੇ ਹਨ। ਐਸਾ ਮਹਾਰਾਜ ਕਹਿੰਦੇ ਕਿ ਇਹ ਸੰਸਾਰ ਦੇ ਅੰਦਰ ਗੁਰਮੁਖਾਂ ਦਾ ਜੀਵਨ ਹੈ
ਪਰ ਜਿਹੜੇ ਮਨਮੁਖ ਹਨ, ਹਜੂਰ ਨੇ ਤਿੰਨਾਂ ਪ੍ਰਥਾਏ ਵੀ ਉਚਾਰਨ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕਮਲਾ ਭ੍ਰਮ ਭੀਤ, ਕਮਲਾ ਭ੍ਰਮ ਭੀਤ ਹੈ। ਕਹਿੰਦੇ ਕਿ ਭਰਮੇ ਹੋਏ ਜਿਹੜੇ ਸੰਸਾਰ ਦੇ ਕਮਲੇ ਮਨਮੁਖ ਸਾਖਤ ਜੀਵ ਹਨ, ਉਹ ਸੰਸਾਰ ਦੇ ਵਿਸ਼ੇ ਵਾਸਨਾ ਦੀ ਜਿਹੜੀ ਦੁਰਗੰਧ ਹੈ ਉਹਨੂੰ ਸੁਗੰਧੀ ਜਾਣ ਕਰਕੇ ਮਾਨਣ ਦੇ ਵਾਸਤੇ ਪ੍ਰਮਾਤਮਾ ਦੀ ਭਗਤੀ ਰੂਪ ਸੁਗੰਧੀ ਤੋਂ ਬੜਾ ਦੂਰ ਚਲੇ ਜਾਂਦੇ ਆ। ਇਹ ਸੰਸਾਰ ਦੇ ਅੰਦਰ ਵਿਸ਼ੇ ਸੁਖਾਂ ਦੀ ਜਿਹੜੀ ਦੁਰਗੰਧ ਹੈ ਉਹਨੂੰ ਸੁਗੰਧੀ ਜਾਣ ਕਰਕੇ ਉਹਦੇ ਵਿੱਚ ਪਰਚੇ ਰਹਿੰਦੇ ਹਨ। ਇਹ ਮਨਮੁਖਾਂ ਦਾ ਸੁਭਾਅ ਹੈ। ਗੁਰਮੁਖਾਂ ਦਾ ਸੁਭਾਅ ਹੈ ਭਗਤੀ ਰੂਪ ਸੁਗੰਧੀ ਦਾ ਆਨੰਦ ਮਾਨਣਾ। ਔਰ ਮਨਮੁਖਾਂ ਦਾ ਜੀਵਨ ਹੈ, ਮਨਮੁਖਾਂ ਦਾ ਸੁਭਾਅ ਅਜਿਹਾ ਹੈ, ਵਿਸ਼ੇ ਵਾਸ਼ਨਾ ਸੰਸਾਰ ਦੇ ਵਿਸ਼ੇ ਸੁਖਾਂ ਦੀ ਦੁਰਗੰਧੀ ਨੂੰ ਮਾਨਣਾ, ਉਹਦੇ ਵਿੱਚ ਕਹਿੰਦੇ ਕਿ ਬੜਾ ਆਨੰਦ ਹੈ। ਇਸ ਲਈ ਮਹਾਰਾਜ ਸਤਿਗੁਰੂ ਜੀ ਕਹਿੰਦੇ ਐਸੇ ਜਿਹੜੇ ਮਨਮੁਖ ਜੀਵ ਹੈ ਨਾ, ਉਹ ਭੌਰੇ ਦੀ ਤਰ੍ਹਾਂ ਭਾਵੇਂ ਉਹ ਵੀ ਹੈ ਸੰਸਾਰ ਦੇ ਅੰਦਰ, ਪਰ ਉਹ ਵਿਸ਼ੇ ਸੁਖਾਂ ਦੀ ਦੁਰਗੰਧੀ ਨੂੰ ਮਾਨਣ ਦੇ ਵਿੱਚ ਲੱਗੇ ਹਨ। ਤੀਖਣ ਮਦ ਵਿਪਰੀਤ ਹੈ। ਤੇ ਸਾਧ ਸੰਗਤ ਜੀ ਵਿਪਰੀਤ ਨਾਮ ਉਲਟੀ ਦਾ ਹੈ, ਟੇਢੀ ਦਾ ਹੈ। ਕਹਿੰਦੇ ਕਿ ਜਿਹੜੀ ਬੁੱਧੀ ਹੈ ਨਾ, ਉਹਨਾਂ ਦੀ ਤੀਖਣ ਭਾਵ ਬੜੀ ਤੇਜ਼ੀ ਦੇ ਨਾਲ ਬਦਲ ਜਾਂਦੀ ਹੈ। ਜਿਹੜੇ ਮਨਮੁਖ ਸੰਸਾਰ ਦੇ ਜੀਵ ਹਨ, ਜਦੋਂ ਵਿਸ਼ਿਆਂ ਵਿਕਾਰਾਂ ਸੰਸਾਰ ਦੇ ਅੰਦਰ ਵਿਸ਼ੇ ਸੁਖਾਂ ਦਾ ਮਦ, ਹੰਕਾਰ, ਮਾਇਆ ਦਾ ਨਸ਼ਾ ਚੜ੍ਹਦਾ, ਉਸ ਸਮੇਂ ਮੱਤ ਉਹਨਾਂ ਦੀ ਉਲਟੀ ਹੋ ਜਾਂਦੀ ਹੈ, ਵਿਪਰੀਤੀ ਬਣ ਜਾਂਦੀ ਹੈ। ਕਿਉਂਕਿ ਪ੍ਰਤੱਖ ਵੀ ਜਦੋਂ ਕੋਈ ਮਨੁੱਖ ਨਸ਼ਾ ਕਰਦਾ ਹੈ, ਸਾਧ ਸੰਗਤ ਜੀ, ਜਿਵੇਂ ਤੋੜੀ ਦੀ ਸ਼ਰਾਬ ਕਿਹਾ ਜਾਂਦਾ ਕਿ ਤੋੜ ਦੀ ਸ਼ਰਾਬ ਇਹ ਬੰਦੇ ਨੇ ਪੀ ਲਈ, ਉਸੇ ਸਮੇਂ ਪੀਂਦਿਆਂ ਸਾਰੀ ਬੇਸੁਰਤ ਹੋ ਜਾਂਦਾ ਹੈ, ਸੁੱਧ ਬੁੱਧ ਵਿਸਰ ਜਾਂਦੀ ਹੈ, ਬੇਹੋਸ਼ ਹੋ ਜਾਂਦਾ ਹੈ। ਮਹਾਰਾਜ ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਮੁੱਖ ਵਾਕ ਵੀ ਹੈ। ਕਹਿੰਦੇ ਹਨ ਕਿ ਜਦੋਂ ਇਹ ਸੰਸਾਰ ਦੇ ਅੰਦਰ ਸ਼ਰਾਬ ਪੀ ਲੈਂਦਾ, ਨਸ਼ਾ ਕਰ ਲੈਂਦਾ, ਫਿਰ ਮਾਨਸ ਭਰਿਆ ਆਣਿਆ, ਮਾਨਸ ਭਰਿਆ ਜਾਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ। ਪਰਮਾਤਮਾ ਦੇ ਘਰ ਵਿੱਚ ਵੀ ਧੱਕੇ ਖਾਂਦਾ, ਫਿਰ ਆਪਣੇ ਪਰਾਈ ਦੀ ਪਹਿਚਾਣ ਵੀ ਮਨੁੱਖ ਨੂੰ ਭੁੱਲ ਜਾਂਦੀ ਹੈ। ਇਉਂ ਕਹਿ ਲਈਏ ਕਿ ਮੱਤ ਮਾਰੀ ਜਾਂਦੀ, ਸੁੱਧ ਬੁੱਧ ਵਿਸਰ ਜਾਂਦੀ ਹੈ। ਸਾਧ ਸੰਗਤ ਜੀ, ਅਜਿਹਾ ਹੀ ਹੁੰਦਾ ਵਿਆਹ ਸ਼ਾਦੀਆਂ ਦੇ ਅੰਦਰ, ਜਦੋਂ ਕੋਈ ਸ਼ਰਾਬ ਬਹੁਤੀ ਪੀ ਲੈਂਦਾ ਤੇ ਫਿਰ ਹੋਰ ਭਾਵੇਂ ਹੈ ਤਾਂ ਸੰਸਾਰ ਦੇ ਅੰਦਰ ਗੁਰਮਤਿ ਦੀ ਨਿਗਾਹ ਨਾਲ ਦੇਖੀਏ ਤੇ ਸਾਰੀਆਂ ਮਾਵਾਂ ਭੈਣਾਂ ਤੇ ਧੀਆਂ ਦੀ ਤਰ੍ਹਾਂ ਹਨ। ਜੇ ਗੁਰਮਤਿ ਦੀ ਨਿਗਾਹ ਦੇ ਨਾਲ ਦੇਖਦੇ ਹਾਂ ਕਿ ਆਪ ਤੋਂ ਵੱਡੀ ਨੂੰ ਮਾਂ ਦੇ ਸਮਾਨ ਸਮਝਣਾ, ਬਰਾਬਰ ਦੀ ਭੈਣ ਤੇ ਛੋਟੀ ਨੂੰ ਧੀ ਦੀ ਨਿਗਾਹ ਦੇ ਨਾਲ ਦੇਖਣਾ, ਪਰ ਜਦੋਂ ਬੰਦੇ ਨੂੰ ਸੁੱਧ ਬੁੱਧ ਵਿਸਰ ਜਾਂਦੀ ਹੈ ਨਾ, ਆਪਣੀਆਂ ਮਾਵਾਂ ਭੈਣਾਂ ਦੀਆਂ ਬਾਹਾਂ ਫੜ ਕਰਕੇ ਉੱਚੀ ਉੱਚੀ ਭੰਗੜਾ ਪਾ ਰਿਹਾ ਹੁੰਦਾ, ਹਾਕਰਾ ਮਾਰ ਰਿਹਾ ਹੁੰਦਾ, ਬੰਦੇ ਦੀ ਸੁੱਧ ਬੁੱਧ ਵਿਸਰ ਜਾਂਦੀ ਹੈ। ਐਸਾ ਕਹਿੰਦੇ ਸੰਸਾਰ ਦਾ ਤੀਖਣ ਤੇਜ਼ੀ ਦੇ ਨਾਲ ਨਸ਼ਾ ਚੜ੍ਹਦਾ। ਉਹ ਤਾਂ ਕਹਿੰਦੇ ਕੁਝ ਸਮੇਂ ਬਾਅਦ ਨਸ਼ਾ ਉਤਰ ਜਾਂਦਾ ਹੈ, ਪਰ ਜਦੋਂ ਮਾਇਆ ਦਾ ਨਸ਼ਾ ਚੜ੍ਹਦਾ ਹੈ ਨਾ, ਹੰਕਾਰ ਦਾ ਨਸ਼ਾ ਚੜ੍ਹਦਾ ਹੈ, ਉਹ ਸਾਧ ਸੰਗਤ ਜੀ ਸੰਸਾਰ ਦੇ ਕਿਸੇ ਯਤਨ ਕਰਨ ਦੇ ਬਾਵਜੂਦ ਵੀ ਕਦਾਚਿਤ ਉਤਰਦਾ ਨਹੀਂ ਹੈ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਤੀਖਣ ਮਦ ਵਿਪਰੀਤ ਹੈ। ਕਹਿੰਦੇ ਕਿ ਜਿਹੜੀ ਮਨੁੱਖ ਦੀ ਬੁੱਧੀ ਹੈ ਨਾ, ਵਿਪਰੀਤ ਉਲਟੀ ਹੋ ਜਾਂਦੀ, ਤੀਖਣ ਬੜੀ ਤੇਜ਼ੀ ਦੇ ਨਾਲ, ਜਦੋਂ ਜਿਹੜਾ ਇਹ ਮਾਇਆ ਦਾ ਮਦ, ਹੰਕਾਰ ਦਾ ਨਸ਼ਾ ਕਰਦਾ ਹੈ। ਤੇ ਹੰਕਾਰ ਦੇ ਨਸ਼ੇ ਵਿੱਚ ਮਨੁੱਖ ਸਾਧ ਸੰਗਤ ਜੀ ਕਿਸੇ ਨੂੰ ਵੀ ਸੰਸਾਰ ਦੇ ਅੰਦਰ ਚੰਗੀ ਤਰ੍ਹਾਂ ਬੁਲਾ ਕਰਕੇ ਵੀ ਖੁਸ਼ ਨਹੀਂ ਹੁੰਦਾ। ਜਦੋਂ ਮਦ ਮਾਇਆ ਦਾ ਹੰਕਾਰ ਹੁੰਦਾ, ਮਦ ਮਾਇਆ ਮੈਂ ਰਮ ਰਹਿਓ, ਕਹਿੰਦੇ ਹਨ ਕਿ ਹਰ ਸਮੇਂ ਜੀਵ ਮਦ ਹੰਕਾਰ ਦੇ ਨਸ਼ੇ ਵਿੱਚ ਹੀ ਪਰਿਵਰਤਿਤ ਹੋ ਕੇ ਰਹਿੰਦਾ ਤੇ ਕਰਨਹਾਰ ਪਰਮੇਸ਼ਰ ਨੂੰ ਕਦਾਚਿਤ ਵੀ ਯਾਦ ਨਹੀਂ ਕਰਦਾ। ਇਹ ਨਹੀਂ ਜਾਣਦਾ ਕਿ ਪ੍ਰਮਾਤਮਾ ਦੇ ਬਖਸ਼ੇ ਹੋਏ ਸੰਸਾਰ ਦੇ ਦੁਨਿਆਵੀ ਸੁੱਖ ਹਨ। ਕਦੇ ਨਹੀਂ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਸ਼ੁਕਰਾਨਾ, ਕਦੇ ਵੀ ਧੰਨਵਾਦ ਨਹੀਂ ਕਰਦਾ। ਕੇਵਲ ਹੰਕਾਰ ਦੇ ਨਸ਼ੇ ਵਿੱਚ ਹੀ ਡੀਂਗਾ ਮਾਰਦਾ ਰਹਿੰਦਾ ਕਿ ਮੇਰੇ ਕੋਲ ਬਹੁਤਾ ਪੈਸਾ ਹੈ, ਬਹੁਤੇ ਧਨ ਪਦਾਰਥ ਹਨ, ਮੈਂ ਇਵੇਂ ਕਰਾ ਦੇਵਾਂਗਾ, ਇਵੇਂ ਪੈਸੇ ਦੇ ਜ਼ੋਰ ਨਾਲ ਕਰਾ ਦੇਵਾਂਗਾ। ਕਿੰਨੀਆਂ ਕਿੰਨੀਆਂ ਮਨੁੱਖ ਡੀਂਗਾ ਮਾਰਦਾ ਰਹਿੰਦਾ, ਹੰਕਾਰ ਕਰਕੇ ਹੀ ਹੈ। ਸੋ ਇਸ ਕਰਕੇ ਮਹਾਰਾਜ ਹਜੂਰ ਕਹਿੰਦੇ ਹਨ, ਤੀਖਣ ਮਦ ਵਿਪਰੀਤ,
ਤੀਕਸ਼ਣ ਮਦ ਜਿਹੜਾ ਜਦੋਂ ਹੰਕਾਰ ਦਾ ਨਸ਼ਾ ਚੜ੍ਹਦਾ ਤੇ ਮਨੁੱਖ ਦੀ ਮਤ ਉਲਟੀ ਹੋ ਜਾਂਦੀ ਹੈ। ਫਿਰ ਨਿਮਰਤਾ ਤੋਂ ਹੰਕਾਰ ਵਾਲੇ ਪਾਸੇ ਚਲਾ ਜਾਂਦਾ ਹੈ। ਪਹਿਲਾਂ ਤਾਂ ਬੜਾ ਝੁਕ ਕਰਕੇ ਹਰ ਸਮੇਂ ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਅਰਦਾਸਾਂ ਕਰਦਾ ਹੈ, ਮਹਾਰਾਜ ਮੈਨੂੰ ਸੁਖ ਬਖਸ਼ੋ, ਮੈਨੂੰ ਧਨ ਪਦਾਰਥਾਂ ਦੀ ਦਾਤ ਬਖਸ਼ੋ, ਹੇ ਗਰੀਬ ਨਵਾਜ ਮੇਰੀਆਂ ਦਾਤਾਂ ਮੇਰੀ ਝੋਲੀ ਵਿੱਚ ਪਾ ਦੇਵ। ਜਦੋਂ ਇਹ ਦਾਤਾਂ ਮਿਲ ਜਾਂਦੀਆਂ ਫਿਰ ਹੰਕਾਰ ਕਰਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕਰਕੇ ਵੀ ਹੰਕਾਰ ਦੇ ਨਸ਼ੇ ਵਿੱਚ ਹੀ ਫਿਰਦਾ ਹੈ। ਫਿਰ ਤਾਂ ਕਦੇ ਝੁਕ ਕਰਕੇ ਪਿਆਰ ਦੇ ਨਾਲ ਨਮਸਕਾਰ ਵੀ ਨਹੀਂ ਮਹਾਰਾਜ ਸਿਵ ਜੀ ਦੇ ਚਰਨਾਂ ਵਿੱਚ ਕਰਦਾ, ਹਰ ਸਮੇਂ ਆਕੜ ਦੇ ਵਿੱਚ ਹੀ ਤੁਰਿਆ ਫਿਰਦਾ ਹੈ। ਏਦਾਂ ਦੀ ਕਹਿੰਦੇ ਮਨੁੱਖ ਦੀ ਜਿਹੜਾ ਸੁਭਾਅ ਬਣ ਜਾਂਦਾ ਹੈ, ਸੁੱਧ ਬੁੱਧ ਵਿਸਰ ਜਾਂਦੀ ਹੈ ਜਦੋਂ ਇਹ ਮਾਇਆ ਦਾ ਮਦ ਨਸ਼ਾ ਚੜ੍ਹਦਾ ਹੈ। ਆਵਦ ਆਕਾਰਥ ਜਾਤ, ਤੇ ਜਿਸ ਕਰਕੇ ਮਨੁੱਖ ਦੀ ਅਵਧਾ ਜਿਹੜੀ ਆਰਬਲਾ ਹੈ, ਉਮਰ ਹੈ, ਆਕਾਰਥ ਹੀ ਚਲੀ ਜਾਂਦੀ ਹੈ। ਇਹ ਪ੍ਰਾਣਾ ਤਾਰੀ ਜੀਵ ਜਿਹੜੀ ਤੇਰੀ ਅਵਧਾ ਉਮਰ ਹੈ, ਇਹ ਅਜਾਈਂ ਬੀਤਦੀ ਜਾ ਰਹੀ ਹੈ। ਸੰਸਾਰ ਦੇ ਅੰਦਰ ਤੂੰ ਹੰਕਾਰ ਦੀ ਨਸ਼ੇ ਵਿੱਚ ਹਰ ਸਮੇਂ ਰਮਿਆ ਰਹਿੰਦਾ, ਕਦੇ ਮਾਇਆ ਦਾ ਕਦੇ ਵਿਸ਼ੇ ਸੁਖਾਂ ਦਾ ਹਰ ਸਮੇਂ ਤੂੰ ਬਾਰ-ਬਾਰ ਨਸ਼ਾ ਕਰਕੇ ਰੱਖਦਾ, ਪਰਮਾਤਮਾ ਨੂੰ ਕਦੇ ਵੀ ਚੇਤੇ ਨਹੀਂ ਕਰਦਾ। ਮਹਾਰਾਜ ਕਹਿੰਦੇ ਅਵਧ ਆਕਾਰਥ ਜਾਤ, ਇਹ ਨਿਸ਼ਚੈ ਕਰਕੇ ਜਾਣ ਕੇ ਤੈਨੂੰ ਮਿਲੀ ਹੋ ਜਿਹੜੀ ਪਰਮਾਤਮਾ ਵੱਲ ਉਮਰ ਹੈ ਨਾ, ਜੀਵਨ ਹੈ, ਇਹ ਆਕਾਰਥ ਹੀ ਬੀਤਦਾ ਜਾ ਰਿਹਾ ਹੈ। ਤੂੰ ਕਿਉਂ ਨਹੀਂ ਪਰਮਾਤਮਾ ਨੂੰ ਚੇਤੇ ਕਰਦਾ, ਕਿਉਂ ਨਹੀਂ ਪਰਮੇਸ਼ਰ ਦਾ ਸ਼ੁਕਰਾਨਾ ਕਰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੈਰਾਗ ਦੀ ਮੂਰਤ ਸਤਿਗੁਰੂ ਜੀ ਦੇ ਪਾਵਨ ਬਚਨ ਹਨ, ਬੀਤ ਜੈ ਹੈ, ਬੀਤ ਜੈ ਹੈ ਜਨਮ ਆਕਾਜ ਰੇ। ਤੇਰਾ ਜਨਮ ਬੀਤਦਾ ਜਾ ਰਿਹਾ ਹੈ, ਬੀਤਦਾ ਜਾ ਰਿਹਾ ਹੈ, ਆਕਾਰਥ ਹੀ ਜਨਮ ਤੇਰਾ ਤੁਰਿਆ ਜਾ ਰਿਹਾ ਹੈ। ਬੀਤ ਜੈ ਹੈ, ਬੀਤ ਜੈ ਹੈ ਜਨਮ ਆਕਾਜ ਰੇ। ਨਿਸ ਦਿਨ ਸੁਨ ਕੈ ਪ੍ਰਾਨ ਸਮਝਤ ਨਹਿਰੇ ਅਜਾਨ, ਕਾਲ ਤਉ ਪਹੁੰਚਿਓ ਆਨ ਕਹਾ ਜੈ ਹੈ ਭਾਜ ਰੇ। ਕਾਲ ਤੇਰੇ ਸਿਰ ਤੇ ਆਇਆ ਖੜਾ, ਕਿੱਥੇ ਭੱਜ ਕੇ ਚਲਾ ਜਾਵੇਂਗਾ। ਕਿਉਂ ਨਹੀਂ ਤੂੰ ਪਰਮਾਤਮਾ ਨੂੰ ਚੇਤੇ ਕਰਦਾ, ਕਿਉਂ ਨਹੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਾ, ਕਿਉਂ ਨਹੀਂ ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦਾ ਧੰਨਵਾਦ ਕਰਦਾ। ਮਹਾਰਾਜ ਕਹਿੰਦੇ ਤੂੰ ਰੱਬ ਦਾ ਸ਼ੁਕਰ ਕਰਿਆ ਕਰ, ਕਿਉਂਕਿ ਤੇਰੀ ਅਹੁਦਾ ਜਿਹੜੀ ਉਮਰ ਹੈ ਅਜਾਈਂ ਬੀਤਦੀ ਜਾ ਰਹੀ ਹੈ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ। ਗਹਿਬਰ ਬਨ ਘੋਰ, ਗਹਿਬਰ ਬਨ ਘੋਰ ਹੈ। ਸਾਧ ਸੰਗਤ ਜੀ, ਜਿਵੇਂ ਜੰਗਲ ਬੜਾ ਡੂੰਘਾ ਤੇ ਬੜਾ ਭਿਆਨਕ ਹੋਵੇ, ਗਹਿਬਰ ਕਹਿੰਦੇ ਸੰਘਣੇ ਨੂੰ। ਜਿਵੇਂ ਪ੍ਰਤੱਖ ਵੀ ਕੋਈ ਜੰਗਲ ਹੋਵੇ, ਕਿੰਨੇ ਕਿੰਨੇ ਕਈ ਵਾਰ ਸੰਘਣੇ ਜੰਗਲ ਹੁੰਦੇ, ਉਹਨਾਂ ਦੇ ਵਿੱਚੋਂ ਲੰਘਣਾ ਵੀ ਬੜਾ ਮੁਸ਼ਕਲ ਹੋ ਜਾਂਦਾ ਹੈ। ਇੰਨੀ ਜ਼ਿਆਦਾ ਉੱਥੇ ਸਾਧ ਸੰਗਤ ਜੀ ਬਨਸਪਤ, ਇੰਨੇ ਜ਼ਿਆਦਾ ਰੁੱਖ ਹੁੰਦੇ ਆ, ਉਹਨਾਂ ਦੇ ਵਿੱਚੋਂ ਲੰਘਣਾ ਵੀ ਦੁੱਤਰ ਹੋ ਜਾਂਦਾ ਹੈ। ਤੇ ਹਜੂਰ ਅਲੰਕਾਰ ਬਣਾ ਕਰਕੇ ਉਪਦੇਸ਼ ਦਿੰਦੇ ਆ, ਕਹਿੰਦੇ ਹਨ ਕਿ ਸੰਸਾਰ ਰੂਪੀ ਜੰਗਲ ਬੜਾ ਹੀ ਇਹ ਭਿਆਨਕ ਤੇ ਬੜਾ ਸੰਘਣਾ ਹੈ। ਤਮਾਮ ਸੰਸਾਰ ਭਰ ਦੇ ਜੀਵ ਜੰਤੂ ਹਨ। ਮਹਾਰਾਜ ਕਹਿੰਦੇ ਬੜਾ ਡੂੰਘਾਈ ਵਾਲਾ ਹੈ ਇਹ ਸੰਸਾਰ ਰੂਪੀ ਜੰਗਲ, ਬੜਾ ਹੀ ਭਿਆਨਕ ਹੈ, ਬਹੁਤ ਭਿਆਨਕ ਹੈ, ਬੜਾ ਸੰਘਲ ਸੰਸਾਰ ਰੂਪੀ ਜੰਗਲ ਹੈ। ਗ੍ਰਹਿ ਮੂਸਤ ਮਨ ਚੋਰ ਹੈ। ਪਰ ਇਹ ਜਿਹੜਾ ਨਿਰਬੁੱਧ ਸੰਸਾਰ ਦੇ ਅੰਦਰ ਜੀਵ ਹੈ ਨਾ, ਬੇਸਮਝ ਹੈ, ਇਹਨੇ ਸੰਸਾਰ ਨੂੰ ਬੜਾ ਸੋਹਣਾ ਰੰਗਲਾ ਸ਼ਹਿਰ ਮੰਨਣਾ ਕੀਤਾ ਕਿ ਬੜਾ ਸੋਹਣਾ ਹੈ ਸੰਸਾਰ। ਜਿਵੇਂ ਬੱਚੇ ਦਾ ਸਾਧ ਸੰਗਤ ਜੀ ਸੁਭਾਅ ਹੁੰਦਾ ਹੈ ਨਾ, ਰੰਗ ਬਰੰਗੀਆਂ ਦੁਕਾਨਾਂ ਦੇਖ ਕਰਕੇ ਮਨ ਪਰਚਾ ਲੈਂਦਾ ਤੇ ਆਪਣੇ ਮਾਤਾ ਪਿਤਾ ਦੇ ਨਾਲ ਵਿਛੜ ਜਾਂਦਾ ਹੈ। ਏਦਾਂ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਜਿਹੜਾ ਬੇਸਮਝ ਜੀਵ ਬੱਚੇ ਦੀ ਤਰ੍ਹਾਂ ਹੈ, ਪਰਮਾਤਮਾ ਨੂੰ ਵਿਸਾਰ ਕੇ ਰੰਗਾਂ ਰੰਗਾਂ ਦੇ ਸੰਸਾਰ ਦੇ ਸੁੱਖਾਂ ਦੇ ਵਿੱਚ ਮਨ ਪਰਚਾਈ ਰੱਖਦਾ ਹੈ। ਤੇ ਮਾਤਾ ਪਿਤਾ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵਿਸਾਰ ਦਿੱਤਾ, ਪਰਮਾਤਮਾ ਨੂੰ ਭੁਲਾ ਹੀ ਦਿੱਤਾ। ਤੇ ਫਿਰ ਇਹ ਜੀਵ ਰੋ ਰੋ ਕਰਕੇ, ਭੁੱਬਾ ਮਾਰ ਮਾਰ ਕਰਕੇ ਰੋਂਦਾ ਜਦੋਂ ਪਤਾ ਲੱਗਦਾ ਕਿ ਮੇਰੇ ਮਾਤਾ ਪਿਤਾ ਵਿਛੜ ਗਏ। ਨਹੀਂ ਤਾਂ ਸੰਸਾਰ ਦੇ ਅੰਦਰ ਹੀ ਹਰ ਸਮੇਂ ਪਰਚਿਆ ਰਹਿੰਦਾ ਹੈ। ਜਦੋਂ ਸੋਝੀ ਆਉਂਦੀ ਹੈ ਨਾ, ਫਿਰ ਪਰਮਾਤਮਾ ਨੂੰ ਚੇਤੇ ਕਰਦਾ, ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰਦਾ, ਮਹਾਰਾਜ ਤੁਹਾਡੇ ਤੋਂ ਬਿਨਾਂ ਮੇਰਾ ਜੀਵਨ ਅਧੂਰਾ ਹੈ। हे ਮਹਾਰਾਜ, ਆਪ ਜੀ ਦੇ ਬਖਸ਼ੇ ਹੋਏ ਸੰਸਾਰ ਦੇ ਬੇਅੰਤ ਭਾਵੇਂ ਸੁੱਖ ਹਨ,
ਪਰ ਤੁਹਾਡੀ ਯਾਦ ਤੋਂ ਬਿਨਾਂ ਮਹਾਰਾਜ ਸੰਸਾਰ ਭਰ ਦੇ ਸਾਰੇ ਸੁੱਖ ਮੇਰੇ ਲਈ ਦੁੱਖ ਰੂਪ ਹਨ। ਕਿਸੇ ਵੀ ਸੁੱਖ ਕਰਕੇ ਮਹਾਰਾਜ ਜੀ ਮੇਰਾ ਮਨ ਸ਼ਾਂਤ ਨਹੀਂ ਹੋਣਾ ਕਰਦਾ। ਔਰ ਇਸ ਪ੍ਰਕਾਰ ਹਜੂਰ ਨੇ ਉਚਾਰਨ ਕੀਤਾ ਕਿ ਗਹਿਬਰ ਬਨ ਘੋਰ हे ਪ੍ਰਾਣ ਧਾਰੀ ਜੀਵ, ਸੰਸਾਰ ਰੂਪੀ ਜਿਹੜਾ ਜੰਗਲ ਹੈ ਬੜਾ ਹੀ ਭਿਆਨਕ ਤੇ ਬੜਾ ਸੰਘਣਾ ਹੈ। ਗ੍ਰਹਿ ਮੂਸਤ ਮਨ ਚੋਰ ਹੈ। ਗ੍ਰਹਿ ਨਾਮ ਘਰ ਦਾ ਹੈ। ਜਿਵੇਂ ਪ੍ਰਤੱਖ ਵੀ ਘਰ ਦੇ ਵਿੱਚ ਸਾਧ ਸੰਗਤ ਜੀ ਚੋਰ ਆ ਕਰਕੇ ਚੋਰੀ ਕਰਕੇ ਲੈ ਜਾਣ, ਲੁਟੇਰੇ ਆ ਕਰਕੇ ਧਨ ਪਦਾਰਥ ਕੀਮਤੀ ਵਸਤੂਆਂ ਆ ਕੇ ਚੁਰਾ ਕੇ ਲੈ ਜਾਣ, ਲੁਟੇਰੇ ਲੁੱਟ ਕਰਕੇ ਲੈ ਜਾਣ, ਤੇ ਮਨੁੱਖ ਸੁੱਤਾ ਹੋਇਆ ਨੂੰ ਪਤਾ ਹੀ ਨਹੀਂ ਚੱਲਦਾ। ਜੇ ਤਾਂ ਘਰ ਦੇ ਵਿੱਚ ਜਾਗਦਾ ਹੋਵੇ, ਪਹਿਰਾ ਦਿੰਦਾ ਹੋਵੇ ਤਾਂ ਪਤਾ ਚੱਲ ਜਾਂਦਾ, ਪਰ ਸੁੱਤਾ ਹੋਇਆ ਮਨੁੱਖ ਸਿਆਣੇ ਕਹਿੰਦੇ ਮਰੇ ਦੇ ਬਰਾਬਰ ਹੁੰਦਾ। ਬੇਸੁਰਤ ਹੋ ਕਰਕੇ ਪਿਆ ਹੁੰਦਾ, ਕੋਈ ਪਤਾ ਨਹੀਂ ਲੱਗਦਾ ਕਿੱਥੇ ਪਿਆ। ਔਰ ਚੋਰ ਚਾਹੇ ਜਿਹੜੇ ਠੱਗ ਹੁੰਦੇ ਆ, ਸਾਧ ਸੰਗਤ ਜੀ ਆ ਕਰਕੇ ਸਾਰਾ ਧਨ ਪਦਾਰਥ ਚੰਗੇ ਚੰਗੀਆਂ ਵਸਤੂਆਂ, ਧਨ ਪਦਾਰਥ ਕੀਮਤੀ ਵਸਤੂਆਂ ਜਿਹੜੇ ਚੁਰਾ ਕੇ ਲੈ ਜਾਂਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਿਰਦਾ ਰੂਪੀ ਘਰ ਹੈ। ਇਹ ਜੀਵ ਅਵਿਦਿਆ ਰੂਪ ਨੀਂਦਰਾ ਦੇ ਵਿੱਚ ਸੁੱਤਾ ਪਿਆ, ਅਗਿਆਨ ਦਾ ਹਨੇਰਾ ਹੈ। ਔਰ ਜੀਵ ਸੁੱਤਾ ਹੋਣੇ ਕਰਕੇ ਪਤਾ ਨਹੀਂ ਚੱਲਦਾ ਕਿਹੜੇ ਵੇਲੇ ਵਿਕਾਰਾਂ ਰੂਪੀ ਚੋਰ ਸੰਨ ਲਾ ਕੇ ਸ਼ੁਭ ਗੁਣਾ ਰੂਪੀ ਪਦਾਰਥਾਂ ਨੂੰ ਚੁਰਾ ਕੇ ਲੈ ਜਾਂਦੇ ਹਨ। ਹਜੂਰ ਦਾ ਮੁੱਖ ਵਾਕ ਹੈ, ਇਸ ਦੇਹੀ ਅੰਦਰ ਪੰਜ ਚੋਰ ਵਸਹਿ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁਟਹਿ ਮਨ ਮੁਖ ਨਹੀਂ ਬੂਝਹਿ, ਕੋਈ ਨਾ ਸੁਣੈ ਪੁਕਾਰਾ। ਕਹਿੰਦੇ ਕੋਈ ਵੀ ਪੁਕਾਰ ਨਹੀਂ ਸੁਣਦਾ। ਮਨਮੁਖ ਬੰਦੇ ਨੂੰ ਪਤਾ ਹੀ ਨਹੀਂ ਕਿ ਮੇਰੇ ਅੰਦਰ ਵਿਕਾਰਾਂ ਰੂਪੀ ਚੋਰ ਸੰਨ ਲਾ ਕੇ ਬੈਠੇ ਹਨ। ਹੋਰਾਂ ਦੇ ਦੋਸ਼ ਤਾਂ ਦੇਖੀ ਜਾਂਦਾ ਕਿ ਫਲਾਣਾ ਬੰਦਾ ਦੋਸ਼ੀ ਹੈ, ਆ ਵੀ ਔਗਣ ਹੈ ਫਲਾਣੇ ਬੰਦੇ ਦੇ ਅੰਦਰ, ਆ ਵੀ ਅੰਦਰ ਦੋਸ਼ ਹੈ, ਇੰਨਾ ਵੱਡਾ ਉਹ ਦੋਸ਼ ਕਰਦਾ, ਇਹਨੇ ਪਾਪ ਕਰਦਾ, ਪਰ ਆਪਣੇ ਅੰਦਰ ਕਦੇ ਵੀ ਝਾਤ ਮਾਰ ਕਰਕੇ ਦੇਖਦਾ ਨਹੀਂ ਹੈ। ਹੋਰ ਦੂਜਿਆਂ ਦੇ ਭਾਵੇਂ ਬੜਾ ਮਜ਼ਾਕ ਉਡਾਉਂਦਾ, ਬੜੇ ਮਖੌਲ ਕਰਦਾ ਰਹਿੰਦਾ ਹੈ, ਬੜੀਆਂ ਡੀਂਗਾ ਮਾਰਦਾ ਰਹਿੰਦਾ ਹੈ, ਪਰ ਆਪਣੇ ਅੰਦਰ ਕਦੇ ਵੀ ਮਨੁੱਖ ਦੇਖਦਾ ਨਹੀਂ ਹੈ। ਪਰ ਗਰੀਬ ਨਵਾਜ ਸਤਿਗੁਰੂ ਜੀ ਹਕੀਕਤ ਦੱਸ ਰਹੇ ਹੈ, ਮਹਾਰਾਜ ਸੱਚ ਬਿਆਨ ਕਰ ਰਹੇ ਹਨ। हे ਪ੍ਰਾਣਾ ਧਾਰੀ ਜੀਵ, ਗ੍ਰਹਿ ਮੂਸਤ, ਫਿਰ ਹਿਰਦੇ ਰੂਪੀ ਘਰ ਦੇ ਵਿੱਚੋਂ ਜਿਹੜੇ ਵਿਕਾਰਾਂ ਰੂਪੀ ਚੋਰ ਹੈ ਨਾ, ਸ਼ੁਭ ਪਦਾਰਥਾਂ ਰੂਪੀ ਜੋ ਸ਼ੁਭ ਗੁਣਾ ਰੂਪੀ ਪਦਾਰਥਾਂ ਨੂੰ ਚੁਰਾਈ ਜਾ ਰਹੇ ਹਨ। ਔਰ ਇਸੇ ਪ੍ਰਕਾਰ ਇੱਕ ਸ਼ੁੱਧ ਮਨ ਹੁੰਦਾ ਹੈ ਅਤੇ ਇੱਕ ਅਸ਼ੁੱਧ ਮਨ ਹੁੰਦਾ ਹੈ। ਇੱਕ ਸ਼ੁੱਧ ਅਤੇ ਦੂਜਾ ਅਸ਼ੁੱਧ। ਸਾਧ ਸੰਗਤ ਜੀ ਜਿਹੜਾ ਸ਼ੁੱਧ ਮਨ ਹੈ, ਜੇ ਅਵਿਦਿਆ ਰੂਪ ਨੀਂਦਰਾ ਵਿੱਚ ਸੁੱਤਾ ਪਿਆ ਹੈ ਨਾ, ਤੇ ਫਿਰ ਅਸ਼ੁੱਧ ਮਨ ਇਹ ਚੋਰ ਬਣ ਕਰਕੇ ਸ਼ੁੱਧ ਮਨ ਦੇ ਸ਼ੁਭ ਗੁਣਾ ਰੂਪੀ ਪਦਾਰਥਾਂ ਨੂੰ ਚੁਰਾਈ ਜਾਂਦਾ ਹੈ। ਸੰਸਾਰ ਦੇ ਵਿਸ਼ੇ ਵਾਸ਼ਨਾ ਦੀ ਵੀ ਜ਼ਿੰਦਗੀ ਜਿਹੜਾ ਮਨੁੱਖ ਦੀ ਲੰਘਾਈ ਜਾ ਰਿਹਾ ਹੈ। ਵਿਸ਼ੇ ਵਿਕਾਰਾਂ ਦੇ ਅਧੀਨ ਕਰਕੇ ਸੰਸਾਰ ਦੇ ਅੰਦਰ ਜੀਵ ਨੂੰ ਪਰਚਾਈ ਜਾ ਰਿਹਾ ਹੈ। ਤੇ ਇਹ ਮਨੁੱਖ ਅਵਿਦਿਆ ਦੀ ਨੀਂਦਰਾ ਵਿੱਚ ਘੁੱਪ ਸੁੱਤਾ ਪਿਆ, ਕਦੇ ਵੀ ਰੱਬ ਨੂੰ ਚੇਤੇ ਨਹੀਂ ਕਰ ਸਕਦਾ। ਦਿਨ ਕਰੋ ਅਨ ਦਿਨ ਖਾਤ। ਤੇ ਮਹਾਰਾਜ ਜਿਹੜੇ ਸੰਸਾਰ ਦੇ ਅੰਦਰ ਮਿਲੇ ਹੋਏ ਸਾਨੂੰ ਜ਼ਿੰਦਗੀ ਦੇ ਚਾਰ ਦੇਣੇ ਆ ਨਾ, ਉਹ ਖਾਦ ਸੰਸਾਰ ਦੇ ਪਦਾਰਥਾਂ ਨੂੰ ਖਾਦ ਖਾਂਦੀਆਂ ਹੋਈ ਮਹਾਰਾਜ ਸਾਡੇ ਲੰਘਦੇ ਜਾ ਰਹੇ ਹਨ। ਦਿਨ ਕਰੋ ਅਨ ਦਿਨ ਖਾਤ। ਮਹਾਰਾਜ ਦਿਨ ਕਰੋ, ਜਿਵੇਂ ਸੂਰਜ ਚੜ੍ਹੇ ਤੇ ਸਾਧ ਸੰਗਤ ਜੀ ਚੋਰਾਂ ਦਾ ਪਤਾ ਲੱਗ ਜਾਂਦਾ। ਦਿਨੇ ਤਾਂ ਕੋਈ ਆ ਕਰਕੇ ਚੋਰ ਨਹੀਂ ਨਾ ਚੋਰੀ ਕਰਦਾ, ਸਾਹਮਣੇ ਜੇਕਰ ਕੋਈ ਜਾਗਦਾ ਹੋਵੇ, ਸੁੱਤਿਆਂ ਪਿਆ ਹੀ ਚੋਰ ਵੀ ਦਾ ਲਾਉਂਦੇ ਆ। ਇਸੇ ਤਰ੍ਹਾਂ ਜਦੋਂ ਮਨੁੱਖ ਅਵਿਦਿਆ ਦੀ ਨੀਂਦਰਾ ਵਿੱਚ ਸੌਂ ਜਾਂਦਾ, ਅਗਿਆਨ ਦਾ ਹਨੇਰਾ ਹੁੰਦਾ ਹਿਰਦੇ ਘਰ ਦੇ ਵਿੱਚ, ਗਿਆਨ ਰੂਪੀ ਸੂਰਜ ਨਾ ਚੜ੍ਹਨੇ ਕਰਕੇ ਵਿਕਾਰਾਂ ਰੂਪੀ ਚੋਰ ਵੀ ਉਦੋਂ ਸੰਨ ਲਾਉਂਦੇ ਜਦੋਂ ਜੀਵ ਦਾ ਮਨ ਸੁੱਤਾ ਹੁੰਦਾ। ਜਾਗਰਤ ਅਵਸਥਾ ਵਿੱਚ ਨਹੀਂ ਹੁੰਦਾ, ਉਦੋਂ ਫਿਰ ਵਿਕਾਰਾਂ ਰੂਪੀ ਚੋਰ ਆ ਕਰਕੇ ਸੰਨ ਲਾ ਜਾਂਦੇ ਹਨ। ਤੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਗੁਰਸਿੱਖ ਬੇਨਤੀ ਕਰਿਆ ਕਰ ਪ੍ਰਮਾਤਮਾ ਦੇ ਚਰਨਾਂ ਵਿੱਚ, हे ਪ੍ਰਮਾਤਮਾ, हे ਅਕਾਲ ਪੁਰਖ ਜੀ, ਦਿਨ ਕਰੋ ਅਨ ਦਿਨ ਖਾਤ। ਮਹਾਰਾਜ ਅਵਿਦਿਆ ਦੀ ਨੀਂਦਰਾ ਵਿੱਚ ਸੁੱਤਿਆ ਹੋਇਆ ਸੰਸਾਰ ਦੇ ਪਦਾਰਥਾਂ ਨੂੰ ਛਕਦਿਆਂ ਹੋਏ ਮਹਾਰਾਜ ਅਨ ਤੇ ਦਿਨ, ਰਾਤ ਤੇ ਦਿਨ ਸਾਡਾ ਬੀਤਦਾ ਜਾ ਰਿਹਾ ਹੈ। ਇਸ ਕਰਕੇ ਦਿਨ ਕਰੋ। ਮਹਾਰਾਜ ਸਾਡੇ ਹਿਰਦੇ ਰੂਪ ਘਰ ਦੇ ਵਿੱਚ ਗਿਆਨ ਰੂਪੀ ਸੂਰਜ ਆਪ ਜੀ ਪ੍ਰਗਟ ਕਰ ਦੇਵੋ।
ਜਿਸ ਕਰਕੇ ਮਹਾਰਾਜ ਆਪ ਜੀ ਦੀਆਂ ਉਪਦੇਸ਼ ਰੂਪੀ ਕਿਰਨਾਂ ਦੇ ਨਾਲ, ਮਹਾਰਾਜ ਗਿਆਨ ਰੂਪੀ ਪ੍ਰਤੀਬਿੰਬ ਦੇ ਨਾਲ ਸਾਡਾ ਮਨ ਰੂਪ ਜੀਵ ਫਿਰ ਜਾਗਰਤ ਅਵਸਥਾ ਵਿੱਚ ਰਹੇਗਾ। ਨਹੀਂ ਤਾਂ ਮਹਾਰਾਜ ਸੁੱਤਾ ਹੀ ਰਹਿੰਦਾ, ਅਵਿਦਿਆ ਨੀਂਦਰਾ ਵਿੱਚ ਸੁੱਤਾ ਰਹਿੰਦਾ ਤੇ ਵਿਕਾਰਾਂ ਰੂਪੀ ਚੋਰ ਦਾਲ ਆ ਜਾਂਦੇ, ਸਨ ਲਾ ਕੇ ਚੁਰਾਈ ਜਾ ਰਹੇ ਨੇ। हे ਗਰੀਬ ਨਵਾਜ ਦਿਨ ਕਰੋ, ਮਹਾਰਾਜ ਸਾਡੇ ਹਿਰਦੇ ਰੂਪ ਘਰ ਦੇ ਵਿੱਚ ਕਿਰਪਾ ਕਰੋ। ਗਿਆਨ ਰੂਪੀ ਸੂਰਜ ਚੜ੍ਹ ਕਰਕੇ ਮਹਾਰਾਜ ਪ੍ਰਕਾਸ਼ ਕਰ ਦੇਵੋ ਜੀ। ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨ, ਪ੍ਰਭੂ ਦੇ ਸਿਮਰਨ ਤੋਂ ਬਿਨਾ ਇਹ ਜੀਵ ਦੇ ਜਿਹੜੇ ਦਿਨ ਬਰ ਦਿਨ ਉਮਰਾਂ ਹੈ ਨਾ, ਅਕਾਰਥ ਹੀ ਬੀਤਦੀ ਜਾ ਰਹੀ ਹੈ। ਦਿਨ ਖਾਤ, ਦਿਨ ਪ੍ਰਤੀ ਦਿਨ ਇਸ ਸੰਸਾਰ ਦੇ ਕਦੇ ਪਦਾਰਥਾਂ ਨੂੰ ਖਾਂਦਾ ਰਹਿੰਦਾ ਹੈ, ਕਦੇ ਵਿਸ਼ੇ ਸੁੱਖਾਂ ਨੂੰ ਭੋਗਣ ਦੇ ਵਿੱਚ ਹਰ ਸਮੇਂ ਪਰਚਿਆ ਰਹਿੰਦਾ ਹੈ। ਤਰ੍ਹਾਂ ਤਰ੍ਹਾਂ ਦੇ ਪਕਵਾਨ ਜ਼ੁਬਾਨ ਦੇ ਰਸ ਕਰਕੇ ਨਾ ਖਾਣੇ ਯੋਗ ਪਦਾਰਥਾਂ ਨੂੰ ਵੀ ਖਾਈ ਜਾਂਦਾ ਹੈ। ਤਾਂ ਭਾਰੇ ਜੀਵ ਨੂੰ ਪ੍ਰਮਾਤਮਾ ਨੇ ਸ਼ਾਕਾਹਾਰੀ ਬਣਾਇਆ, ਪਰ ਸਾਧ ਸੰਗਤ ਜੀ ਮਾਛਾਹਾਰੀ ਬਣ ਕਰਕੇ ਨਾ ਖਾਣੇ ਯੋਗ ਪਦਾਰਥਾਂ ਨੂੰ ਵੀ ਖਾਈ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਆਰਬਲਾ ਅਜਾਈਂ ਬੀਤਦੀ ਜਾ ਰਹੀ ਹੈ, ਪਤਾ ਨਹੀਂ ਚੱਲਦਾ ਪਿਆ ਕਿ ਜ਼ਿੰਦਗੀ ਕਿੱਦਾਂ ਲੰਘਦੀ ਜਾ ਰਹੀ ਹੈ। ਕਦੇ ਵੀ ਜੀਵ ਦੇ ਚਿੱਤ ਵਿੱਚ ਆਉਂਦਾ ਨਹੀਂ ਕਿ ਮੇਰੀ ਉਮਰ ਘਟਦੀ ਜਾਂਦੀ ਹੈ, ਕਦੇ ਵੀ ਨਹੀਂ ਮਹਾਰਾਜ ਕਹਿੰਦੇ ਚੇਤੇ ਕਰਦਾ। ਇਸ ਕਰਕੇ ਹਜੂਰ ਕਹਿੰਦੇ ਖਾਤ ਜਾਤ ਬਿਹਾਤ ਪ੍ਰਭ ਬਿਨ, हे ਜੀਵ ਤੇਰੀ ਉਮਰ ਜਿਹੜੀ ਹੈ ਨਾ ਪ੍ਰਭੂ ਤੇ ਬਿਨਾ ਵਿਅਰਥ ਹੀ ਤੁਰੀ ਜਾ ਰਹੀ ਹੈ। ਮਿਲਹੁ ਪ੍ਰਭ ਕਰੁਣਾ ਫਤੇ, ਤੇ ਮਹਾਰਾਜ ਫਿਰ ਮੈਂ ਕੀ ਕਰਾਂ ਜਿਸ ਕਰਕੇ ਮੇਰਾ ਜੀਵਨ ਸਫਲਾ ਹੋ ਜਾਵੇ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹੈ ਗੁਰਸਿੱਖ ਪਰਮਾਤਮਾ ਜੀ ਦੀ ਸਨਮੁਖ ਹੋ ਕਰਕੇ ਅਰਦਾਸਾਂ ਕਰਿਆ ਕਰ। ਐ ਪਰਮਾਤਮਾ ਮਿਲਹੁ ਪ੍ਰਭ ਕਰੁਣਾ ਪਤੇ, हे ਕਿਰਪਾ ਦੇ ਕਰਨ ਵਾਲੇ ਸਾਰੀ ਸ੍ਰਿਸ਼ਟੀ ਦੇ ਮਾਲਕ ਹੈ ਪਤੀ ਪਰਮੇਸ਼ਵਰ ਜੀ, ਆਪ ਕਿਰਪਾ ਕਰੋ ਮਹਾਰਾਜ ਮੈਨੂੰ ਮਿਲ ਪਾਵੋ। ਮਹਾਰਾਜ ਤੁਹਾਡੇ ਸਰੂਪ ਦੇ ਨਾਲ ਮਿਲਾਪ ਹੋਵੇਗਾ ਨਾ, ਤਾਂ ਹੀ ਮਹਾਰਾਜ ਮੇਰਾ ਜੀਵਨ ਸਫਲਾ ਹੋਵੇਗਾ, ਤਾਂ ਹੀ ਮੇਰਾ ਲੋਕ ਪਰਲੋਕ ਸਵਾਰਿਆ ਜਾਵੇਗਾ। ਮਹਾਰਾਜ ਆਪ ਕਿਰਪਾ ਕਰਕੇ ਮੈਨੂੰ ਮਿਲਣਾ ਕਰੋ। ਜਨਮ ਮਰਨ ਅਨੇਕ ਬੀਤੇ, ਕਿਉਂਕਿ ਸਾਡੇ ਅਨੇਕਾਂ ਹੀ ਜਨਮ ਹੋਏ ਆ, ਅਨੇਕਾਂ ਵਾਰ ਮਰੇ ਹਾਂ, ਇਹ ਪਤਾ ਨਹੀਂ ਕਿੰਨੇ ਕੁ ਜਨਮ ਸਾਡੇ ਬੀਤੇ ਹਨ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਹਾਰਾਜ ਇੱਕ ਇੱਕ ਜੂਨ ਦੇ ਵਿੱਚ ਕਈ ਜਨਮ ਧਾਰੇ ਸਨ, ਫੇਰ ਮੌਤ ਹੋ ਗਈ, ਫੇਰ ਜਨਮ ਧਾਰੇ, ਫੇਰ ਮਹਾਰਾਜ ਮੌਤ ਦੇ ਮਾਰੇ ਹੋ ਮਰ ਗਏ ਸਨ। ਹੁਣ ਆਪਨੇ ਕਿਰਪਾ ਕੀਤੀ ਹੈ, हे ਗਰੀਬ ਨਵਾਜ ਆਪਣੇ ਚਰਨਾਂ ਦਾ ਪਿਆਰ ਸਾਡੇ ਹਿਰਦੇ ਵਿੱਚ ਲਗਾ ਦੇਵੋ। ਹੁਣ ਮਹਾਰਾਜ ਥੱਕ ਹਾਰ ਕੇ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਆ। हे ਗਰੀਬ ਨਵਾਜ ਜਿਉ ਭਾਵੈ ਤਿਉ ਰੱਖ ਲੈ, ਹਮ ਸ਼ਰਨ ਪ੍ਰਭ ਆਏ RAM ਰਾਜੇ, ਹਮ ਭੂਲ ਵਿਗਾੜਹਿ ਦਿਨ ਸਰਾਤ, ਹਰ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ, ਜਨ ਨਾਨਕ ਦਾਸ ਹਰ ਕਾਂਢਿਆ, ਹਰ ਪੈਜ ਰਖਾਏ। हे ਗਰੀਬ ਨਵਾਜ ਕਿਰਪਾ ਕਰੋ ਸਾਡੀ ਪਦ ਇੱਜ਼ਤ ਰੱਖ ਲਓ। ਮਹਾਰਾਜ ਬੱਚਾ ਗਲਤੀ ਕਰਦਾ ਹੈ ਤੇ ਮਾਤਾ ਪਿਤਾ ਝਿੜਕ ਕੇ ਫੇਰ ਗਲ ਦੇ ਨਾਲ ਲਗਾ ਲੈਂਦੇ ਹਨ। हे ਗਰੀਬ ਨਵਾਜ ਅਸੀਂ ਬੇਸਮਝ ਹਾਂ, ਬੱਚੇ ਹਾਂ, ਇਆਣੇ ਆ, ਬਾਰ-ਬਾਰ ਭੁੱਲਾਂ ਕਰਦੇ ਆ। ਕਿਰਪਾ ਕਰੋ ਮਹਾਰਾਜ ਸਾਡੀਆਂ ਭੁੱਲਾਂ ਨੂੰ ਬਖਸ਼ ਕਰਕੇ ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਲਓ। ਮਹਾਰਾਜ ਕਹਿੰਦੇ ਗੁਰਸਿੱਖ ਇਉਂ ਬੇਨਤੀ ਕਰਿਆ ਕਰ, हे ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਜਨਮ ਮਰਨ ਅਨੇਕ ਬੀਤੇ। ਮਹਾਰਾਜ ਅਨੇਕਾਂ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਕਿੰਨੇ ਕੁ ਜਨਮ ਤੇ ਸਾਡੇ ਮਰਨ ਹੋਏ ਐ, ਕਿੰਨੀ ਕੁ ਵਾਰ ਸਾਡਾ ਜਨਮ ਹੋਇਆ, ਫਿਰ ਮੌਤ ਦੇ ਮਾਰੇ ਹੋਏ ਮਰੇ ਸਾ। ਪ੍ਰਿਯ ਸੰਗ ਬਿਨ ਕਛ ਨਹਿ ਗਤੇ, ਪਰ ਪ੍ਰਿਯ ਪਿਆਰੇ ਅਕਾਲ ਪੁਰਖ ਪਰਮੇਸ਼ਰ ਦੇ ਸੰਗਤ ਮਿਲਣ ਤੋਂ ਬਿਨਾ ਮਹਾਰਾਜ ਕਹਿੰਦੇ ਨਹਿ ਕਛ ਗਤੇ, ਕਿਤੇ ਵੀ ਮਹਾਰਾਜ ਸਾਡੀ ਗਤੀ ਨਹੀਂ ਹੋਈ ਤੇ ਨਾ ਹੀ ਆਉਣ ਵਾਲੀ ਸਮੇਂ ਵਿੱਚ ਹੋ ਸਕੇਗੀ। ਜਦੋਂ ਤੱਕ ਜੀਵ ਪ੍ਰਮਾਤਮਾ ਦੀ ਅਭੇਦਤਾ ਨਹੀਂ ਨਾ ਪਾਉਂਦਾ ਉਦੋਂ ਤੱਕ ਅਧੂਰਾ ਹੀ ਰਹਿੰਦਾ ਹੈ। ਕਈ ਵਾਰ ਸੁਭਾਵਕ ਹੀ ਆਪਾਂ ਕਹਿ ਦਿੰਦੇ ਆ ਜੀ ਫਲਾਣਾ ਮਨੁੱਖ ਪੂਰਾ ਹੋ ਗਿਆ, ਪੰਜ ਭੌਤਿਕ ਸਰੀਰ ਨੂੰ ਤਿਆਗ ਦਿੰਦਾ, ਮਨੁੱਖ ਦੀ ਮੌਤ ਹੋਈ ਤੇ ਕਿਹਾ ਜਾਂਦਾ ਜੀ ਪੂਰਾ ਹੋ ਗਿਆ।
ਪਰ ਗੁਰਮਤਿ ਦੇ ਦਾਇਰੇ ਵਿੱਚ ਗੁਰਮਤਿ ਅਨੁਸਾਰ ਉਹ ਮਨੁੱਖ ਪੂਰਾ ਹੁੰਦਾ ਹੈ ਜਿਹੜਾ ਪੂਰੇ ਪ੍ਰਮਾਤਮਾ ਦੇ ਨਾਲ ਮਿਲਦਾ ਹੈ, ਜਿਹੜਾ ਆਪਣੀ ਜੀਵਨ ਯਾਤਰਾ ਨੂੰ ਪੂਰੀਆਂ ਕਰਕੇ ਜਾਂਦਾ ਹੈ। ਕਿਉਂਕਿ ਇੱਕ ਯਾਤਰਾ ਮਨੁੱਖ ਆਪਣੀ ਬਾਹਰ ਦੀ ਕਰਦਾ ਤਨ ਕਰਕੇ, ਤੇ ਦੂਜੀ ਯਾਤਰਾ ਮਨ ਕਰਕੇ ਕਰਦਾ ਪਿਆ। ਤੇ ਸਾਧ ਸੰਗਤ ਜੀ, ਜੇ ਮਨ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਦੀ ਯਾਤਰਾ ਪੂਰੀ ਨਹੀਂ ਨਾ ਹੋਈ, ਫਿਰ ਜਾਣੋ ਕਿ ਅਜੇ ਅਧੂਰਾ ਹੈ, ਅਜੇ ਪੂਰਾ ਨਹੀਂ ਹੋ ਸਕਿਆ। ਪੂਰਾ ਤਾਂ ਹੁੰਦਾ ਹੈ ਜੇ ਪੂਰੇ ਪਰਮੇਸ਼ਰ ਦੇ ਗੁਣ ਗਾ ਕੇ ਪੂਰੇ ਪਰਮਾਤਮਾ ਦੀ ਅਭੇਦਤਾ ਪਾਉਂਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਉਂਦੇ ਆ, ਫਿਰ ਇਹ ਪੰਕਤੀ ਪੜੋ ਜੀ। ਜਨਮ ਮਰਨ ਅਨੇਕ ਬੀਤੇ, हे ਮਹਾਰਾਜ ਸਾਡੇ ਜੰਮਣ ਤੇ ਮਰਨ ਅਨੇਕਾਂ ਹੀ ਬੀਤੇ ਹਨ, ਪ੍ਰੇ ਸੰਗ ਬਿਨ ਕਛ ਨਹਿ ਗਤੇ। ਪਰ ਪਰਮੇਸ਼ਰ ਆਪ ਜੀ ਦੀ ਪ੍ਰਾਪਤੀ ਤੋਂ ਬਿਨਾ ਸਾਡੀ ਕਿਸੇ ਵੀ ਥਾਂ ਤੇ ਗਤੀ ਨਹੀਂ ਹੋਈ। ਬਹੁਤੇ ਯਤਨ ਕਰ ਕਰਕੇ ਦੇਖ ਲਏ, ਬੜੇ ਸਾਧਨ ਵੀ ਮਹਾਰਾਜ ਕਰ ਕਰਕੇ ਦੇਖ ਲਏ, ਪਰ ਕਿਤੇ ਵੀ ਸਾਡੀ ਗਤੀ ਨਾ ਹੋ ਸਕੀ। ਕਿਸੇ ਵੀ ਸਾਧਨ ਕਰਨ ਦੇ ਨਾਲ ਮਹਾਰਾਜ ਬਹੁਤਿਆਂ ਦੀ ਸ਼ਰਨ ਵੀ ਧਾਰਨ ਕਰ ਕਰਕੇ ਦੇਖ ਲਈ। हे ਗਰੀਬ ਨਵਾਜ, ਗੰਗਾ ਗਏ ਤੇ ਗੰਗਾ ਰਾਮ ਬਣ ਗਏ, ਜਮਨਾ ਗਏ ਤੇ ਜਮਨਾ ਦਾਸ ਬਣ ਗਏ, ਭੇਖ ਵੀ ਨਾਮ ਵੀ ਕਈ ਤਰ੍ਹਾਂ ਦੇ ਬਣਾ ਕਰਕੇ ਦੇਖ ਲਏ ਸਨ। ਪਰ हे ਪ੍ਰਭੂ ਪਰਮਾਤਮਾ ਜੀ, ਆਪ ਜੀ ਦੀ ਸਰੂਪ ਦੀ ਅਭੇਦਤਾ ਬਿਨਾਂ ਸਾਡੀ ਕਿਤੇ ਵੀ ਗਤੀ ਨਹੀਂ ਹੋਈ। ਮਹਾਰਾਜ ਨਾ ਹੀ ਆਉਣ ਵਾਲੀ ਸਾਡੀ ਸਮੇਂ ਵਿੱਚ ਕਿਤੇ ਗਤੀ ਹੋਣ ਵਾਲੀ ਹੈ। ਇਸ ਕਰਕੇ ਮਿਲੋ ਪ੍ਰਭ ਕਰਨਾ ਪਤੇ। हे ਪ੍ਰਭੂ ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਮਿਲਣਾ ਕਰੋ। ਕੁਲ ਰੂਪ ਧੂਪ ਅਗਿਆਨਹੀਨੀ, हे ਮਹਾਰਾਜ ਸੱਚੇ ਪਾਤਸ਼ਾਹ, ਨਾ ਤਾਂ ਸਾਡੀ ਕੋਈ ਚੰਗੀ ਕੁਲ ਹੈ ਮਹਾਰਾਜ, ਨਾ ਸਾਡਾ ਪ੍ਰਤੱਖ ਚੰਗਾ ਕੋਈ ਸਰੂਪ ਹੈ, ਨਾ ਹੀ ਮਹਾਰਾਜ ਧੂਪ ਤੁਹਾਡਾ ਅਸੀਂ ਜਸ ਕਰਦੇ ਹਾਂ। ਤੇ ਫਿਰ ਗਿਆਨਹੀਨੀ ਮਹਾਰਾਜ, ਅਸੀਂ ਗਿਆਨ ਤੋਂ ਵੀ ਹੀਣੇ ਹਾਂ। ਤੁਝ ਬਿਨਾ ਮੋਹਿ ਕਵਨ ਮਾਤ, हे ਮਹਾਰਾਜ ਤੁਹਾਡੇ ਤੋਂ ਬਿਨਾ ਸਾਡੇ ਕੌਣ ਹੈ ਜਿਹੜਾ ਮਾਤਾ ਪਿਤਾ ਦੀ ਤਰ੍ਹਾਂ ਸਾਨੂੰ ਸਮਝਾ ਕੇ ਚੰਗੇ ਪਾਸੇ ਲਗਾ ਸਕੇ। ਕਿਉਂਕਿ ਮਹਾਰਾਜ ਅਸੀਂ ਗਿਆਨ ਤੋਂ ਵੀ ਹੀਣੇ ਹਾਂ। ਔਰ ਅੰਤਰੀਵ ਭਾਵ ਵਿੱਚ ਹਜੂਰ ਫਰਮਾਉਂਦੇ ਆ, ਫਿਰ ਇਹ ਪੰਕਤੀ ਪੜੋ ਜੀ। ਕੁਲ ਰੂਪ ਧੂਪ ਅਗਿਆਨਹੀਨੀ, ਮਹਾਰਾਜ ਸਾਡੀ ਕੋ ਸ੍ਰੇਸ਼ਟ ਕੁਲ ਵੀ ਨਹੀਂ ਹੈ, ਨੀਵੀਂ ਜਾਤ ਦੇ ਵੀ ਸਾਡਾ ਜਨਮ ਹੋਇਆ ਹੈ। हे ਗਰੀਬ ਨਵਾਜ, ਨੀਚ ਕਰਮ ਹੋਣੇ ਕਰਕੇ ਸਾਡੀ ਕੁਲ ਵੀ ਚੰਗੀ ਨਹੀਂ ਹੈ। ਫਿਰ ਰੂਪ ਸਾਡੇ ਹਿਰਦਾ ਵੀ ਜਿਹੜਾ ਸ਼ੁੱਧ ਨਾ ਹੋਣ ਕਰਕੇ, ਹਿਰਦੇ ਦੀ ਸਫਾਈ ਨਾ ਹੋਣੇ ਕਰਕੇ ਮਹਾਰਾਜ ਅਸੀਂ ਕੁਰੂਪ ਹਾਂ। ਫਿਰ ਗਰੀਬ ਨਵਾਜ ਧੂਪ ਤੁਹਾਡਾ ਜਸ ਵੀ ਅਸੀਂ ਨਹੀਂ ਕਰਦੇ ਮਹਾਰਾਜ। ਸੰਸਾਰ ਦੀਆਂ ਧੂਪਾਂ ਦਿਖਾਉਂਦੇ ਰਹਿੰਦੇ, ਕਦੇ ਕਿਸੇ ਅੱਗੇ ਜਾ ਕੇ, ਕਦੇ ਕਿਸੇ ਅੱਗੇ ਜਾ ਕੇ ਪੂਜਨ ਕਰਦੇ ਰਹਿੰਦੇ ਹਾਂ। ਮਹਾਰਾਜ ਤੁਹਾਡੀ ਪ੍ਰਾਪਤੀ ਦਾ ਗਿਆਨ ਵੀ ਸਾਡੇ ਹਿਰਦੇ ਅੰਦਰ ਨਹੀਂ ਹੈ ਮਹਾਰਾਜ, ਗਿਆਨ ਤੋਂ ਵੀ ਅਸੀਂ ਹੀਣੇ ਹਾਂ। ਤੁਝ ਬਿਨਾ ਮੋਹਿ ਕਵਨ ਮਾਤ, हे ਪ੍ਰਮਾਤਮਾ ਜੀ, ਆਪ ਜੀ ਤੋਂ ਬਿਨਾ ਸਾਡੀ ਚਿੱਤ ਬਿਰਤੀ ਨੂੰ ਮਾਤ ਮਸਤ ਕੌਣ ਕਰ ਸਕਦਾ ਹੈ? ਸਾਡੇ ਮਨ ਨੂੰ ਮਹਾਰਾਜ ਇਕਾਗਰ ਕੌਣ ਬਣਾ ਸਕਦਾ ਹੈ? ਸਾਨੂੰ ਤਾਂ ਕੋਈ ਸਮਝ ਨਹੀਂ ਹੈ, ਅਸੀਂ ਬੇਸਮਝ ਹਾਂ, ਬੱਚੇ ਹਾਂ, ਇਆਣੇ ਆ। ਤੇ ਮਹਾਰਾਜ ਤੁਝ ਬਿਨਾ ਮੋਹਿ ਕੌਣ ਮਾਤ, ਤੁਹਾਡੇ ਤੋਂ ਬਿਨਾ ਸਾਨੂੰ ਕੌਣ ਮਾਤ ਪਾਉਣ ਵਾਲਾ ਹੈ? ਕੌਣ ਸਮਝਾਉਣ ਵਾਲਾ ਹੈ? ਕੌਣ ਚੰਗੀ ਅਕਲ ਦੇਣ ਵਾਲਾ? ਮਹਾਰਾਜ ਕੋਈ ਵੀ ਸੰਸਾਰ ਅੰਦਰ ਨਹੀਂ ਹੈ। ਹਰ ਕੋਈ ਮਹਾਰਾਜ ਸੰਸਾਰ ਦੇ ਮੋਹ ਰੂਪੀ ਖੂਹ ਦੇ ਵਿੱਚ ਹੀ ਮਹਾਰਾਜ ਸੁੱਟਣਾ ਚਾਹੁੰਦਾ ਹੈ। हे ਗਰੀਬ ਨਵਾਜ, ਮੋਹ ਰੂਪੀ ਦਲਦਲ ਦੇ ਵਿੱਚ ਹਰ ਕੋਈ ਫਸਾਉਣਾ ਚਾਹੁੰਦਾ ਹੈ। ਕੋਈ ਵੀ ਮਹਾਰਾਜ ਤੁਹਾਡੇ ਤੋਂ ਬਿਨਾ ਨਹੀਂ ਹੈ ਜੋ ਸਾਡੇ ਮਨ ਨੂੰ ਇਕਾਗਰ ਕਰਨ ਵਾਲਾ ਹੋਵੇ। हे ਗਰੀਬ ਨਵਾਜ, ਤੁਹਾਡੇ ਤੋਂ ਬਿਨਾ ਸਾਨੂੰ ਕਿਸੇ ਤੇ ਕੋਈ ਮਾਣ ਨਹੀਂ ਹੈ। ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। हे ਮਹਾਰਾਜ, ਆਪ ਜੀ ਦੇ ਸਰੂਪ ਦੇ ਉੱਪਰ ਹੀ ਸਾਨੂੰ ਮਾਣ ਹੈ। ਮਹਾਰਾਜ ਆਪ ਹੀ ਕਿਰਪਾ ਕਰਨ ਵਾਲੇ ਮਾਤਾ ਪਿਤਾ ਸਰੂਪ ਹੋ ਕਰਕੇ ਸਾਡੇ ਮਨ ਰੂਪ ਬੱਚੇ ਨੂੰ ਸਮਝਾ ਕੇ ਆਪਣੇ ਚਰਨਾਂ ਦੇ ਨਾਲ ਜੋੜਨ ਵਾਲੇ ਹੋ। ਕਰ ਜੋੜ ਨਾਨਕ ਸਰਣ ਆਇਓ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, हे ਗੁਰਸਿੱਖ ਹੱਥ ਜੋੜ ਕਰਕੇ ਬੇਨਤੀ ਕਰਿਆ ਕਰ। ਕਰ ਜੋੜ, ਹੱਥ ਜੋੜ ਕੇ ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਪ੍ਰਿਯ ਨਾਥ ਨਰ ਹਰ ਕਰਹੁ ਗਾਤ। हे ਪ੍ਰਿਯ ਪਿਆਰੇ ਨਾਥ ਮਾਲਕ ਪਰਮਾਤਮਾ ਜੀ, ਸਾਡੀ ਗਾਤ ਮੁਕਤੀ ਕਰ ਦੇਵੋ।
ਮਹਾਰਾਜ ਸੰਸਾਰ ਦੇ ਮੋਹ ਮਮਤਾ ਦੇ ਬੰਧਨਾਂ ਦੇ ਵਿੱਚ ਐਸੇ ਬੱਝੇ ਪਏ ਹਾਂ, ਸਾਡੇ ਤੋਂ ਛੁੱਟਿਆ ਨਹੀਂ ਜਾ ਰਿਹਾ। हे ਗਰੀਬ ਨਵਾਜ, ਮਾਇਆ ਦੇ ਐਸੇ ਪ੍ਰਬਲ ਵਿਕਾਰਾਂ ਦੀ ਬੰਧਨਾਂ ਨੇ, ਸੰਗਲਾਂ ਨੇ ਸਾਨੂੰ ਜਕੜ ਕਰਕੇ ਰੱਖਿਆ। ਬਹੁਤਾ ਯਤਨ ਕਰਨ ਦੇ ਬਾਵਜੂਦ ਵੀ ਉਹਨਾਂ ਤੋਂ ਮਹਾਰਾਜ ਅਸੀਂ ਆਜ਼ਾਦ ਨਹੀਂ ਹੋ ਪਾ ਰਹੇ। ਆਪ ਕਿਰਪਾ ਕਰੋ। हे ਗਰੀਬ ਨਵਾਜ, ਸਾਡੇ ਤੇ ਬਖਸ਼ਿਸ਼ ਕਰ ਦੇਵੋ, ਇਹਨਾਂ ਵਿਕਾਰਾਂ ਰੂਪੀ ਮਾਇਆ ਦੀ ਪ੍ਰਬਲ ਬੰਧਨਾਂ ਤੋਂ ਅਸੀਂ ਆਜ਼ਾਦ ਹੋ ਜਾਈਏ। ਪਰ ਆਪ ਜੀ ਦੀ ਕਿਰਪਾ ਹੋਵੇ ਤਾਂ ਹੀ ਹੈ ਨਾ। ਮਹਾਰਾਜ, ਮਨ ਬੁੱਧ ਰੂਪੀ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਹਾਂ। हे ਪ੍ਰਮਾਤਮਾ, ਅਕਾਲ ਪੁਰਖ ਵਾਹਿਗੁਰੂ ਜੀ, ਆਪ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ। ਨਰ ਹਰ ਸਭ ਨਰਾਂ ਦੇ ਵਿੱਚ ਹਰੀ ਪਰਮੇਸ਼ਰ ਆਏ ਹੋਏ ਹੋ। ਸੰਸਾਰ ਭਰ ਦੇ ਸਭ ਨਰਾਂ ਨੂੰ ਮਹਾਰਾਜ ਹਰਿਆ ਭਰਿਆ ਕਰਨ ਵਾਲੇ ਹੋ, ਤੇ ਨਰ ਹਰ ਨਰ ਸਿੰਘ ਦਾ ਰੂਪ ਧਾਰਨ ਕਰਨ ਵਾਲੇ ਪਰਮੇਸ਼ਰ, ਸਾਡੇ ਤੇ ਬਖਸ਼ਿਸ਼ ਕਰੋ। ਮਹਾਰਾਜ, ਸਾਡੀ ਗਾਤ ਮੁਕਤੀ ਕਰ ਦੇਵੋ। ਗਾਤ ਸਾਡੇ ਹਿਰਦੇ ਅੰਦਰ ਗਿਆਤ ਬਖਸ਼ੋ, ਕਿਉਂਕਿ ਸਾਡਾ ਹਿਰਦਾ ਅਗਿਆਨੀ ਬਣਿਆ ਹੋਇਆ, ਬੇਸਮਝ ਬਣਿਆ ਹੋਇਆ। ਮਹਾਰਾਜ, ਆਪ ਕਿਰਪਾ ਕਰੋ, ਗਿਆਤ ਬਖਸ਼ੋ, ਤਾਂ ਹੀ ਸਮਝਦਾਰ ਬਣ ਸਕਦਾ, ਤਾਂ ਹੀ ਮਹਾਰਾਜ ਇਹ ਮੁਕਤੀ ਦੀ ਦਾਤ ਪਾ ਸਕਦਾ ਹੈ। ਮੀਨਾ ਜਲਹੀਨ, ਮੀਨਾ ਜਲਹੀਨ ਹੈ। ਸਤਿਗੁਰੂ ਜੀ ਮੀਨਾ ਮੱਛੀ ਦਾ ਅਲੰਕਾਰ ਬਣਾ ਕੇ ਉਪਦੇਸ਼ ਦਿੰਦੇ ਹਨ। ਮਹਾਰਾਜ ਕਹਿੰਦੇ ਕਿ ਮੀਨਾ ਜਿਹੜੀ ਮੱਛੀ ਹੈ ਨਾ, ਉਹ ਪਾਣੀ ਦੇ ਵਿੱਚ ਰਹਿੰਦੀ ਹੈ। ਪਾਣੀ ਦੇ ਵਿੱਚ ਰਹਿੰਦੀ ਹੋਈ ਸਾਧ ਸੰਗਤ ਜੀ ਸੁਖ ਮਾਣਦੀ ਹੈ, ਜ਼ਿੰਦਗੀ ਦਾ ਆਨੰਦ ਮਾਣਦੀ ਹੈ। ਪਰ ਜੇ ਪਾਣੀ ਤੋਂ ਬਾਹਰ ਕੱਢ ਦਈਏ ਤੇ ਉਹਦਾ ਜੀਵਨ ਖਤਮ ਹੋ ਜਾਂਦਾ ਹੈ। ਉਹਦਾ ਜੀਵਨ ਹੀ ਪਾਣੀ ਹੈ। ਔਰ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਮੀਨਾ ਜਲਹੀਨ, ਮੀਨਾ ਜਲਹੀਨ ਹੈ। ਕਹਿੰਦੇ ਹਨ ਕਿ ਮੱਛੀ ਦੀ ਤਰ੍ਹਾਂ ਜਿਹੜਾ ਜੀਵ ਹੈ ਨਾ, ਗੁਰਮੁਖ ਪਿਆਰਾ ਜੀ ਦਾ ਪਿਆਰ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਬਣ ਚੁੱਕਾ ਹੈ। ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਪ੍ਰੀਤ ਬਣ ਗਈ ਹੈ। ਸੰਸਾਰ ਦਾ ਝੂਠਾ ਪਿਆਰ ਜਾਣ ਕਰਕੇ ਜਿਸ ਨੇ ਤਿਆਗ ਕਰ ਦਿੱਤਾ ਹੈ, ਧਨ ਦਾ, ਪਦਾਰਥਾਂ ਦਾ, ਸਖੇ ਸੰਬੰਧੀਆਂ ਦਾ, ਮਿੱਤਰਾਂ ਦਾ, ਕਿ ਇਹ ਤਾਂ ਮਿੱਤਰ ਲੋੜੇਨ ਸੋ ਖਾਦਾ ਤਾ, ਇਹ ਮਿੱਤਰ ਵੀ ਖਾਣ ਪੀਣ ਦੇ ਸਾਡੇ ਜਾ ਰਹੇ ਹੈ। ਇਹਨਾਂ ਦਾ ਵੀ ਝੂਠਾ ਪਿਆਰ ਹੈ। ਝੂਠਾ ਜਾਣ ਕਰਕੇ ਮਹਾਰਾਜ ਕਹਿੰਦੇ ਸਭ ਦਾ ਤਿਆਗ ਕਰਕੇ ਗੁਰੂ ਚਰਨਾਂ ਦੇ ਨਾਲ ਪਿਆਰ ਲਗਾਇਆ ਹੈ। ਔਰ ਫਿਰ ਪਿਆਰ ਦੇ ਕਰਕੇ ਇੰਨਾ ਪਰਮੇਸ਼ਰ ਦੇ ਸਰੂਪ ਦਾ ਆਨੰਦ ਮਿਲਿਆ। ਜੇ ਤਾਂ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਯਾਦ ਰਹਿੰਦੀ ਹੈ, ਫਿਰ ਤਾਂ ਬੜਾ ਆਨੰਦ ਪ੍ਰਾਪਤ ਹੁੰਦਾ ਹੈ। ਤੇ ਮੱਛੀ ਦੀ ਤਰ੍ਹਾਂ ਜਦੋਂ ਪਾਣੀ ਚੋਂ ਬਾਹਰ ਕੱਢਣ ਦੀ ਤਰ੍ਹਾਂ ਜਦੋਂ ਯਾਦ ਹਿਰਦਿਓਂ ਵਿਸਰ ਜਾਂਦੀ ਹੈ ਨਾ, ਤੇ ਸਾਧ ਸੰਗਤ ਜੀ ਮੱਛੀ ਦਾ ਹਿਰਦਾ ਜਿਹੜਾ ਫਿਰ ਤਪਦਾ ਹੈ, ਕ੍ਰਿਜਦਾ ਹੈ, ਤੜਪ ਤੜਪ ਕਰਕੇ ਫਿਰ ਮੌਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੀਵ ਰੂਪ ਮੱਛੀ ਹੈ। ਪਰਮਾਤਮਾ ਦੀ ਯਾਦ ਤੋਂ ਬਿਨਾਂ ਹਿਰਦਾ ਜਿਹੜਾ ਹੈ ਨਾ ਹੀ ਹੈ, ਇਹ ਬਾਰ-ਬਾਰ ਤਪਦਾ, ਬਾਰ-ਬਾਰ ਕ੍ਰਿਜਦਾ ਹੈ, ਬਾਰ-ਬਾਰ ਸੜਦਾ ਹੈ। ਉਹ ਵਿਛਰਤ ਮਨ ਤਨ ਖੀਨ ਹੈ। ਤੇ ਸਾਧ ਸੰਗਤ ਜੀ ਮਨ ਕਰਕੇ, ਤਨ ਕਰਕੇ ਖੀਨ ਹੋ ਜਾਂਦੀ ਜਦੋਂ ਪਾਣੀ ਤੋਂ ਵਿਛੜਦੀ ਹੈ। ਪਾਣੀ ਤੋਂ ਵਿਛੋੜਾ ਪੈਣੇ ਕਰਕੇ ਉਹਦਾ ਆਧਾਰ ਜੀਵਨ ਹੀ ਪਾਣੀ ਹੈ। ਤੇ ਮਹਾਰਾਜ ਕਹਿੰਦੇ ਜੋ ਪਿਆਰ ਕਰਨ ਵਾਲਾ ਨਾ ਗੁਰੂ ਚਰਨਾਂ ਦੇ ਨਾਲ ਪਿਆਰ ਕਰਨ ਵਾਲਾ ਗੁਰਸਿੱਖ ਹੈ, ਉਹ ਵੀ ਸਾਧ ਸੰਗਤ ਜੀ ਉਹਦਾ ਜੀਵਨ ਹੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਪਿਆਰ ਹੁੰਦਾ ਹੈ। ਤੇ ਪਿਆਰ ਵਿੱਚ ਭਿੱਜ ਕੇ ਹੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ। ਜਦੋਂ ਤੱਕ ਹਿਰਦੇ ਅੰਦਰ ਯਾਦ ਰਹਿੰਦੀ ਹੈ, ਮਹਾਰਾਜ ਕਹਿੰਦੇ ਉਹਦਾ ਜੀਵਨ ਹੈ। ਤੇ ਜਦੋਂ ਯਾਦ ਵਿਸਰਦੀ ਹੈ ਤੇ ਮਨ ਕਰਕੇ, ਤਨ ਕਰਕੇ ਬੜਾ ਸੜਦਾ ਹੈ। ਮਨ ਨੂੰ ਵੀ, ਤਨ ਨੂੰ ਵੀ ਕਦੇ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ। ਮਨ ਵੀ ਤਪਦਾ ਰਹਿੰਦਾ ਹੈ, ਬਾਰ-ਬਾਰ ਸੜਦਾ ਰਹਿੰਦਾ ਹੈ, ਕ੍ਰਿਜਦਾ ਰਹਿੰਦਾ ਹੈ। ਤੇ ਮਨ ਕਰਕੇ ਫਿਰ ਤਨ ਨੂੰ ਵੀ ਤਪਣਾ ਪੈਂਦਾ। ਤਨ ਕਰਕੇ ਵੀ ਕਦੇ ਕਿਸੇ ਪਾਸੇ ਸ਼ਾਂਤੀ ਭਾਲਦਾ ਹੈ, ਕਦੇ ਕਿਸੇ ਪਾਸੇ ਮਨ ਦਾ ਸਕੂਨ ਲੱਭਣ ਦਾ ਯਤਨ ਕਰਦਾ ਹੈ। ਪਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਪਿਆਰ ਤੋਂ ਬਿਨਾਂ ਉਹ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੀ ਨਹੀਂ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਬਿਸ਼ਰਤ ਮਨ ਤਨ ਖੀਨ ਹੈ। ਮਨ ਕਰਕੇ, ਤਨ ਕਰਕੇ ਜੀਵ ਕਹਿੰਦੇ ਜੀਵ ਰੂਪੀ ਮੱਛੀ ਨੂੰ ਖੀਨ ਹੋਣਾ ਪੈਂਦਾ, ਬਾਰ-ਬਾਰ ਤਪਣਾ ਪੈਂਦਾ ਹੈ। ਕਤ ਜੀਵਨ ਪ੍ਰਿਯ ਬਿਨ ਹੋਤ। ਤੇ ਪ੍ਰਿਯ ਨਾਮ ਪਿਆਰੇ ਦਾ ਹੈ। ਮੱਛੀ ਦਾ ਪਿਆਰਾ ਕੀ ਹੈ? ਪਾਣੀ। ਮੱਛੀ ਦਾ ਪ੍ਰਿਯ ਮਾਲਕ ਕੀ ਹੈ? ਪਾਣੀ। ਤੇ ਪਾਣੀ ਤੋਂ ਬਿਨਾਂ ਕਹਿੰਦੇ ਕਤ ਪ੍ਰਿਯ ਬਿਨ ਜੀਵਨ ਹੋਤ। ਕਾਹਦਾ ਜੀਵਨ ਹੈ ਮਾਲਕ ਤੋਂ ਬਿਨਾਂ? ਕਾਹਦਾ ਜੀਵਨ ਹੈ ਪਰਮੇਸ਼ਰ ਦੇ ਪਿਆਰ ਤੋਂ ਬਿਨਾਂ?
ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖ ਦਾ ਕਾਹਦਾ ਜੀਵਨ ਹੈ। ਬੇਨਤੀਆਂ ਕਰਦਾ ਹੈ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕਰਕੇ, ਮਹਾਰਾਜ ਤੁਹਾਡੇ ਚਰਨਾਂ ਦੇ ਪਿਆਰ ਤੋਂ ਬਿਨਾ, ਤੁਹਾਡੀ ਯਾਦ ਤੋਂ ਬਿਨਾ ਮੇਰਾ ਕਾਹਦਾ ਜੀਵਨ ਹੈ, ਕਿਸੇ ਕੰਮ ਦਾ ਨਹੀਂ ਹੈ। ਜੇ ਮਹਾਰਾਜ ਤੁਹਾਡਾ ਚਿੰਤਨ ਕਰਦੇ ਤਾਂ ਹੀ ਮਹਾਰਾਜ ਅਸਲ ਸਾਡਾ ਜੀਵਨ ਹੈ। ਆਪ ਜੀ ਦੇ ਪਿਆਰ ਤੋਂ ਬਿਨਾ, ਤੁਹਾਡੇ ਸ਼ਬਦ ਤੋਂ ਬਿਨਾ ਮਹਾਰਾਜ ਸਾਡਾ ਜੀਵਨ ਕਿਸੇ ਵੀ ਲੇਖੇ ਵਿੱਚ ਨਹੀਂ ਹੈ। ਸਨਮੁਖ ਸਹਿਬਾਨ ਹੈ। ਸਾਧ ਸੰਗਤ ਜੀ, ਜਿਹੜਾ ਮਿਰਗ ਹਿਰਨ ਹੁੰਦਾ ਹੈ ਨਾ, ਸਾਹਮਣੇ ਹੋ ਕਰਕੇ ਕਾਲੀ ਦੇ ਨਾਲ ਭੱਜ ਕਰਕੇ ਜਾਂਦਾ ਹੈ। ਜਦੋਂ ਸ਼ਿਕਾਰੀ ਘੰਡੇ ਹੇੜੇ ਦੀ ਆਵਾਜ਼ ਕਰਦਾ ਤੇ ਹਿਰਨ ਇੰਨਾ ਜ਼ਿਆਦਾ ਮਸਤ ਹੋ ਜਾਂਦਾ ਹੈ, ਜਿੱਧਰੋਂ ਆਵਾਜ਼ ਸੁਣਾਈ ਦਿੰਦੀ ਹੈ ਨਾ, ਕਾਲੇ ਦੇ ਨਾਲ ਭੱਜ ਕੇ ਜਾਂਦਾ ਹੈ। ਨਹੀਂ ਤਾਂ ਪਹਿਲਾਂ ਭਾਵੇਂ ਸੁਰਤ ਹੁੰਦੀ ਹੈ, ਸੁੱਧ ਬੁੱਧ ਹੁੰਦੀ ਹੈ ਕਿ ਕਿਤੇ ਸ਼ਿਕਾਰੀ ਨਾ ਮੈਨੂੰ ਫੜ ਲਵੇ। ਹਰ ਸਮੇਂ ਐਨ ਤੱਕ ਦੇ ਵਿੱਚ ਰਹਿੰਦਾ, ਧਿਆਨ ਕਰ ਟਿਕਾ ਕਰਕੇ ਰੱਖਦਾ, ਕਿਤੇ ਜੰਗਲ ਦੇ ਵਿੱਚ ਮੈਨੂੰ ਸ਼ਿਕਾਰੀ ਨਾ ਪਕੜ ਲਵੇ। ਪਰ ਸਾਧ ਸੰਗਤ ਜੀ, ਜਦੋਂ ਘੰਡੇ ਹੇੜੇ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਹੈ ਨਾ, ਉਦੋਂ ਇੰਨਾ ਮਸਤ ਹੋ ਜਾਂਦਾ, ਸਾਰੀ ਸੁੱਧ ਬੁੱਧ ਭੁੱਲ ਜਾਂਦੀ ਹੈ, ਸ਼ਿਕਾਰੀ ਵੀ ਵਿਸਰ ਜਾਂਦਾ ਤੇ ਆਪਣੇ ਪ੍ਰਾਣਾਂ ਦਾ ਵੀ ਉਹਨੂੰ ਚੇਤਾ ਭੁੱਲ ਜਾਂਦਾ। ਕਿਤੇ ਮੇਰੇ ਪ੍ਰਾਣ ਨਾ ਚਲੇ ਜਾਣ, ਕਿਤੇ ਸ਼ਿਕਾਰੀ ਨਾ ਮੈਨੂੰ ਫੜ ਕਰਕੇ ਲੈ ਜਾਵੇ, ਤੀਰ ਮਾਰ ਕੇ ਮੇਰਾ ਸ਼ਿਕਾਰ ਹੀ ਨਾ ਕਿਤੇ ਕਰ ਲਵੇ। ਨਹੀਂ ਤਾਂ ਇੰਨੀ ਰਫ਼ਤਾਰ ਦੇ ਨਾਲ ਹਿਰਨ ਚੱਲਦਾ, ਭੱਜ ਕੇ ਉਹਨੂੰ ਕੋਈ ਫੜ ਹੀ ਨਹੀਂ ਸਕਦਾ। ਇਹੋ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ, ਸਨਮੁਖ ਸਹਿਬਾਨ ਹੈ। ਬਾਣ ਕਹਿੰਦੇ ਤੀਰ ਖਾਣ ਦੀ ਨੂੰ ਬਾਣ ਆਦਤ ਬਣ ਜਾਂਦੀ ਹੈ। ਸਾਹਮਣੇ ਹੋ ਕਰਕੇ ਜਿਵੇਂ ਹਿਰਨ ਜਾਂਦਾ ਹੈ। ਮ੍ਰਿਗ ਅਰਪੇ ਮਨ ਤਨ ਪ੍ਰਾਨ ਹੈ। ਤੇ ਮ੍ਰਿਗ ਹਿਰਨ ਜਿਹੜਾ ਹੈ ਆਪਣਾ ਮਨ ਵੀ, ਤਨ ਵੀ, ਪ੍ਰਾਣ ਵੀ ਸਭ ਕੁਝ ਹੀ ਅਰਪਣ ਕਰ ਦਿੰਦਾ। ਕਾਹਦੇ ਵਾਸਤੇ? ਇੱਕ ਘੰਡੇ ਹੇੜੇ ਦੀ ਆਵਾਜ਼, ਉਹਦਾ ਪਿਆਰ ਪਾਉਣ ਦੇ ਵਾਸਤੇ। ਘੰਡੇ ਹੇੜੇ ਦੀ ਆਵਾਜ਼ ਦੇ ਵਿੱਚ ਇੰਨਾ ਮਸਤ ਹੋ ਜਾਂਦਾ, ਇੰਨੀ ਚੰਗੀ ਲੱਗਦੀ ਹੈ, ਇੰਨੀ ਪਿਆਰੀ ਆਵਾਜ਼ ਲੱਗਦੀ ਹੈ, ਆਪਣਾ ਮਨ ਵੀ, ਤਨ ਵੀ, ਪ੍ਰਾਣ ਵੀ ਸਾਰਾ ਕੁਝ ਸ਼ਿਕਾਰੀ ਦੇ ਅੱਗੇ ਅਰਪਣ ਕਰ ਦਿੰਦਾ ਹੈ। ਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਹਜੂਰ ਫਰਮਾਉਂਦੇ ਕਿ ਜਿਹੜਾ ਹਿਰਨ ਦੀ ਤਰ੍ਹਾਂ, ਮਿਰਗ ਦੀ ਤਰ੍ਹਾਂ ਇਹ ਜੀਵ ਹੈ, ਉਹ ਵੇਦਿਓ ਸਹਿਜ ਸਰੋਤ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਹਿਜ ਸੋਤੇ ਸਿੱਧ ਹੀ ਜਿਹੜਾ ਸਰੋਤ ਆਵਾਜ਼ ਦੇ ਕਰਕੇ ਵਿੰਨਿਆ ਜਾਂਦਾ ਹੈ। ਸਰੋਤ ਨਾਮ ਆਵਾਜ਼ ਦਾ ਹੈ। ਜਦੋਂ ਕੰਡੇ ਹੇੜੇ ਦੀ ਆਵਾਜ਼ ਕਰਦਾ, ਮਸਤ ਹੋ ਜਾਂਦਾ ਤੇ ਸ਼ਿਕਾਰੀ ਫਿਰ ਦਾਤ ਤੱਕ ਕਰਕੇ ਨਿਸ਼ਾਨਾ ਲਾਉਂਦਾ, ਧਨਕ ਦੇ ਚਿੱਲੇ ਵਿੱਚ ਤੀਰ ਜੋੜ ਕਰਕੇ ਛੱਡਦਾ ਤੇ ਆਪਣੇ ਪ੍ਰਾਣ ਉਹ ਹਿਰਨ ਤਿਆਗ ਦਿੰਦਾ ਹੈ। ਮਨ ਵੀ, ਤਨ ਵੀ, ਪ੍ਰਾਣ ਵੀ ਸਾਰਾ ਕੁਝ ਹੀ ਸ਼ਿਕਾਰੀ ਨੂੰ ਅਰਪਣ ਕਰ ਦਿੰਦਾ। ਔਰ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਫਿਰ ਇਹੀ ਪੰਕਤੀ ਪੜੋ ਜੀ। ਸਨਮੁਖ ਸਹਿਬਾਨ ਹੈ। ਸਾਧ ਸੰਗਤ ਜੀ, ਤਾਂ ਬਾਹਜ ਭਾਵ ਦੇ ਵਿੱਚ ਅਰਥ ਸੀਗਾ ਕਿ ਮਹਾਰਾਜ ਕਹਿੰਦੇ ਜਿਹੜਾ ਜੀਵ ਹੈ ਨਾ ਵੀ ਹਿਰਨ ਦੀ ਤਰ੍ਹਾਂ ਹੈ। ਮਨੁੱਖ ਦਾ ਜੀਵਨ ਵੀ ਹਿਰਨ ਦੀ ਤਰ੍ਹਾਂ ਹੈ। ਇਹ ਭਾਵੇਂ ਬੜਾ ਦਾ ਭੇਦ ਜਾਣਦਾ ਮਨੁੱਖ, ਬੜਾ ਕਹੀ ਜਾਵੇ ਕਿ ਮੈਂ ਬੜਾ ਸਿਆਣਾ, ਬਹੁਤਾ ਚਤਰ ਚਲਾਕ ਆ, ਮੈਨੂੰ ਕੌਣ ਵਸ ਵਿੱਚ ਕਰ ਸਕਦਾ। ਪਰ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਨਾ ਸੁਣਨੇ ਵਾਲੀਆਂ ਰਿਕਾਰਡਿੰਗਾਂ ਹੈ ਨਾ, ਇੰਨਾ ਉਹਨਾਂ ਦੇ ਵਿੱਚ ਮਸਤ ਹੋ ਜਾਂਦਾ, ਸੁਣਦਾ ਹੋਇਆ ਇੰਨਾ ਜ਼ਿਆਦਾ ਮਸਤ ਹੋ ਜਾਂਦਾ ਤੇ ਫਿਰ ਇਹਨੂੰ ਸੁੱਧ ਬੁੱਧ ਵੀ ਭੁੱਲ ਜਾਂਦੀ ਹੈ। ਏਦਾਂ ਹੀ ਹੁੰਦਾ ਹੈ ਨਾ, ਰਾਤ ਭਰ ਭਾਵੇਂ ਸਾਰੀ ਰਾਤ ਬੈਠਾ ਰਵੇ ਸਾਧ ਸੰਗਤ ਜੀ, ਨਾ ਸੁਣਨੇ ਯੋਗ ਰਿਕਾਰਡਿੰਗਾਂ ਨੂੰ ਸੁਣਨ ਦੇ ਵਿੱਚ, ਸੀਰੀਅਲ ਵਗੈਰਾ, ਇਹ ਪਿਕਚਰਾਂ, ਮੂਵੀਆਂ ਵਗੈਰਾ ਦੇਖਦਾ ਹੋਇਆ ਭਾਵੇਂ ਸਾਧ ਸੰਗਤ ਜੀ ਸਾਰੀ ਰਾਤ ਲੰਘ ਜਾਵੇ, ਇੰਨਾ ਮਸਤ ਹੁੰਦਾ, ਨੀਂਦ ਦਾ ਵੀ ਨਹੀਂ ਪਤਾ ਲੱਗਦਾ। ਅੱਖਾਂ 'ਚ ਨੀਂਦ ਭਾਵੇਂ ਆ ਰਹੀ ਹੁੰਦੀ ਪਰ ਸੌਣ ਨੂੰ ਚਿੱਤ ਨਹੀਂ ਕਰਦਾ, ਇੰਨਾ ਮਸਤ ਹੋ ਜਾਂਦਾ। ਮਹਾਰਾਜ ਕਹਿੰਦੇ ਮਿਰਗ ਦੀ ਤਰ੍ਹਾਂ ਇਹ ਜੀਵ ਦਾ ਜੀਵਨ ਹੈ। ਗਰੀਬ ਨਵਾਜ ਇਹ ਦਾ ਮਨਮੁਖਾਂ ਦੀ ਪ੍ਰਥਾਏ ਹੈ ਨਾ। ਫਿਰ ਸਾਧ ਸੰਗਤ ਜੀ ਕਾਲ ਰੂਪੀ ਸ਼ਿਕਾਰੀ ਆ ਕਰਕੇ ਇਹ ਜੀਵ ਨੂੰ ਬਾਣ ਤੀਰ ਦੇ ਨਾਲ ਵਿੰਨ ਕਰਕੇ ਆਪਣੇ ਵਸੀਕਾਰ ਕਰ ਲੈਂਦਾ। ਤੇ ਹਜੂਰ ਨੇ ਗੁਰਮੁਖਾਂ ਦਾ ਵੀ ਜੀਵਨ ਕਥਨ ਕੀਤਾ, ਕਹਿੰਦੇ ਸਨਮੁਖ ਸਹਿਬਾਨ ਹੈ। ਜਿਹੜੇ ਸਤਿਗੁਰੂ ਜੀ ਦੀ ਸਨਮੁਖ ਹੋ ਕੇ ਰਹਿੰਦੇ ਨਾ, ਜਿਹੜੇ ਗੁਰਮੁਖ ਪਿਆਰੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਜਿਹੜੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਰਹਿੰਦੇ ਹਨ, ਉਹਨਾਂ ਨੂੰ ਸਨਮੁਖ ਕਿਹਾ ਜਾਂਦਾ। ਤੇ ਜਿਹੜਾ ਮਹਾਰਾਜ ਸਾਹਿਬ ਜੀ ਤੋਂ
ਮੁਖ ਮੋੜ ਲੈਂਦਾ ਉਹਨੂੰ ਬੇਮੁਖ ਕਿਹਾ ਜਾਂਦਾ ਹੈ। ਕਹਿੰਦੇ ਸਤਿਗੁਰੂ ਜੀ ਤੋਂ ਆਪਣਾ ਮੁਖ ਮੋੜਦਿਆ ਹੈ। ਤੇ ਜਿਹੜੇ ਗੁਰਮੁਖ ਪਿਆਰੇ ਸਤਿਗੁਰੂ ਜੀ ਦੀ ਸਨਮੁਖ ਹੋ ਕਰਕੇ ਰਹਿੰਦੇ ਹਨ, ਬਾਣ ਉਹਨਾਂ ਨੂੰ ਬਾਣ ਆਦਤ ਬਣ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਰੂਪੀ ਤੀਰਾਂ ਨੂੰ ਆਪਣੇ ਤਨ ਦੇ ਉੱਪਰ ਸਹਾਰਨ ਦੀ ਤੇ ਗਰੀਬ ਨਵਾਜ ਸਤਿਗੁਰੂ ਜੀ ਦਾ ਪ੍ਰੇਮ ਰੂਪੀ ਤੀਰ ਜਦੋਂ ਆ ਕੇ ਹਿਰਦੇ ਤੇ ਲੱਗਦਾ ਹੈ ਤੇ ਉਹ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦਾ ਸ਼ਬਦ ਰੂਪੀ ਸਰੋਤ ਸੁਣ ਕਰਕੇ ਗੁਰਸਿੱਖ ਇੰਨਾ ਮਸਤ ਹੋ ਜਾਂਦਾ ਹੈ, ਆਪਣਾ ਮਨ ਵੀ ਤਨ ਵੀ ਪ੍ਰਾਣ ਸਭ ਕੁਝ ਸਤਿਗੁਰੂ ਜੀ ਤੋਂ ਨਿਸ਼ਾਵਰ ਕਰ ਦਿੰਦਾ ਹੈ। ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੰਦਾ ਹੈ। ਮ੍ਰਿਗ ਅਰਪੇ ਮਨ ਤਨ ਪ੍ਰਾਨ ਹੈ। ਤੇ ਮ੍ਰਿਗ ਦੀ ਤਰ੍ਹਾਂ ਹਿਰਨ ਰੂਪੀ ਜਿਹੜਾ ਜੀਵ ਗੁਰਸਿੱਖ ਹੈ, ਸਨਮੁਖ ਰਹਿਣ ਵਾਲਾ ਹੈ, ਮਨ ਵੀ ਤਨ ਵੀ ਪ੍ਰਾਣ ਵੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੰਦਾ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਪਿਆਰ ਮਿਲਦਾ ਹੈ, ਉਹ ਬੇਦਿਓ ਸਹਿਜ ਸਰੋਤ। ਤੇ ਮਹਾਰਾਜ ਜੀਵ ਰੂਪੀ ਹਿਰਨ ਦਾ ਇਹ ਕਿਵੇਂ ਮਹਾਰਾਜ ਕਹਿੰਦੇ ਹਿਰਦਾ ਵਿੰਨਿਆ ਜਾਂਦਾ ਹੈ। ਕਹਿੰਦੇ ਸਤਿਗੁਰੂ ਜੀ ਦੇ ਪਿਆਰ ਭਰੇ ਬਚਨ ਸੁਣ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੀ ਆਵਾਜ਼ ਬੜੀ ਪਿਆਰੀ ਹੈ। ਸਤਿਗੁਰੂ ਜੀ ਦੇ ਉਪਦੇਸ਼ ਦੀ ਆਵਾਜ਼, ਇਹ ਧੁਨੀ ਜਿਹੜੀ ਹੈ ਨਾ ਬਹੁਤ ਪਿਆਰੀ ਹੈ। ਇਹਦੇ ਪਿਆਰ ਦੇ ਵਿੱਚ ਮਸਤ ਹੋਇਆ ਹੀ ਆਪਾ ਵਾਰ ਦਿੰਦਾ ਹੈ। ਗੁਰਸਿੱਖ ਮਨ ਬਾਣੀ ਸਰੀਰ ਕਰਕੇ ਮਹਾਰਾਜ ਸਾਹਿਬ ਜੀ ਤੋਂ ਆਪਾ ਵਾਰ ਦਿੰਦਾ ਹੈ। ਰੇ ਪ੍ਰੀਤ ਲਾਗੀ ਮਿਲ ਵੈਰਾਗੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਗੁਰਸਿੱਖ ਬੇਨਤੀਆਂ ਕਰਿਆ ਕਰ, ਹੇ ਪ੍ਰਮਾਤਮਾ ਪ੍ਰੇ ਪ੍ਰੀਤ ਲਾਗੀ ਮਿਲ ਬੈਰਾਗੀ। ਮਹਾਰਾਜ ਸਾਡੇ ਹਿਰਦੇ ਅੰਦਰ ਆਪ ਜੀ ਦੇ ਵਿਛੋੜੇ ਕਰਕੇ ਵੈਰਾਗ ਪੈਦਾ ਹੋ ਗਿਆ। ਵੈਰਾਗ ਵੀ ਕੈਸਾ ਮਹਾਰਾਜ, ਕੋਈ ਵੀ ਦੁਨੀਆ ਦਾ ਸੁੱਖ ਮਨ ਨੂੰ ਚੰਗਾ ਨਹੀਂ ਲੱਗਦਾ। ਝੂਠਾ ਵੈਰਾਗ ਨਹੀਂ ਐਵੇਂ ਅੱਖਾਂ ਚੋਂ ਪਾਣੀ ਵਗਾਈ ਜਾਵੇ ਮਗਰਮੱਛ ਦੀ ਤਰ੍ਹਾਂ, ਉਹ ਤਾਂ ਇੱਕ ਪਖੰਡ ਹੈ, ਵਿਖਾਵੇ ਮਾਤਰ ਹੈ। ਜੇ ਹਿਰਦਿਓਂ ਵੈਰਾਗ ਆਵੇ ਤੇ ਸਾਧ ਸੰਗਤ ਜੀ ਕੋਈ ਵੀ ਦੁਨੀਆ ਦਾ ਸੁੱਖ ਮਨ ਨੂੰ ਚੰਗਾ ਨਹੀਂ ਲੱਗਦਾ। ਸੰਸਾਰ ਤੋਂ ਲੈ ਕੇ ਬ੍ਰਹਮ ਲੋਕ ਦੇ ਸੁੱਖਾਂ ਤੱਕ ਸਾਰੇ ਕਾਂ ਦੀ ਵਿਸ਼ਟਾ ਦੀ ਤਰ੍ਹਾਂ ਸੁੱਖਾਂ ਨੂੰ ਜਾਣਦਾ, ਉਹ ਅਸਲ ਵੈਰਾਗੀ ਪੁਰਖ ਹੁੰਦਾ। ਉਹ ਵੈਰਾਗੀ ਮੰਨਿਆ ਜਾਂਦਾ ਹੈ ਜਿਸ ਨੂੰ ਕੋਈ ਵੀ ਦੁਨੀਆ ਦਾ ਸੁੱਖ ਚੰਗਾ ਨਹੀਂ ਲੱਗਦਾ, ਕੇਵਲ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦਾ ਪਿਆਰ ਮਨ ਨੂੰ ਪਾਉਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਪ੍ਰੇ ਪ੍ਰੀਤ ਲਾਗੀ ਮਿਲ ਬੈਰਾਗੀ। ਹੇ ਪ੍ਰਮਾਤਮਾ ਕਿਰਪਾ ਕਰੋ ਸਾਨੂੰ ਮਿਲਣਾ ਕਰੋ। ਮਹਾਰਾਜ ਤੁਹਾਡੇ ਚਰਨਾਂ ਦੀ ਪ੍ਰੀਤ ਸਾਡੇ ਹਿਰਦੇ ਅੰਦਰ ਲੱਗ ਗਈ ਹੈ। ਖਿਨ ਰਹਿਨ ਤ੍ਰਿਗ ਤਨ ਤਿਸ ਬਿਨਾ। ਤੇ ਮਹਾਰਾਜ ਤਿਸ ਤੁਹਾਡੇ ਸਰੂਪ ਤੋਂ ਬਿਨਾ ਸਾਡਾ ਜਿਹੜਾ ਖਿਨ ਮਾਤਰ ਸਮਾਂ ਵੀ ਸੰਸਾਰ ਵਿੱਚ ਰਹਿਣਾ ਹੈ, ਉਹਨੂੰ ਤ੍ਰਿਗਾਕਾਰ ਹੈ। ਮਹਾਰਾਜ ਨੂੰ ਫਿਟਕਾਰਾਂ ਨੇ ਲਾਹਣਤਾਂ ਹਨ। 100 ਵਾਰ ਕਿਸੇ ਦਾ ਮੂੰਹ ਫਿਟਕਾਰੀਏ ਤੇ ਸਾਧ ਸੰਗਤ ਇੱਕ ਲਾਹਣਤ ਬਣਦੀ ਹੈ। 100 ਲਾਹਣਤਾਂ ਕਿਸੇ ਨੂੰ ਪਾਈਏ ਤੇ ਇੱਕ ਤ੍ਰਿਗ ਬਣਦਾ ਹੈ। ਇਹ ਸਿਆਣਿਆਂ ਦਾ ਕਥਨ ਹੈ ਕਿ 100 ਵਾਰ ਕਿਸੇ ਦਾ ਮੂੰਹ ਫਿਟਕਾਰੀਏ ਨਾ, ਫਿੱਟੇ ਮੂੰਹ ਕਿਹਾ ਜਾਵੇ ਤੇ ਇੱਕ ਜਿਹੜੀ ਲਾਹਣਤ ਬਣਦੀ ਹੈ। ਤੇ 100 ਵਾਰ ਲਾਹਣਤੀ ਕਹਿ ਦਈਏ ਕਿਸੇ ਬੰਦੇ ਨੇ, ਕੋਈ ਤ੍ਰਿਗ ਬਣਦਾ। ਕਿੰਨੀਆਂ ਲਾਹਣਤਾਂ ਕਿੰਨੀਆਂ ਫਿਟਕਾਰਾਂ ਮਹਾਰਾਜ ਉਹਦੇ ਜੀਵਨ ਨੂੰ ਪਾ ਰਹੇ ਹੈ। ਕਹਿੰਦੇ ਜਿਹੜਾ ਪ੍ਰਮਾਤਮਾ ਦੇ ਪਿਆਰ ਤੋਂ ਹੀਣਾ ਹੈ। ਇਸ ਕਰਕੇ ਇਹ ਪ੍ਰਮਾਤਮਾ ਜੀ ਤੁਹਾਡੇ ਸਰੂਪ ਤੋਂ ਬਿਨਾ ਖਿਨ ਮਾਤਰ ਸਮਾਂ ਵੀ ਮਹਾਰਾਜ ਸਾਡੇ ਵਾਸਤੇ ਫਿਟਕਾਰ ਹੈ। ਹੇ ਗਰੀਬ ਨਵਾਜ ਸਾਡੇ ਵਾਸਤੇ ਸਾਡਾ ਜੀਵਨ ਜਿਹੜਾ ਨਾ ਤ੍ਰਿਗਾਕਾਰ ਹੈ, ਉਹਨੂੰ ਫਿਟਕਾਰਾ ਉਸ ਜੀਵਨ ਨੂੰ ਜਿਸ ਵਿੱਚ ਮਹਾਰਾਜ ਤੁਹਾਡੀ ਪ੍ਰਾਪਤੀ ਨਹੀਂ ਹੋ ਰਹੀ। ਪਲਕਾ ਨਾ ਲਾਗੈ ਪ੍ਰੇਮ ਪਾਗੈ। ਹੇ ਗਰੀਬ ਨਵਾਜ ਸਾਡੇ ਜਿਹੜੇ ਪਲਕਾਂ ਇਹ ਨੇਤਰ ਹੈ ਨਾ, ਇਹ ਪਲਕਾਂ ਨਾ ਲਾਗੈ ਮਹਾਰਾਜ, ਇਹਨਾਂ ਦੇ ਵਿੱਚ ਸ਼ਾਂਤੀ ਰੂਪ ਨੀਂਦ ਨਹੀਂ ਆਉਂਦੀ ਪਈ। ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਮਹਾਰਾਜ ਸ਼ਾਂਤੀ ਰੂਪ ਨੀਂਦਰਾ ਨਹੀਂ ਆਉਂਦੀ ਪਈ। ਐਸਾ ਪਿਆਰ ਤੁਹਾਡੇ ਚਰਨਾਂ ਦਾ ਲੱਗਾ, ਐਸਾ ਮਹਾਰਾਜ ਵਿਛੋੜੇ ਕਰਕੇ ਸਾਡੇ ਹਿਰਦੇ ਅੰਦਰ ਦੁੱਖ ਲੱਗਾ। ਤੁਹਾਡੀ ਪ੍ਰਾਪਤੀ ਤੋਂ ਬਿਨਾਂ ਮਨ ਬੁੱਧ ਰੂਪ ਨੇਤਰਾਂ ਵਿੱਚ ਸਮਾਧੀ ਰੂਪ ਨੀਂਦਰਾ ਵੀ ਨਹੀਂ ਆਉਂਦੀ ਪਈ। ਸ਼ਾਂਤੀ ਰੂਪ ਨੀਂਦ ਵੀ ਮਹਾਰਾਜ ਨਹੀਂ ਆ ਰਹੀ। ਚਿਤਵੰਤ ਆਨ ਦਿਨ ਪ੍ਰਭ ਮਨਾ। ਹੇ ਪ੍ਰਭੂ ਸਾਡਾ ਜਿਹੜਾ ਮਨ ਹੈ ਨਾ, ਰਾਤ ਵੀ ਦਿਨੇ ਵੀ ਤੁਹਾਡੀ ਚਿਤਵਨੀ ਕਰਦਾ ਰਹਿੰਦਾ ਹੈ। ਮਹਾਰਾਜ ਕਦੋਂ ਸੁਭਾਗਾ ਦਿਨ ਆਵੇਗਾ ਜਦੋਂ ਤੁਹਾਡੇ ਸਰੂਪ ਦੀ ਪ੍ਰਾਪਤੀ ਹੋਵੇਗੀ। ਮਹਾਰਾਜ ਕਦੋਂ ਆਪ ਜੀ ਸਾਖਸ਼ਾਤ ਹੋ ਕਰਕੇ ਸਾਨੂੰ ਦੀਦਾਰ ਬਖਸ਼ੋਗੇ।
ਕਦੋਂ ਮਹਾਰਾਜ ਸਾਡੇ ਲਈ ਸੁਭਾਗਾ ਦਿਨ ਚਾਹੇ ਰਾਤ ਸੁਭਾਗੜੀ ਆਵੇਗੀ ਮਹਾਰਾਜ ਜੀ, ਜਦੋਂ ਆਪ ਜੀ ਦੇ ਦੀਦਾਰ ਅਸੀਂ ਪ੍ਰਾਪਤ ਕਰ ਸਕਾਂਗੇ। ਮਹਾਰਾਜ ਰਾਤ ਵੀ ਦਿਨੇ ਵੀ ਸਾਡਾ ਮਨ ਚਿਤਵਦਾ ਹੈ, ਤੁਹਾਡੀ ਹਰ ਸਮੇਂ ਚਿਤਵਨੀ ਕਰਦਾ ਰਹਿੰਦਾ ਹੈ। ਸ੍ਰੀ ਰੰਗ ਰਾਤੇ ਨਾਮ ਮਾਤੇ। हे ਅਕਾਲ ਪੁਰਖ ਪਰਮਾਤਮਾ, ਸ੍ਰੀ ਰੰਗ ਸ੍ਰੀ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਸਭ ਦੇ ਅੰਦਰ ਵਰਤਨ ਵਾਲੇ ਆਨੰਦ ਸਰੂਪ ਪਰਮਾਤਮਾ ਸ੍ਰੀ ਨਾਮ ਨਸ਼ਮੀ ਦਾ ਵੀ ਹੈ। हे ਮਾਇਆ ਨੂੰ ਵੀ ਰੰਗ ਆਨੰਦ ਦੇਣ ਵਾਲੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਤੁਹਾਡੇ ਨਾਮ ਦੇ ਵਿੱਚ ਅਸੀਂ ਮਸਤ ਹੋਏ ਹਾਂ। ਭੈ ਭਰਮ ਦੁਤੀਆ ਸਗਲ ਖੋਤ। हे ਮਹਾਰਾਜ, ਜੋ ਗੁਰਮੁਖ ਤੁਹਾਡੇ ਨਾਮ ਦੇ ਵਿੱਚ ਮਸਤ ਹੋ ਜਾਂਦੇ ਆ ਨਾ, ਤਿਨਾਂ ਦੇ 7 ਪ੍ਰਕਾਰ ਦੇ ਭੈ, 5 ਪ੍ਰਕਾਰ ਦੇ ਭਰਮ, ਸਭ ਸ਼ੰਕੇ, ਸਭ ਚੋਰੇ ਨਿਵਰਤ ਹੋ ਜਾਂਦੇ ਆ। ਖੋਤ ਸਭ ਖੋਏ ਜਾਂਦੇ ਆ, ਨਾਸ਼ ਹੋ ਗਏ ਨੇ। ਜਿਨ੍ਹਾਂ ਨੇ ਮਹਾਰਾਜ ਤੁਹਾਡੇ ਚਰਨਾਂ ਦੇ ਨਾਲ ਪਿਆਰ ਲਾਇਆ ਹੈ। ਭੈ ਭਰਮ ਦੁਤੀਆ, ਦੁਤੀਆ ਜਿਹੜਾ ਦੁੰਦਵਾਦ ਹੈ, ਦੁਬਦਾ ਹੈ, ਦਵੈਸ਼ ਭਾਵਨਾ, ਸਭ ਨਾਸ਼ ਹੋ ਗਏ ਹਨ। ਕਰ ਮਾਇਆ ਦਇਆ ਦਇਆਲ ਪੂਰਨ। हे ਪਰਿਪੂਰਨ ਪਰਮੇਸ਼ਰ, ਦਇਆ ਦੇ ਘਰ ਪ੍ਰਮਾਤਮਾ, ਸਾਡੇ ਤੇ ਦਇਆਲਤਾ ਕਰੋ। ਮਾਇਆ ਅੰਮ੍ਰਿਤਮਈ ਕਿਰਪਾ ਦ੍ਰਿਸ਼ਟੀ ਕਰੋ ਮਹਾਰਾਜ ਸਾਡੇ ਤੇ। ਹਰ ਪ੍ਰੇਮ ਨਾਨਕ ਮਗਨ ਹੋਤ। ਮਹਾਰਾਜ ਤੁਹਾਡੇ ਪਿਆਰ ਦੇ ਵਿੱਚ ਅਸੀਂ ਮਗਨ ਹੋ ਕਰਕੇ ਰਹੀਏ। ਦੁਨੀਆ ਦਾ ਝੂਠਾ ਪਿਆਰ ਸਾਡੇ ਹਿਰਦੇ ਵਿੱਚੋਂ ਚਲਾ ਜਾਵੇ। ਕੇਵਲ ਤੁਹਾਡੇ ਚਰਨਾਂ ਦਾ ਪਿਆਰ ਸਾਡੇ ਹਿਰਦੇ ਅੰਦਰ ਲੱਗਾ ਰਹੇ। ਮਹਾਰਾਜ ਮਗਨ ਹੋ ਕਰਕੇ, ਮਸਤ ਹੋ ਕਰਕੇ ਰਹੀਏ। ਦੁਨੀਆ ਦੀ ਪ੍ਰਵਾਹ ਸਾਡੇ ਹਿਰਦੇ ਵਿੱਚੋਂ ਚਲੀ ਜਾਵੇ। ਮਹਾਰਾਜ ਸੰਸਾਰ ਦੀ ਜਿਹੜੀ ਕਟਾਕਸ਼ ਹੈ, ਸੰਸਾਰ ਦੇ ਜਿਹੜੀ ਮਨ ਦੇ ਵਿੱਚ ਮਹਾਰਾਜ ਹਰ ਸਮੇਂ ਚਿੰਤਾ ਬਣੀ ਰਹਿੰਦੀ ਕਿ ਸੰਸਾਰ ਦੇ ਲੋਕ ਕੀ ਆਖਣਗੇ। ਇਹ ਸਾਰਾ ਮਹਾਰਾਜ ਜਿਹੜੀ ਕਟਾਕਸ਼ ਹੈ ਨਾ, ਕਾਨ ਕਨੌਟ, ਸਾਰੀ ਸਾਡੇ ਹਿਰਦੇ ਵਿੱਚੋਂ ਚਲੀ ਜਾਵੇ। ਇੰਨਾ ਮਗਨ ਹੋ ਜਾਈਏ ਤੁਹਾਡੇ ਪਿਆਰ ਦੇ ਵਿੱਚ ਮਹਾਰਾਜ, ਕੋਈ ਭਲਾ ਕਹਾਓ ਭਾਵੇਂ ਬੁਰਾ ਕਹਾਓ, ਹਮ ਤਨ ਦਿਓ ਹੈ ਢਾਰ। ਕੋਈ ਚੰਗਾ ਕਹੀ ਜਾਵੇ, ਕੋਈ ਮੰਦਾ ਕਹੀ ਜਾਵੇ, ਮਹਾਰਾਜ ਕਿਸੇ ਦੀ ਪ੍ਰਵਾਹ ਨਾ ਸਾਡੇ ਹਿਰਦੇ ਵਿੱਚ ਹੋਵੇ। ਐਸੀ ਸਾਡੇ ਤੇ ਬਖਸ਼ਿਸ਼ ਕਰੋ। ਐਸਾ ਮਹਾਰਾਜ ਆਪਣੇ ਚਰਨਾਂ ਦਾ ਪਿਆਰ ਸਾਡੇ ਹਿਰਦੇ ਵਿੱਚ ਲਗਾਉਣਾ ਕਰੋ। ਅਲੀ ਅਲ ਗੁੰਜਾਤ, ਅਲੀ ਅਲ ਗੁੰਜਾਤ ਹੈ। ਅਲੀ ਅਲ ਗੁੰਜਾਤ, ਅਲੀ ਅਲ ਗੁੰਜਾਤ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਬਦ ਦੇ ਤੀਸਰੀ ਪੌੜੀ ਦੇ ਵਿੱਚ ਮਹਾਰਾਜ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਕਹਿੰਦੇ ਹਨ ਕਿ ਜਿਵੇਂ ਸਾਧ ਸੰਗਤ ਜੀ ਜਿਹੜਾ ਆਲ ਨਾਮ ਭੌਰੇ ਦਾ ਭੌਰਾ, ਜਿਵੇਂ ਸਾਧ ਸੰਗਤ ਜੀ ਸੁਗੰਧੀ ਨੂੰ ਮਾਨਣ ਦੇ ਵਾਸਤੇ ਕਿਵੇਂ ਬਾਰ-ਬਾਰ ਕਮਲ ਤੇ ਆ ਕਰਕੇ ਮੰਡਰਾਉਂਦਾ ਹੈ, ਕਿਵੇਂ ਬਾਰ-ਬਾਰ ਸਾਧ ਸੰਗਤ ਜੀ ਆ ਕਰਕੇ ਮੰਡਰਾਉਣਾ ਕਰਦਾ ਹੈ। ਆਲੀ ਅਲ ਗੁੰਜਾਤ, ਗੁੰਜਾਵਟਾ ਪਾਉਣਾ ਕਰਦਾ ਬਾਰ-ਬਾਰ। ਇਹੋ ਸਾਧ ਸੰਗਤ ਜੀ ਉੱਚੀ ਆਵਾਜ਼ ਦੇ ਵਿੱਚ ਆ ਕਰਕੇ ਗੁਜਰਾਉਂਦਾ ਹੈ। ਮਕਰੰਦ ਰਸ ਵਾਸਨ ਮਾਤ ਹੈ। ਤੇ ਫਿਰ ਜਿਹੜਾ ਮਕਰੰਦ ਰਸ ਹੁੰਦਾ ਹੀ ਹੈ, ਇੱਕ ਸਾਧ ਸੰਗਤ ਜੀ ਗੁੱਦਾ ਜਿਹਾ ਹੁੰਦਾ ਤੇ ਇੱਕ ਰਸ ਹੁੰਦਾ। ਮਹਾਰਾਜ ਹਜੂਰ ਕਹਿੰਦੇ ਹਨ ਮਕਰੰਦ ਰਸ ਵਾਸ ਹੈ, ਬਾਸ਼ਨਾ ਨੂੰ ਮਾਨਣ ਦੇ ਵਾਸਤੇ, ਫਿਰ ਰਸ ਨੂੰ ਮਾਨਣ ਦੇ ਵਾਸਤੇ ਉਹ ਆ ਕਰਕੇ ਗੁਜਰਾਉਣਾ ਕਰਦਾ। ਔਰ ਇਸੇ ਪ੍ਰਕਾਰ ਜਿਹੜੇ ਗੁਰਸਿੱਖ ਹੁੰਦੇ ਆ ਨਾ, ਗੁਰਮੁਖ ਪਿਆਰੇ ਸਾਧ ਸੰਗਤ ਜੀ ਭੌਰੇ ਦੀ ਤਰ੍ਹਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਭਗਤੀ ਰੂਪ ਸੁਗੰਧੀ ਨੂੰ ਮਾਨਣ ਦੇ ਵਾਸਤੇ, ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਬਦ ਦਾ ਰਸ ਦਾ ਆਨੰਦ ਮਾਨਣ ਦੇ ਵਾਸਤੇ ਭੌਰਾ ਅਤੇ ਭੌਰੀ, ਅਲੀ ਤੇ ਅਲ, ਅਲੀ ਨਾਮ ਭੌਰੀ ਦਾ ਤੇ ਅਲ ਨਾਮ ਭੌਰੇ ਦਾ ਹੈ। ਭੌਰੇ ਤੇ ਭੌਰੀਆਂ ਦੀ ਤਰ੍ਹਾਂ ਗੁਰਸਿੱਖ ਅਤੇ ਗੁਰਸਿੱਖਣੀਆਂ, ਸਿੱਖ ਅਤੇ ਸਿੱਖਣੀਆਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਸਤਿਗੁਰੂ ਜੀ ਤੋਂ ਭਗਤੀ ਰੂਪ ਸੁਗੰਧੀ ਮਾਨਣ ਦੇ ਲਈ ਔਰ ਮਹਾਰਾਜ ਸਾਹਿਬ ਜੀ ਦੀ ਸ਼ਬਦ ਦਾ ਰਸ ਆਨੰਦ ਮਾਨਣ ਦੇ ਵਾਸਤੇ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕਰਕੇ ਜੁੜਦੇ ਹਨ। ਤੇ ਹਜੂਰ ਨੇ ਉਚਾਰਨ ਕੀਤਾ ਮਕਰੰਦ ਰਸ ਵਾਸਨ ਮਾਤ ਹੈ। ਕਹਿੰਦੇ ਭਗਤੀ ਰੂਪ ਸੁਗੰਧੀ ਗੁਰਮੁਖਾਂ ਨੇ, ਗੁਰਸਿੱਖਾਂ ਤੇ ਸਿੱਖਣੀਆਂ ਭੌਰੇ ਤੇ ਭੌਰੀਆਂ ਨੇ ਆ ਕਰਕੇ ਮਾਣੀ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਪਿਆਰ ਲੱਗਾ ਹੈ। ਪ੍ਰੀਤ ਕਮਲ ਬੰਧਾਵਤ ਆਪ। ਤੇ ਫਿਰ ਇੰਨੀ ਜ਼ਿਆਦਾ ਪ੍ਰੀਤ ਹੁੰਦੀ ਹੈ ਕਮਲ ਦੇ ਫੁੱਲ ਨਾਲ, ਆਪਣਾ ਆਪ ਬੰਧਾ ਦਿੰਦਾ, ਆਪਣਾ ਜੀਵਨ ਹੀ ਨਿਸ਼ਾਵਰ ਕਰ ਦਿੰਦਾ ਹੈ।
ਤੇ ਗੁਰਸਿੱਖ ਔਰ ਗੁਰਸਿੱਖਣੀਆਂ ਭੌਰੇ ਤੇ ਭੌਰੀਆਂ ਦੀ ਤਰ੍ਹਾਂ ਸਿੱਖਾਂ ਤੇ ਸਿੱਖਣੀਆਂ ਦਾ ਇੰਨਾ ਪਿਆਰ ਗੁਰੂ ਚਰਨਾਂ ਵਿੱਚ ਲੱਗ ਜਾਂਦਾ ਹੈ ਤੇ ਆਪਾਂ ਨਿਸ਼ਾਵਰ ਕਰ ਦਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਇੰਨਾ ਪਿਆਰ ਲੱਗ ਜਾਂਦਾ ਹੈ, ਕਿਉਂਕਿ ਗੁਰਸਿੱਖੀ ਦੇ ਸਕੂਲ ਵਿੱਚ ਸਾਧ ਸੰਗਤ ਜੀ ਪਹਿਲਾਂ ਮਰਨਾ ਕਬੂਲ ਕਰਨਾ ਪੈਂਦਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਮਰਨਾ ਪਹਿਲਾਂ ਕਬੂਲ ਕਰਨਾ ਪਵੇਗਾ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਪ੍ਰਵਾਨਗੀ ਮਿਲਦੀ ਹੈ। ਜੇ ਪਹਿਲਾਂ ਹੀ ਹੰਕਾਰ ਰੂਪੀ ਨਸ਼ੇ ਵਿੱਚ ਰਹਿੰਦਾ, ਕਦੇ ਨਿਮਰਤਾ ਨਹੀਂ ਧਾਰਨ ਕਰਦਾ, ਹੰਕਾਰ ਰੂਪੀ ਸੀਸ ਵੱਢ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਨਹੀਂ ਆਉਂਦਾ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਉਹ ਫਿਰ ਵਾਹਿਗੁਰੂ ਦੇ ਘਰ ਕਦੇ ਪ੍ਰਵਾਨਗੀ ਨਹੀਂ ਲੈ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰੀਤ ਕਮਲ ਬੰਧਾਵਤ ਆਪ, ਕਹਿੰਦੇ ਇੰਨਾ ਪਿਆਰ ਹੁੰਦਾ ਹੈ ਕਿ ਕਮਲ ਦੇ ਫੁੱਲ ਵਿੱਚ ਹੀ ਸਾਧ ਸੰਗਤ ਜੀ ਆਪਣਾ ਆਪ ਬੰਧਾ ਦਿੰਦਾ। ਮਹਾਰਾਜ ਕਹਿੰਦੇ ਗੁਰਸਿੱਖ ਵੀ ਗੁਰੂ ਚਰਨਾਂ ਦੇ ਨਾਲ ਇੰਨਾ ਪਿਆਰ ਕਰਦਾ ਹੈ, ਜਦੋਂ ਵੀ ਲੋੜ ਪਵੇ ਧਰਮ ਦੇ ਵਾਸਤੇ ਆਪਾਂ ਕੁਰਬਾਨ ਕਰ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਇੰਨਾ ਪਿਆਰ ਬਣ ਜਾਂਦਾ ਹੈ। ਚਾਤ੍ਰਿਕ ਚਿਤ ਪਿਆਸ, ਚਾਤ੍ਰਿਕ ਚਿਤ ਪਿਆਸ ਹੈ। ਚਾਤ੍ਰਿਕ ਬਬੀਹੇ ਦੇ ਮਨ ਵਿੱਚ ਜਿਵੇਂ ਪਿਆਸ ਹੁੰਦੀ ਸਵਾਂਤੀ ਬੂੰਦ ਦੀ, ਬਬੀਹੇ ਦੇ ਮਨ ਵਿੱਚ ਜਿਵੇਂ ਸਵਾਂਤੀ ਬੂੰਦ ਦੀ ਪਿਆਸਾ ਹੈ। ਘਨ ਬੂੰਦ ਬਚਿੱਤਰ ਮਨ ਆਸ ਹੈ। ਤੇ ਜਿਹੜੀ ਵਿਚਿੱਤਰ ਹੈਰਾਨੀਜਨਕ ਸਵਾਂਤੀ ਬੂੰਦ ਹੁੰਦੀ ਹੈ ਨਾ, ਘਨ ਬਹੁਤੇ ਕਣੇ ਬੱਦਲਾਂ ਦੇ ਵਿੱਚੋਂ ਵਰਖਾ ਹੁੰਦੀ ਹੋਈ ਉਹਦੇ ਵਿੱਚ ਵਿਚਿੱਤਰ ਬੂੰਦ ਅਚੰਭੇ ਦੀ ਜਿਹੜੀ ਸਵਾਂਤੀ ਦੀ ਬੂੰਦ ਹੁੰਦੀ ਹੈ, ਉਹਦੀ ਮਨ ਵਿੱਚ ਆਸ ਲਾ ਕੇ ਪੀਓ ਪੀਓ ਕਰਕੇ ਪੁਕਾਰਦਾ ਰਹਿੰਦਾ। ਭਾਵੇਂ ਬਹੁਤ ਸਾਰਾ ਪਾਣੀ ਵਰਖਾ ਦਾ ਹੁੰਦਾ ਹੈ, ਨਦੀਆਂ ਨਾਲੀਆਂ ਟੋਭਿਆਂ ਸਮੁੰਦਰਾਂ ਦਾ ਸਰੋਵਰਾਂ ਦਾ ਕਿੰਨਾ ਕਿੰਨਾ ਮਣਾ ਭਾਰ ਪਾਣੀ ਹੁੰਦਾ, ਪਰ ਉਸ ਪਾਣੀ ਦੇ ਨਾਲ ਕੋਈ ਸਨੇਹ ਨਹੀਂ, ਕੋਈ ਪਿਆਰ ਨਹੀਂ ਹੈ ਚਾਤ੍ਰਿਕ ਦਾ। ਕੇਵਲ ਸਾਧ ਸੰਗਤ ਜੀ ਸਵਾਂਤੀ ਬੂੰਦ ਦੇ ਵਾਸਤੇ ਆਸ ਲਾ ਕੇ ਬੈਠਦਾ ਹੈ ਤੇ ਮਹਾਰਾਜ ਹਜੂਰ ਕਹਿੰਦੇ ਜਦੋਂ ਸਵਾਂਤੀ ਬੂੰਦ ਮਿਲ ਜਾਂਦੀ ਹੈ ਨਾ, ਫਿਰ ਪੀਊ ਪੀਊ ਕਰਨ ਹਟਦਾ, ਫਿਰ ਉਹਦੇ ਮਨ ਦੀ ਤ੍ਰਿਪਤੀ ਹੁੰਦੀ ਹੈ। ਤੇ ਇਸ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਘਨ ਬੂੰਦ ਵਿਚਿੱਤਰ ਮਨ ਆਸ ਹੈ। ਮਨ ਦੇ ਵਿੱਚ ਆਸਾ ਲਾ ਕਰਕੇ ਉਸ ਵਿਚਿੱਤਰ ਬੂੰਦ ਨੂੰ ਪਾਉਣ ਦੇ ਵਾਸਤੇ ਪੁਕਾਰਦਾ ਹੈ। ਅਲ ਪੀਵਤ ਵਿਨਸਤ ਤਾਪ, ਤੇ ਜਦੋਂ ਸਾਧ ਸੰਗਤ ਜੀ ਉਸ ਸਵਾਂਤੀ ਬੂੰਦ ਨੂੰ ਪੀਂਦਾ ਹੈ, ਬਿਨਸਤ ਤਾਪ, ਉਹਦਾ ਤਾਪ ਜਿਹੜੀ ਤ੍ਰਿਸ਼ਨਾ ਨੂੰ ਬੁੱਝ ਜਾਂਦੀ ਹੈ, ਜਿਹੜੀ ਭੁੱਖ ਹੁੰਦੀ ਹੈ ਨਾ ਉਹਦੀ ਪਿਆਸ ਬੁੱਝ ਜਾਂਦੀ ਹੈ ਜਦੋਂ ਸਵਾਂਤੀ ਬੂੰਦ ਨੂੰ ਪੀ ਲੈਂਦਾ ਹੈ। ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ ਜੀ। ਚਾਤ੍ਰਿਕ ਚਿਤ ਪਿਆਸ, ਚਾਤ੍ਰਿਕ ਚਿਤ ਪਿਆਸ ਹੈ। ਬਬੀਹੇ ਦੀ ਤਰ੍ਹਾਂ ਗੁਰਮੁਖ ਪਿਆਰਿਆਂ ਦਾ ਜੀਵਨ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਲੱਗਾ ਹੈ। ਭਾਵੇਂ ਜਿੰਨੇ ਮਰਜ਼ੀ ਸੰਸਾਰ ਦੇ ਸੁੱਖ ਪ੍ਰਾਪਤ ਹੋ ਗਏ ਹੈ, ਪਰ ਸਾਧ ਸੰਗਤ ਜੀ ਕਿਸੇ ਕਰਕੇ ਵੀ ਮਨ ਤ੍ਰਿਪਤ ਨਹੀਂ ਹੁੰਦਾ। ਪ੍ਰਮਾਤਮਾ ਦੇ ਦਰਸ਼ਨਾਂ ਦੀ ਸਵਾਂਤੀ ਬੂੰਦ ਦੀ ਪਿਆਸ, ਵਾਹਿਗੁਰੂ ਆਪ ਜੀ ਦੇ ਦਰਸ਼ਨਾਂ ਦੀ ਸਵਾਂਤੀ ਬੂੰਦ ਦੀ ਮਨ ਵਿੱਚ ਪਿਆਸਾ ਲੱਗੀ ਹੈ। ਘਨ ਬੂੰਦ ਬਚਿੱਤਰ ਮਨ ਆਸ ਹੈ। ਤੇ ਘਨ ਗਰਜਿਤ ਗੋਬਿੰਦ ਰੂਪ, ਮਹਾਰਾਜ ਬਦਲ ਰੂਪ ਹੋ ਕਰਕੇ ਜਿਵੇਂ ਸਤਿਗੁਰੂ ਜੀ ਉਪਦੇਸ਼ ਦੀ ਵਰਖਾ ਕਰਦੇ ਆ ਨਾ, ਕੋਈ ਦੁੱਧ ਦੀ ਦਾਤ ਮੰਗਦਾ, ਕੋਈ ਪੁੱਤਾਂ ਦੀ ਦਾਤ ਮੰਗਦਾ, ਕੋਈ ਸੰਸਾਰ ਦੇ ਸੁੱਖਾਂ ਦੀ, ਕੋਈ ਧਨ ਦੀ, ਕੋਈ ਪਦਾਰਥਾਂ ਦੀ, ਮਹਾਰਾਜ ਸੱਚੇ ਪਾਤਸ਼ਾਹ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਪਰ ਜਿਨ੍ਹਾਂ ਗੁਰਸਿੱਖਾਂ ਦਾ ਬਬੀਹੇ ਦੀ ਤਰ੍ਹਾਂ ਜੀਵਨ ਹੁੰਦਾ ਹੈ, ਉਹ ਹਰ ਸਮੇਂ ਆਸ ਲਾ ਕਰਕੇ ਬੈਠਦੇ, ਮਹਾਰਾਜ ਆਸ ਪਿਆਸੀ ਪਿਰ ਕਹਿ ਤਾਏ ਜਿਉ ਚਾਤ੍ਰਿਕ ਬੂੰਦੇਰੇ, ਕਹੋ ਨਾਨਕ ਜੀ ਅੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ। ਹੇ ਪ੍ਰਭੂ ਜੀ ਕਦੋਂ ਤੁਹਾਡੇ ਦੀਦਾਰ ਪ੍ਰਾਪਤ ਹੋਣਗੇ? ਮਹਾਰਾਜ ਤੁਹਾਡੇ ਦਰਸ਼ਨਾਂ ਰੂਪ ਸਵਾਂਤੀ ਬੂੰਦ ਦੀ ਸਾਡੇ ਮਨ ਦੇ ਅੰਦਰ ਪਿਆਸਾ ਲੱਗੀ ਹੈ। ਹੇ ਗਰੀਬ ਨਵਾਜ, ਆਪ ਮਹਾਰਾਜ ਪ੍ਰਤੱਖ ਸਾਖਸ਼ਾਤ ਹੋ ਕਰਕੇ ਮੈਨੂੰ ਦਰਸ਼ਨਾਂ ਦੀ ਦਾਤ ਬਖਸ਼ੋ। ਮਹਾਰਾਜ ਕਹਿੰਦੇ ਇਹੋ ਜਿਹੜੀ ਵਿਚਿੱਤਰ ਬੂੰਦ ਹੁੰਦੀ ਆ ਨਾ, ਦਰਸ਼ਨਾਂ ਦੀ ਸਵਾਂਤੀ ਬੂੰਦ ਆ, ਉਹਨੂੰ ਪਾਉਣ ਦੇ ਲਈ ਗੁਰਮੁਖ ਪਿਆਰੇ ਆਸਾ ਲਾਈ ਬੈਠੇ ਹਨ। ਅਲ ਪੀਵਤ ਵਿਨਸਤ ਤਾਪ, ਤੇ ਜਦੋਂ ਹੈਰਾਨੀਜਨਕ ਅਚੰਭੇ ਦੀ ਦਰਸ਼ਨਾਂ ਦੀ ਸਵਾਂਤੀ ਬੂੰਦ ਜਗਿਆਸੂ ਜਨ ਪੀ ਲੈਂਦਾ ਹੈ,
ਜੀਵ ਰੂਪ ਚਾਤਰਿਕ ਨੂੰ ਇਹਦੀ ਪ੍ਰਾਪਤੀ ਹੋ ਜਾਂਦੀ ਹੈ। ਬਿਨ ਸੇ ਤਾਪ, ਸਾਰੇ ਤਾਪ ਇਹਦੇ ਨਾਸ਼ ਹੋ ਜਾਂਦੇ ਹਨ। ਆਦਿ ਵਿਆਧੀ ਉਪਾਧੀ ਇਤਿਆਦਿਕ। ਫਿਰ ਜਿਹੜਾ ਵਿਛੋੜੇ ਦਾ ਤਾਪ ਹਰ ਸਮੇਂ ਮਨ ਨੂੰ ਤਪਾਉਂਦਾ ਰਹਿੰਦਾ ਸੀ, ਉਹ ਤਾਪ ਵੀ ਮਹਾਰਾਜ ਕਹਿੰਦੇ ਬਿਨਸ ਗਿਆ, ਨਾਸ਼ ਹੋ ਗਿਆ। ਮਨ ਸ਼ਾਂਤ ਹੋ ਗਿਆ ਹੈ, ਮਨ ਠੰਡਾ ਠਾਰ ਹੋ ਗਿਆ। ਵਾਹਿਗੁਰੂ ਦੇ ਦੀਦਾਰ ਪ੍ਰਾਪਤ ਹੋਣੇ ਕਰਕੇ, ਪ੍ਰਮਾਤਮਾ ਦੀ ਦਰਸ਼ਨਾਂ ਦੀ ਸਵਾਂਤੀ ਬੂੰਦ ਮਿਲਣੇ ਕਰਕੇ ਮਨ ਸ਼ਾਂਤ ਹੋਇਆ ਹੈ। ਤਾਪਾ ਵਿਨਾਸ਼ਨ ਦੁਖ ਨਾਸ਼ਨ। ਫਿਰ ਹਰ ਪ੍ਰਕਾਰ ਦੇ ਤਾਪ ਵਿਨਾਸ਼ ਹੋ ਗਏ, ਪ੍ਰਮਾਤਮਾ ਨੇ ਨਾਸ਼ ਕਰ ਦਿੱਤੇ। ਦੁਖ ਨਾਸ਼ਨ, ਤੇ ਸਭ ਦੁੱਖਾਂ ਨੂੰ ਵੀ ਨਾਸ਼ ਕਰਨ ਵਾਲੇ ਵਾਹਿਗੁਰੂ ਨੇ ਦੁੱਖ ਨਾਸ਼ ਕਰ ਦਿੱਤੇ ਹੈ। ਅਗਿਆਨ ਦੇ ਜੰਮਣ ਮਰਨ ਦੇ ਦੁੱਖ ਨਾਸ਼ ਹੋਏ ਹਨ। ਮਿਲ ਪ੍ਰੇਮ ਮਨ ਤਨ ਅਤ ਕਨਾ। ਪਰਮੇਸ਼ਰ ਦੇ ਨਾਲ ਪਿਆਰ ਕਰਨੇ ਕਰਕੇ, ਪ੍ਰੇਮ ਹੋਣੇ ਕਰਕੇ ਹਿਰਦੇ ਵਿੱਚ ਪਰਮਾਤਮਾ ਮਿਲਿਆ, ਤੇ ਪਰਮੇਸ਼ਰ ਦੇ ਨਾਲ ਮਿਲਣੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਆਤ ਘਨਾ। ਮਨ ਕਰਕੇ ਤਨ ਕਰਕੇ ਘਣਾ ਪਰਮੇਸ਼ਰ ਦੇ ਚਰਨਾਂ ਦਾ ਆਨੰਦ ਪ੍ਰਾਪਤ ਹੋਇਆ। ਮਨ ਕਰਕੇ ਤਨ ਕਰਕੇ ਘਣਾ ਪ੍ਰੇਮ ਹਿਰਦੇ ਅੰਦਰ ਵਸਾਉਣੇ ਕਰਕੇ ਅਕਾਲ ਪੁਰਖ ਵਾਹਿਗੁਰੂ ਮਿਲਿਆ ਹੈ। ਸੁੰਦਰ ਚਾਤੁਰ ਸੁਜਾਨ ਸੁਆਮੀ। ਉਹ ਪਰਮਾਤਮਾ ਸੁੰਦਰ ਹੈ, ਫਿਰ ਸਭ ਦੇ ਦਿਲਾਂ ਦੀ ਜਾਣਨ ਵਾਲਾ ਸ੍ਰੇਸ਼ਟ ਜਾਨਵਾਨ ਹੈ, ਅੰਤਰਜਾਮੀ ਹੈ। ਐਸਾ ਸਾਰੀ ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਹੈ। ਕਾਵਨ ਰਸਨਾ ਗੁਣ ਪਨਾ। ਸੁੰਦਰ ਚਤੁਰ, ਚਤੁਰ ਇੰਨਾ ਚਲਾਕ ਹੈ ਨਾ ਕਿ ਮਹਾਰਾਜ ਕਹਿੰਦੇ ਇੰਨਾ ਸਿਆਣਾ ਪਰਮਾਤਮਾ, ਉਹਦੇ ਵਰਗਾ ਕੋਈ ਸਿਆਣਪ ਵਾਲਾ ਵੀ ਨਹੀਂ ਹੈ। ਸੰਸਾਰ ਦੇ ਅੰਦਰ ਭਾਵੇਂ ਕੋਈ ਬੜਾ ਚਤੁਰ ਚਲਾਕ ਮਨੁੱਖ ਹੋਵੇ, ਪਰ ਰੱਬ ਦੇ ਨਾਲ ਕਦੇ ਕੋਈ ਚਲਾਕੀ ਨਹੀਂ ਕਰ ਸਕਦਾ। ਪਰਮਾਤਮਾ ਇੰਨਾ ਸਿਆਣਾ ਹੈ, ਹਰ ਸਮੇਂ ਜੀਵ ਦੀਆਂ ਕਰਮ ਕਰਤੂਤਾਂ ਨੂੰ ਦੇਖਦਾ ਰਹਿੰਦਾ, ਹਰ ਇੱਕ ਦੇ ਮਨ ਦੀ ਜਾਣਦਾ, ਬੁੱਝ ਲੈਂਦਾ। ਕਿਉਂਕਿ ਬਿਨ ਬਕਨੇ ਬਿਨ ਕਹਿਨ ਕਹਾਵਨ, ਅੰਤਰਜਾਮੀ ਜਾਣੈ। ਕੱਟ ਕੱਟ ਕੇ ਅੰਤਰ ਕੀ ਜਾਣਤ, ਉਹ ਸਭ ਦੇ ਦਿਲਾਂ ਦੀ ਜਾਣਦਾ ਹੈ। ਐਸਾ ਸ੍ਰੇਸ਼ਟ ਅੰਤਰਜਾਮੀ ਹੈ, ਚਤੁਰ ਹੈ, ਸਿਆਣਾ ਹੈ, ਸੁੰਦਰ ਸਰੂਪ ਵਾਲਾ ਮਾਲਕ ਹੈ। ਕਾਵਨ ਰਸਨਾ ਗੁਣ ਪਨਾ। ਤੇ ਮਹਾਰਾਜ ਕਹਿੰਦੇ ਗੁਰਸਿੱਖੋ ਕਿਹੜੀ ਰਸਨਾ ਹੈ, ਤੇ ਕਵਨ ਕਿਹੜੇ ਕਿਹੜੇ ਗੁਣ ਇੱਕ ਰਸਨਾ ਦੇ ਨਾਲ ਉਚਾਰਨ ਕਰਨਾ ਕਰੀਏ। ਕਿਉਂਕਿ ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕਿਨਹੀ ਲਹੀਐ। ਮਹਾਰਾਜ ਜੇਬਾ ਸਾਡੀ ਇੱਕ ਹੈ, ਬੇਅੰਤ ਆਪ ਜੀ ਦੇ ਗੁਣ ਹਨ। ਕਿੰਨੇ ਕੁ ਮਹਾਰਾਜ ਆਪ ਜੀ ਦੇ ਗੁਣ ਕਥਨ ਕਰ ਸਕਦੇ ਆ। ਮਹਾਰਾਜ ਆਪ ਜੀ ਦੇ ਗੁਣਾਂ ਨੂੰ ਪੂਰੇ ਸਮਗਰ ਰੂਪ ਦੇ ਵਿੱਚ ਕਥਨ ਕੀਤਾ ਹੀ ਨਹੀਂ ਜਾ ਸਕਦਾ। ਗਹਿ ਪੂਜਾ ਲੇਵਹੁ ਨਾਮ ਦੇਵਹੁ। ਤੇ ਮਹਾਰਾਜ ਇੱਕ ਸਾਡੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ। ਸਾਡੀ ਬਿਰਤੀ ਰੂਪ ਭੁਜਾ ਨੂੰ ਪਕੜ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲਓ, ਆਪਣੇ ਸਰੂਪ ਦੇ ਵਿੱਚ ਮਿਲਾ ਲਓ। ਤੇ ਮਹਾਰਾਜ ਸਾਡੇ ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ਿਸ਼ ਕਰਨਾ ਕਰੋ। ਦ੍ਰਿਸ਼ਟ ਧਾਰਤ ਮਿਟਤ ਪਾਪ। ਮਹਾਰਾਜ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਜਿਸ ਤੇ ਧਾਰਨ ਹੋ ਜਾਂਦੀ ਹੈ ਨਾ, ਉਹਦੇ ਸਾਰੇ ਪਾਪ ਮਿਟ ਜਾਂਦੇ ਹਨ। ਆਮੇ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਸਾਰੀ ਮੈਲ ਲਹਿ ਜਾਂਦੀ ਪਾਪ ਕਰਮਾਂ ਦੀ, ਹਿਰਦਾ ਸ਼ੁੱਧ ਹੋ ਜਾਂਦਾ ਹੈ, ਜਿਸ ਤੇ ਆਪ ਜੀ ਅੰਮ੍ਰਿਤਮਈ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹੋ। ਮਹਾਰਾਜ ਇਸ ਲਈ ਕਿਰਪਾ ਕਰੋ, ਸਾਡੇ ਪਾਪੀਆਂ ਤੇ, ਅਪਰਾਧੀਆਂ ਤੇ, ਗੁਨਹਗਾਰਾਂ ਤੇ, ਔਗਣਹਾਰਿਆਂ ਤੇ, ਅਕਿਰਤ ਘਣ ਜੀਵਾਂ ਤੇ ਮਹਾਰਾਜ ਕਿਰਪਾ ਕਰੋ। ਸਾਡੇ ਤੇ ਅੰਮ੍ਰਿਤਮਈ ਦ੍ਰਿਸ਼ਟੀ ਧਾਰਨ ਕਰ ਦੇਵੋ। ਸਾਡੇ ਵੱਲ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਮਹਾਰਾਜ ਤੱਕ ਲਓ, ਸਾਡੇ ਪਾਪ ਕਰਮ ਨਸ਼ਟ ਹੋ ਜਾਣਗੇ, ਸਾਡਾ ਹਿਰਦਾ ਵੀ ਸ਼ੁੱਧ ਹੋ ਜਾਵੇ। ਐਸੀ ਮਹਾਰਾਜ ਕਿਰਪਾ ਦ੍ਰਿਸ਼ਟੀ ਧਾਰਨ ਕਰੋ। ਨਾਨਕ ਜੰਪੈ ਪਤਿਤ ਪਾਵਨ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਹੈ ਜੀਵਾ, ਉਸ ਪਰਮਾਤਮਾ ਦਾ ਜੰਪੈ ਜਾਪ ਕਰਿਆ ਕਰ, ਜਿਹੜਾ ਪਤਿਤ ਪਾਵਨ ਹੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਹਿਰਦੇ ਨੂੰ ਨਿਰਮਲ ਕਰਨ ਵਾਲਾ ਜੋ ਪਰਮੇਸ਼ਰ ਹੈ। ਹਰ ਦਰਸ ਪੇਖਤ ਨਹਿ ਸੰਤਾਪ। ਉਸ ਹਰੀ ਪ੍ਰਮਾਤਮਾ ਦੀ ਦਰਸ਼ਨ ਦੇਖਣ ਨਾਲ ਨਹਿ ਸੰਤਾਪ, ਕਿਸੇ ਪ੍ਰਕਾਰ ਦਾ ਕੋਈ ਤਾਪ ਨਹੀਂ ਲੱਗਦਾ, ਕਿਸੇ ਪ੍ਰਕਾਰ ਦਾ ਤਈਆ ਤਾਪ ਵੀ ਨਹੀਂ ਚੜਦਾ। ਜੇ ਵਾਹਿਗੁਰੂ ਦੇ ਦੀਦਾਰ ਪ੍ਰਾਪਤ ਹੋ ਜਾਣ, ਕੋਈ ਮਹਾਰਾਜ ਕਹਿੰਦੇ ਦੁੱਖ ਰੂਪੀ ਤਾਪ, ਚਿੰਤਾ ਰੂਪੀ ਤਾਪ,
ਝੋਰਿਆਂ ਰੂਪੀ ਤਾਪ ਵੀ ਆ ਕਰਕੇ ਨਹੀਂ ਲੱਗਦਾ ਜੇ ਪ੍ਰਮਾਤਮਾ ਦੇ ਭਾਵਨਾ ਦੇ ਨਾਲ ਦਰਸ਼ਨ ਕਰ ਲੈਣਾ ਕਰੇ। ਚਿਤਵਾਉ ਚਿਤਨਾਥ ਚਿਤਵਾਉ ਚਿਤਨਾਥ ਹੈ। ਇਹ ਸਾਰੀ ਸ੍ਰਿਸ਼ਟੀ ਦੇ ਨਾਥ ਮਾਲਕ ਪਰਮੇਸ਼ਰ ਜੀ, ਚਿਤਵਨੇ ਯੋਗ ਪ੍ਰਮਾਤਮਾ ਜੀ, ਆਪ ਜੀ ਦਾ ਅਸੀਂ ਚਿੰਤਨ ਕਰਦੇ ਹਾਂ। ਮਹਾਰਾਜ ਚਿਤ ਬਿਰਤੀ ਕਰਕੇ ਆਪ ਜੀ ਦਾ ਚਿੰਤਨ ਕਰਦੇ ਆ। ਹੇ ਵਾਹਿਗੁਰੂ, ਆਪ ਜੀ ਦੇ ਸਰੂਪ ਨੂੰ ਹੀ ਚਿਤਵ ਰਹੇ ਹਾਂ। ਰਖ ਲੈ ਬਹੁ ਸਰਨ ਅਨਾਥ ਹੈ। ਹੇ ਮਹਾਰਾਜ, ਅਸੀਂ ਯਤੀਮ ਹਾਂ, ਸਾਡੇ ਮਾਤਾ ਪਿਤਾ ਵੀ ਨਹੀਂ ਹਨ। ਹੇ ਗਰੀਬ ਨਵਾਜ, ਸਾਡਾ ਕੋਈ ਵੀ ਸੰਗੀ ਸਾਥੀ ਨਹੀਂ ਹੈ ਜੋ ਪਰਲੋਕ ਰਸਤੇ ਵਿੱਚ ਸਾਡਾ ਸਹਾਇਕ ਬਣ ਸਕੇ। ਸਾਨੂੰ ਮਹਾਰਾਜ ਕਿਰਪਾ ਕਰਕੇ ਰੱਖ ਲਓ, ਸਾਡੀ ਰੱਖਿਆ ਕਰ ਦੇਵ। ਔਰ ਇਸੇ ਪ੍ਰਕਾਰ ਹਜੂਰ ਬਖਸ਼ਿਸ਼ ਕਰਦੇ ਹਨ। ਹੇ ਪ੍ਰਮਾਤਮਾ, ਰਖ ਲੇਵਹੁ ਸਰਨ ਅਨਾਥ ਹੈ। ਮਹਾਰਾਜ, ਨਾ ਸਾਡਾ ਸੰਤੋਖ ਰੂਪੀ ਪਿਤਾ ਹੈ, ਨਾ ਮਹਾਰਾਜ ਸਾਡੇ ਕੋਲ ਖੇਮਾ ਰੂਪ ਮਾਤਾ ਹੈ। ਇਸ ਕਰਕੇ ਸ਼ੁਭ ਗੁਣਾ ਰੂਪੀ ਮਾਤਾ ਪਿਤਾ ਤੋਂ ਹੀਣੇ ਹੋਣ ਕਰਕੇ ਅਸੀਂ ਯਤੀਮ ਹਾਂ, ਅਨਾਥ ਹਾਂ। ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰ ਲਓ। ਮਿਲ ਚਾਓ ਚਾਈਲੇ ਪ੍ਰਾਨ। ਮਹਾਰਾਜ, ਸਾਡੇ ਮਨ ਦੇ ਵਿੱਚ ਬੜਾ ਚਾਉ, ਬਹੁਤਾ ਉਤਸ਼ਾਹ ਹੈ ਤੁਹਾਡੇ ਨਾਲ ਮਿਲਣੇ ਦਾ, ਪਰ ਜਿਹੜੇ ਪ੍ਰਾਣ ਹੈ ਨਾ ਚਾਈਲੇ, ਇਹ ਤਾਂ ਮਹਾਰਾਜ ਚਲਾਇਮਨ ਹੁੰਦੇ ਜਾ ਰਹੇ ਹੈ, ਇਹ ਤਾਂ ਤੁਰੇ ਜਾ ਰਹੇ ਹਨ। ਮਹਾਰਾਜ, ਸਾਡੇ ਪ੍ਰਾਣ ਜਾਈ ਜਾ ਰਹੇ ਹੈ, ਜਾਈ ਜਾ ਰਹੇ ਹੈ। ਇਸ ਕਰਕੇ ਆਪ ਕਿਰਪਾ ਕਰਕੇ ਸਾਨੂੰ ਮਿਲਣਾ ਕਰੋ। ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਮਿਲ ਚਾਓ ਚਾਈ ਲੈ ਪ੍ਰਾਨ। ਮਨ ਸਾਡਾ ਬੜਾ ਚਾਅ ਕਰਦਾ ਮਹਾਰਾਜ, ਚਾਈ ਲੈ ਕੇ ਤੁਹਾਡਾ ਹੀ ਸਰੂਪ ਸਾਨੂੰ ਚਾਹੀਦਾ। ਹੇ ਗਰੀਬ ਨਵਾਜ, ਪ੍ਰਾਣਾ ਦੇ ਪਤੀ ਪਰਮੇਸ਼ਰ, ਐਸਾ ਨਾ ਹੋਵੇ ਕਿ ਮਹਾਰਾਜ ਸਾਡੇ ਪ੍ਰਾਣ ਚਾਈ ਲੈ ਚਲੇ ਜਾਣ ਤੇ ਤੁਹਾਡੇ ਸਰੂਪ ਦੀ ਸਾਨੂੰ ਪ੍ਰਾਪਤੀ ਨਾ ਹੋਵੇ, ਤੁਹਾਡੇ ਦੀਦਾਰ ਨਾ ਸਾਨੂੰ ਪ੍ਰਾਪਤ ਹੋ ਸਕਣ। ਕਿਉਂਕਿ ਮਹਾਰਾਜ, ਮਰਨ ਤੋਂ ਬਾਅਦ ਭਲਾ ਮੁਕਤੀ ਕਿਸ ਨੇ ਪਾਈ ਹੈ? ਮਰਨ ਮੁਕਤ ਗਦ ਕਿਨ ਪਾਈ? ਕਿਨੇ ਭਲਾ ਮਰ ਕੇ ਮੁਕਤੀ ਪਾਈ ਹੈ? ਕਿਸੇ ਨੇ ਵੀ ਨਹੀਂ। ਜਿਸ ਨੇ ਮੁਕਤ ਪਾਈ ਹੈ ਮਹਾਰਾਜ, ਜੀਵਨ ਕਾਲ ਦੌਰਾਨ ਹੀ ਪਾਈ ਹੈ, ਮਰ ਕੇ ਨਹੀਂ ਮਹਾਰਾਜ ਕੋਈ ਵੀ ਮੁਕਤ ਹੁੰਦਾ। ਔਰ ਭਗਤ ਰਸਨਾ ਦੁਆਰਾ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ, ਹੇ ਅਕਾਲ ਪੁਰਖ ਪ੍ਰਮਾਤਮਾ, ਕਿ ਜਦੋਂ ਮਰ ਗਏ ਮਹਾਰਾਜ ਮੁਕਤੀ ਦਿਓਗੇ, ਮੁਕਤ ਨਾ ਜਾਣੈ ਕੋਈ ਲਾ ਕੌਣ ਜਾਣੂਗਾ ਕਿ ਵਾਹਿਗੁਰੂ ਨੇ ਆਪਣੇ ਪਿਆਰਿਆਂ ਨੂੰ ਮੁਕਤ ਕਰ ਦਿੱਤਾ। ਕੌਣ ਮਹਾਰਾਜ ਤੁਹਾਡੀ ਬੰਦਗੀ ਕਰੇਗਾ? ਕੌਣ ਤੁਹਾਡਾ ਨਾਮ ਜਪੇਗਾ? ਕਿਸ ਨੇ ਮਹਾਰਾਜ ਤੁਹਾਡੀ ਆਰਾਧਨਾ ਨਹੀਂ ਕਰਨੀ। ਹੇ ਗਰੀਬ ਨਵਾਜ, ਇਸ ਲਈ ਕਿਰਪਾ ਕਰੋ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਕਰੋ। ਮਹਾਰਾਜ, ਆਪਣੇ ਸਰੂਪ ਦੇ ਵਿੱਚ ਸਾਨੂੰ ਮਿਲ ਲਓ ਜੀ। ਸੁੰਦਰ ਤਨ ਧਿਆਨ, ਸੁੰਦਰ ਤਨ ਧਿਆਨ ਹੈ। ਹੇ ਅਕਾਲ ਪੁਰਖ ਪ੍ਰਮਾਤਮਾ, ਆਪ ਜੀ ਦਾ ਸੁੰਦਰ ਸਰੂਪ ਹੈ। ਹੇ ਗੁਰਸਿੱਖ ਪ੍ਰਮਾਤਮਾ ਦੇ ਸੁੰਦਰ ਸਰੂਪ ਦਾ ਧਿਆਨ ਧਾਰਨ ਕਰ, ਸੁੰਦਰ ਸਰੂਪ ਦਾ ਧਿਆਨ ਧਾਰਨ ਕਰ। ਮਨ ਲੁਭਦ ਗੋਪਾਲ ਗਿਆਨ ਹੈ। ਮਨ ਕਰਕੇ ਲੁਭਾਏ ਮਨ ਹੋ, ਜਿਹੜਾ ਪ੍ਰਿਥਵੀ ਪਾਲਕ ਪਰਮੇਸ਼ਰ ਹੈ, ਗਿਆਨ ਸਰੂਪ ਹੈ, ਹਿਰਦੇ ਅੰਦਰ ਗਿਆਨ ਦੀ ਦਾਰਤ ਦੇਣ ਵਾਲਾ ਹੈ। ਜਾਚਕ ਜਨ ਰਾਖਤ ਮਾਨ। ਹੇ ਮਹਾਰਾਜ, ਜਿਹੜੇ ਤੁਹਾਡੇ ਜਨ ਦਾਸ ਹੁੰਦੇ ਆ ਨਾ, ਜਾਚਕ ਜਾਚਨਾ ਕਰਦੇ ਆ, ਉਹਨਾਂ ਦੀ ਮਹਾਰਾਜ ਕਿਰਪਾ ਕਰਕੇ ਆਪ ਜੀ ਮਾਣ ਪਤ ਇੱਜ਼ਤ ਰੱਖ ਲੈਂਦੇ ਹੋ। ਉਹਨਾਂ ਦੀ ਮਹਾਰਾਜ ਮਾਨ ਮਨ ਦੀ ਖਾਹਿਸ਼ ਆਪ ਜੀ ਪੂਰੀ ਕਰ ਦਿੰਦੇ ਹੋ। ਫਿਰ ਇਸੇ ਪ੍ਰਕਾਰ ਇਹ ਪੰਕਤੀ ਪੜੋ ਜੀ। ਸੁੰਦਰ ਤਨ ਧਿਆਨ, ਸੁੰਦਰ ਤਨ ਧਿਆਨ ਹੈ। ਸਾਧ ਸੰਗਤ ਜੀ, ਪ੍ਰਤੱਖ ਵੀ ਜਿਵੇਂ ਰਾਜੇ ਦੀ ਰਾਣੀ ਹੋਵੇ ਨਾ, ਤੇ ਆਪਣੇ ਪਤੀ ਦੇ ਸੁੰਦਰ ਸਰੂਪ ਦੇ ਵੱਲ ਹਰ ਸਮੇਂ ਧਿਆਨ ਲਗਾ ਕਰਕੇ ਰੱਖਦੀ ਹੈ। ਹਰ ਸਮੇਂ ਚਿਤ ਬਿਰਤੀ ਨੂੰ ਆਪਣੇ ਪਤੀ ਦੇ ਵੱਲ ਸੁੰਦਰ ਸਰੂਪ ਦੇ ਵੱਲ ਹੀ ਲਾਈ ਰੱਖਦੀ ਹੈ। ਮਨ ਲੁਭਦ ਗੋਪਾਲ ਗਿਆਨ ਹੈ। ਮਹਾਰਾਜ ਕਹਿੰਦੇ ਹਨ, ਇਸੇ ਤਰ੍ਹਾਂ ਜੀਵ ਰੂਪ ਸਖੀ ਜਿਹੜੀ ਰਾਣੀ ਹੈ ਨਾ, ਰਾਜਾ ਸਰੂਪ ਪਰਮੇਸ਼ਰ ਪ੍ਰਮਾਤਮਾ ਦੇ ਸੁੰਦਰ ਸਰੂਪ ਦੇ ਵੱਲ ਆਪਣਾ ਧਿਆਨ ਚਿਤ ਬਿਰਤੀ ਲਾ ਕੇ ਰੱਖਦੀ ਹੈ ਕਿ ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਬੜਾ ਸੁੰਦਰ ਸਰੂਪ ਵਾਲਾ ਹੈ। ਐਸਾ ਸੁੰਦਰ ਸਰੂਪ ਹੈ, ਮਹਾਰਾਜ ਕਹਿੰਦੇ ਉਸ ਜੈਸੀ ਸੁੰਦਰਤਾ ਕਿਸੇ ਵਿੱਚ ਵੀ ਨਹੀਂ ਹੈ। ਇੰਨਾ ਸੁੰਦਰ ਸਰੂਪ ਵਾਲਾ ਸਾਡਾ ਮਾਲਕ ਹੈ। ਫਿਰ ਉਸ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨ ਕਰਨਾ। ਮਨ ਲੁਭਦ ਗੋਪਾਲ ਗਿਆਨ ਹੈ। ਮਨ ਜਿਹੜਾ ਹਰ ਸਮੇਂ ਲੋਭੀ ਬਣ ਕੇ ਰਹਿੰਦਾ ਵਾਹਿਗੁਰੂ ਦੇ ਦੀਦਾਰ ਪਾਉਣ ਦੇ ਵਾਸਤੇ, ਹਰ ਸਮੇਂ ਮਨ ਜਿਹੜਾ ਲੁਭਾਏ ਮਨ ਹੋਇਆ ਰਹਿੰਦਾ, ਚਾਅ ਕਰਦਾ,
ਹਰ ਸਮੇਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਮੰਗਦਾ ਹੈ। ਹਿਰਦੇ ਅੰਦਰ ਸੋਝੀ ਜਦੋਂ ਆ ਜਾਂਦੀ ਹੈ ਤੇ ਮਨ ਇਹ ਜਿਹੜਾ ਵਾਹਿਗੁਰੂ ਦੇ ਦੀਦਾਰ ਦੇ ਵਾਸਤੇ ਲੁਭਾਈਮਾਨ ਹੋ ਜਾਂਦਾ ਹੈ। ਜਾਚਕ ਜਨ ਰਾਖਤ ਮਾਨ। ਹੇ ਪ੍ਰਮਾਤਮਾ, ਆਪ ਆਪਣੇ ਦਾਸਾਂ ਦੀ ਰੱਖਿਆ ਕਰਦੇ ਹੋ। ਹਿਰਦੇ ਦਾ ਪਿਆਰ ਦੇਖ ਕਰਕੇ ਮਹਾਰਾਜ ਪਾਤੇ ਜਦ ਰੱਖਦੇ ਹੋ। ਮਹਾਰਾਜ ਆਪਣੇ ਸਰੂਪ ਰੂਪੀ ਮਾਨ ਬਖਸ਼ਣ ਵਾਲੇ ਹੋ। ਪ੍ਰਭ ਮਾਨ ਪੂਰਨ ਦੁਖ ਵਧੀਰਨ। ਫਿਰ ਪੜੋ। ਪ੍ਰਭ ਮਾਨ ਪੂਰਨ ਦੁਖ ਵਧੀਰਨ। ਹੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਪਰਿਪੂਰਵਕ ਪਰਮੇਸ਼ਰ ਜੀ, ਮਹਾਰਾਜ ਆਪ ਜੀ ਆਪਣੇ ਸਰੂਪ ਦਾ, ਆਪਣੀ ਭਾਵ ਭਗਤੀ ਦਾ, ਨਾਮ ਜਪਣ ਦਾ ਮਾਣ ਬਖਸ਼ਿਸ਼ ਕਰਨ ਵਾਲੇ ਹੋ। ਔਰ ਦੁੱਖ ਬਦੀਰਨ ਸਭ ਦੁੱਖਾਂ ਨੂੰ ਮਹਾਰਾਜ ਵਿਸਰਜਨ ਕਰਨ ਵਾਲੇ, ਵਿਦਾਰਨ ਵਾਲੇ, ਨਾਸ਼ ਕਰਨ ਵਾਲੇ ਹੋ। ਸਾਗਲ ਇਛ ਪੁਜੰਤੀਆ। ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਮਹਾਰਾਜ ਆਪ ਜੀ ਦਾ ਸਰੂਪ ਹੈ। ਤੁਹਾਡੇ ਸਰੂਪ ਦੀ ਪ੍ਰਾਪਤੀ ਹੋਣੇ ਕਰਕੇ ਮਹਾਰਾਜ ਸਾਰੀਆਂ ਇੱਛਾ ਪੁੱਜ ਗਈਆਂ ਹਨ। ਹਰ ਕੰਠ ਲਾਗੇ ਦਿਨ ਸੁਭਾਗੇ। ਮਹਾਰਾਜ ਕਹਿੰਦੇ ਜਦੋਂ ਜੀਵ ਦੇ ਨਿਸ਼ਕਾਮ ਕਰਮਾਂ ਦੇ ਫਲ ਜਿਹੜਾ ਅੱਗੇ ਆਉਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਿਨ ਸਜਾਗਿਓ, ਫਿਰ ਦਿਨ ਜਾਗ ਪੈਂਦੇ ਆ, ਚੰਗੇ ਦਿਨ ਆ ਜਾਂਦੇ ਆ, ਚੰਗੇ ਭਾਗ ਜਾਗ ਪੈਂਦੇ ਹਨ। ਹਰ ਕੰਠ ਲਾਗੇ, ਇਹ ਜੀਵ ਜਿਹੜਾ ਹੈ ਪ੍ਰਮਾਤਮਾ ਦੇ ਕੰਠ ਗਲੇ ਦੇ ਨਾਲ ਲੱਗ ਜਾਂਦਾ ਹੈ। ਗਰੀਬ ਨਵਾਜ ਮਹਾਰਾਜ ਘੁੱਟ ਕਰਕੇ ਆਪਣੇ ਸ਼ਬਦ ਰੂਪੀ ਕੰਠ ਦੇ ਨਾਲ ਲਾ ਲੈਂਦੇ ਆ। ਜਦੋਂ ਜੀਵ ਦੇ ਭਾਗ ਜਾਗਦੇ ਹਨ, ਭਾਗਾ ਤੋਂ ਬਿਨਾਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਵੀ ਨਹੀਂ ਆ ਸਕਦਾ। ਜਦੋਂ ਭਾਗ ਜਾਗਦੇ ਹਨ, ਨਿਸ਼ਕਾਮ ਕਰਮਾਂ ਦਾ ਅੰਗੂਰ ਫੁੱਟਦਾ ਤੇ ਸਾਧ ਸੰਗਤ ਜੀ, ਤਾਂ ਫਿਰ ਜਿਹੜੀ ਸੁੱਤੀ ਹੋਈ ਸੁਰਤ ਹੁੰਦੀ ਹੈ ਨਾ ਜਨਮਾਂ ਜਨਮਾਂਤਰਾਂ ਦੀ, ਤਾਂ ਜਾਗਦੀ ਹੈ। ਜਨਮ ਜਨਮ ਕੀ ਸੋਈ ਜਾਗੀ, ਐਸੀ ਅਵਸਥਾ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ। ਮਿਲ ਨਾਹ ਸੇਜ ਸੁਹੰਤੀਆ। ਨਾਹ ਪਤੀ ਪਰਮੇਸ਼ਰ ਦੇ ਨਾਲ ਮਿਲ ਕਰਕੇ ਇਹ ਜੀਵ ਰੂਪ ਸਖੀ ਦੇ ਹਿਰਦੇ ਰੂਪ ਸੇਜਾ ਸ਼ੋਭਾ ਵਾਲੀ ਬਣ ਜਾਂਦੀ ਹੈ। ਸ਼ੋਭਨੀਕ ਹੋ ਜਾਂਦੀ ਜਦੋਂ ਪਤੀ ਪਰਮੇਸ਼ਰ ਦੇ ਸਰੂਪ ਦਾ ਆਨੰਦ ਮਾਣਦੀ ਹੈ। ਪ੍ਰਭ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ। ਪਰਮਾਤਮਾ ਨੇ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ ਹੈ, ਤਾਂ ਹੀ ਮਹਾਰਾਜ ਕਹਿੰਦੇ ਮੁਰਾਰੀ ਪਰਮਾਤਮਾ ਮਿਲਿਆ ਹੈ। ਸਾਗਲ ਕਲਮਲ ਭਏ ਹਾਨ। ਤੇ ਸਾਰੇ ਜਿਹੜੇ ਸਾਡੇ ਪੂਰਬਲੇ ਜਨਮਾਂ ਦੇ ਅਤੇ ਐਸ ਜਨਮ ਦੇ ਵਿੱਚ ਵੀ ਕੀਤੇ ਹੋਏ ਪਾਪ ਕਰਮ ਸਨ, ਸਾਰੇ ਹਾਨ ਹੋ ਗਏ, ਨਾਸ਼ ਹੋ ਗਏ ਹਨ। ਜਿੰਨੇ ਵੀ ਕਰਲਾਹਟ ਪਾਉਣ ਵਾਲੇ, ਦੁਖੀ ਕਰਨ ਵਾਲੇ ਪਾਪ ਕਰਮ ਕੀਤੇ ਸਨ, ਹਜੂਰ ਨੇ ਉਚਾਰਨ ਕੀਤਾ, ਸਾਰੇ ਦੇ ਸਾਰੇ ਨਾਸ਼ ਹੋ ਗਏ ਹੈ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਦੇ ਵਿੱਚ ਸ਼ਕਤੀ ਹੈ, ਤਾਕਤ ਹੈ। ਜੀਵ ਦੇ ਵੱਲ ਨਿਗਾਹ ਭਰ ਕੇ ਦੇਖ ਲੈਣ, ਸਤਿਗੁਰੂ ਜੀ ਕਿਰਪਾ ਕਰ ਦੇਣ, ਸਾਰੇ ਦੇ ਸਾਰੇ ਪਾਪ ਕਰਮ ਇਹ ਜੀਵ ਦੇ ਨਾਸ਼ ਹੋ ਜਾਂਦੇ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਨ੍ਹਾਂ ਤੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਪੈ ਗਈ ਹੈ, ਤਿਨਾਂ ਦੇ ਪਾਪ ਕਰਮ ਮਹਾਰਾਜ ਸਾਹਿਬ ਜੀ ਨੇ ਨਾਸ਼ ਕਰ ਦਿੱਤੇ ਹੈ, ਹਿਰਦੇ ਕਰਕੇ ਨਿਰਮਲ ਕਰ ਦਿੱਤਾ ਹੈ। ਬਿਨਵੰਤ ਨਾਨਕ ਮੇਰੀ ਆਸ ਪੂਰਨ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਹੈ। ਸਾਡੇ ਮਨ ਦੀ ਜਿਹੜੀ ਆਸਾ ਸੀ ਪਰਮਾਤਮਾ ਦੇ ਦੀਦਾਰ ਕਰਨ ਦੀ, ਮਹਾਰਾਜ ਕਦੋਂ ਆਪ ਜੀ ਦੇ ਸਰੂਪ ਦੀ ਪ੍ਰਾਪਤੀ ਹੋਵੇਗੀ, ਕਦੋਂ ਤੁਹਾਡੇ ਦੀਦਾਰ ਮਹਾਰਾਜ ਅਸੀਂ ਪਾ ਸਕਾਂਗੇ, ਉਹ ਸਾਡੇ ਮਨ ਦੀ ਆਸਾ, ਮਨ ਦੀ ਜਿਹੜੀ ਪਿਆਸ ਸੀ ਨਾ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ, ਪੂਰੀ ਹੋ ਗਈ ਹੈ। ਮਿਲੇ ਸ੍ਰੀ ਧਰ ਗੁਣ ਨਿਧਾਨ। ਗੁਣਾਂ ਦੇ ਖਜ਼ਾਨੇ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਮਿਲੇ ਹਨ। ਸ਼੍ਰੀ ਲక్ష్ਮੀ ਨੂੰ ਧਾਰਨ ਕਰਨ ਵਾਲੇ, ਮਾਇਆ ਨੂੰ ਵੀ ਆਨੰਦ ਪ੍ਰਦਾਨ ਕਰਨ ਵਾਲੇ ਐਸੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਸਰੂਪ ਸਾਨੂੰ ਪ੍ਰਾਪਤ ਹੋਇਆ, ਜੋ ਗੁਣਾਂ ਦਾ ਖਜ਼ਾਨਾ ਹੈ। ਮਨ ਦੀ ਇੱਛਾ ਪੁੱਜ ਗਈ ਹੈ। ਲੰਬੇਰੇ ਸਮੇਂ ਤੋਂ ਆਸ ਸੀ ਮਹਾਰਾਜ ਕਦੋਂ ਦਿਨ ਆਵੇਗਾ, ਕਦੋਂ ਸੁਭਾਗਾ ਸਮਾਂ ਆਵੇਗਾ, ਜਦੋਂ ਮਹਾਰਾਜ ਪ੍ਰਤੱਖ ਤੁਹਾਡੇ ਸਾਖਸ਼ਾਤ ਰੂਪ ਦੇ ਵਿੱਚ ਦੀਦਾਰ ਅਸੀਂ ਪ੍ਰਾਪਤ ਕਰਾਂਗੇ। ਹਜੂਰ ਕਹਿੰਦੇ ਜਦੋਂ ਵਾਹਿਗੁਰੂ ਦੇ ਦੀਦਾਰ ਪ੍ਰਾਪਤ ਹੋਏ ਹੈ, ਇਹ ਜੀਵ ਰੂਪ ਸਾਖੀ ਦੀ ਮਨ ਦੀ ਆਸਾ ਪੂਰੀ ਹੋ ਗਈ ਹੈ। ਸਤ ਸੰਗਤ ਜੀ, ਇੱਥੇ ਹੀ ਸਮਾਪਤੀ ਹੈ। ਜੋ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਨੇ ਪਾਵਨ ਸ਼ਬਦ ਦੇ ਅੰਦਰ ਜੋ ਜੀਵਾਂ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਦਿੱਤਾ
ਕਿ ਜਿਹੜੇ ਸੰਸਾਰ ਦੇ ਨਿਰਬੁੱਧ ਜੀਵ ਹੈ ਨਾ, ਕਿਵੇਂ ਆਪਾਂ ਕੁਰਬਾਨ ਕਰ ਦਿੰਦੇ ਆ। ਭੌਰਾ ਹੈ ਤੇ ਸਾਧ ਸੰਗਤ ਜੀ ਇਸੇ ਪ੍ਰਕਾਰ ਹਿਰਣੇ ਹੈ, ਇਹ ਮੱਛੀ ਹੈ, ਇਹ ਇੱਕ ਇੱਕ ਵਿਸ਼ੇ ਦੇ ਪ੍ਰਾਪਤੀ ਹੋਣੇ ਕਰਕੇ ਆਪਾਂ ਜਿਹੜਾ ਕੁਰਬਾਨ ਕਰ ਦਿੰਦੇ ਆ। ਤੇ ਹਜੂਰ ਕਹਿੰਦੇ ਹਨ ਜਿਹੜਾ ਇਸ ਸੰਸਾਰ ਦੇ ਜੀਵ ਆ, ਅਗਿਆਤ ਹੋਣੇ ਕਰਕੇ ਜਿਨ੍ਹਾਂ ਨੇ ਪੰਜੇ ਵਿਸ਼ਾ ਨੂੰ ਧਾਰਨ ਕੀਤਾ ਹੋਇਆ। ਗੁਰਬਾਣੀ ਵਿੱਚ ਸਤਿਗੁਰੂ ਜੀ ਦਾ ਬਚਨ ਆਉਂਦਾ ਹੈ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁਖ ਵਿਨਾਸ਼। ਕਹਿੰਦੇ ਹਨ ਕਿ ਇੱਕ ਇੱਕ ਦੋਸ਼ ਕਰਕੇ ਮਾਰੇ ਜਾਂਦੇ ਆ। ਮ੍ਰਿਗ ਮੀਨ ਭ੍ਰਿੰਗ, ਮ੍ਰਿਗ ਨਾਮ ਹਿਰਨ ਦਾ ਤੇ ਭ੍ਰਿੰਗ ਭੌਰਾ ਹੈ, ਔਰ ਮੀਨ ਮੱਛੀ ਹੈ ਤੇ ਪਤੰਗਾ ਪਤੰਗ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਕੁੰਚਰ ਹਾਥੀ ਨੂੰ ਕਿਹਾ ਜਾਂਦਾ ਹੈ। ਇੱਕ ਇੱਕ ਦੋਸ਼ ਹੋਣੇ ਕਰਕੇ ਮਾਰੇ ਜਾਂਦੇ ਆ। ਤੇ ਕਹਿੰਦੇ ਹਨ ਪੰਚ ਰੋਗ ਅਸਾਧ ਜਾਮੈ ਹੈ ਤਾਂ ਕਿ ਕੇਤਕ ਆਸ। ਇਹ ਜੀਵ ਤਾਂ ਇੱਕ ਇੱਕ ਦੋਸ਼ ਕਰਕੇ ਮਾਰੇ ਗਏ। ਜਿਹੜੇ ਪੰਜੇ ਦੋਸ਼ ਜਿਸ ਬੰਦੇ ਦੇ ਅੰਦਰ ਆ ਜਾਣ, ਉਹਦੇ ਬਚਣ ਦੀ ਕਿੰਨੀ ਕੁ ਭਲਾ ਉਮੀਦ ਲਾ ਸਕਦੇ ਹਾਂ। ਕਿੱਥੇ ਜਾ ਕੇ ਬਚਾਅ ਹੋਵੇਗਾ? ਕਿਤੇ ਵੀ ਬਚਾਅ ਹੋਣ ਵਾਲਾ ਨਹੀਂ ਹੈ। ਤੇ ਔਰ ਇਸ ਪ੍ਰਕਾਰ ਦਾਤ ਦਾ ਦ੍ਰਿਸ਼ਟਾਂਤ ਦੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਦਾ ਜੀਵਨ ਵੀ ਸ਼ਬਦ ਦੇ ਅੰਦਰ ਕਥਨ ਕੀਤਾ ਹੈ, ਅੰਤਰੀ ਭਾਵ ਦੇ ਵਿੱਚ, ਕਿ ਗੁਰਮੁਖ ਪਿਆਰੇ ਸੰਸਾਰ ਦੇ ਵਿਸ਼ਿਆਂ ਤੋਂ, ਸੁੱਖਾਂ ਤੋਂ ਵੀ ਸਾਧ ਸੰਗਤ ਜੀ ਗਿਆਨ ਪ੍ਰਾਪਤ ਕਰਕੇ ਪਰਮਾਤਮਾ ਦੇ ਚਰਨਾਂ ਦੇ ਨਾਲ ਹਿਰਦਿਓਂ ਪਿਆਰ ਲਾ ਕਰਕੇ ਲੋਕ ਪਰਲੋਕ ਸੁਹੇਲਾ ਬਣਾ ਲੈਂਦੇ ਆ, ਜੀਵਨ ਦੀ ਸਫਲਤਾ ਬਣਾ ਲੈਂਦੇ ਹਨ। ਇੱਥੇ ਸਾਧ ਸੰਗਤ ਜੀ ਕੁੱਲ ਜਿਹੜੇ 35 ਸ਼ਬਦਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ੰਤਾਂ ਦੇ ਵਿੱਚ ਉਚਾਰਨ ਕਰਕੇ ਉਪਦੇਸ਼ ਦੇ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ ਹੈ। ਕੱਲ ਦੇ ਦੀਵਾਨਾਂ ਵਿੱਚ ਆਸਾ ਦੀ ਵਾਰ ਪਾਵਨ ਗੁਰਬਾਣੀ ਦੀ ਵਿਚਾਰ ਪ੍ਰਾਰੰਭ ਹੋਵੇਗੀ। ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਦੇਹੋ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਓ ਮੇਲਾ। ਪ੍ਰਭ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ ਸਾਗਲ ਕਲਮਲ ਭਏ ਹਾਨ। ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀ ਧਰ ਗੁਣ ਨਿਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।